जी वीर जी। वाहिगुरू जी का खालसा वाहिगुरू जी की फतेह। निजा साहब करिए शुरू विचार आज दी। हाँ जी ਵੀਰ ਜੀ, ਅੱਜ ਨਾ ਗੁਰਬਾਣੀ ਜਿਹੜੀ ਹੈਗੀ ਆ ਇਹਨੂੰ ਦੋ ਸ਼ਬਦ ਲਵਾਂਗੇ ਆਪਾਂ ਤੇ ਇਹਨੂੰ ਜਿਹੜਾ ਹੈ ਨਾ ਸ਼ਬਦ ਜਿਹੜੇ ਹੈਗੇ ਆ ਇਹਨਾਂ ਨੂੰ ਸਮਾਂ ਆਪਾਂ ਨੂੰ ਦੇਣਾ ਪਊਗਾ ਜ਼ਿਆਦਾ। ਇਹ 1100 ਤੇ 59 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ ਅਸੀਂ ਭੈਰੋ ਰਾਗ ਦੇ ਵਿੱਚ। ਹਾਂਜੀ 1159 1159 ਰਾਮ ਪ੍ਰਕਾਸ਼ ਜੀ 1159 ਇਹਦੇ ਵਿੱਚ 8ਵਾਂ ਸ਼ਬਦ ਲੈ ਰਹੇ ਹਾਂ ਆਪਾਂ ਕਬੀਰ ਜੀ ਦਾ। ਮਹਾਰਾਜ ਮਿਹਰ ਕਰਨ, ਕਬੀਰ ਜੀ ਸਾਨੂੰ ਸਿਹਤ ਦੇਣ, ਅਸੀਂ ਕਬੀਰ ਜੀ ਦੀ ਜਿਹੜੀ ਇਹ ਗੱਲ ਜਿਹੜੀ ਹੈਗੀ ਸਮਝ ਸਕੀਏ ਅਤੇ ਉਹ ਗੱਲ ਨੂੰ ਆਪਣੇ ਅੰਦਰ ਜਿਹੜਾ ਹੈਗਾ ਹਿਰਦੇ ਦੇ ਵਿੱਚ ਵਸਾ ਸਕੀਏ ਔਰ ਉਹਦੇ ਅਨੁਸਾਰ ਜਿਹੜਾ ਹੈਗਾ ਉਹ ਗਿਆਨ ਜਿਹੜਾ ਹੈ ਉਹ ਲੈਂਪ ਜਿਹੜਾ ਹੈਗਾ ਉਹਦੇ ਅਨੁਸਾਰ ਆਪਣੇ ਆਪ ਨੂੰ ਘੜ ਸਕੀਏ, ਚੇਂਜ ਕਰ ਸਕੀਏ। ਉਹਦੀ ਰੋਸ਼ਨੀ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਆਤਮਿਕ ਯਾਤਰਾ ਕਰ ਸਕੀਏ। ਆਹੀ ਜਿਹੜਾ ਹੈਗਾ ਇਸ ਵਿਚਾਰ ਦਾ, ਇਸ ਕਥਾ ਦਾ ਇਹੀ ਮਕਸਦ ਹੈਗਾ ਸਾਡਾ ਭਾਈ। ਹੋਰ ਸਾਡਾ ਕੋਈ ਮਕਸਦ ਨਹੀਂ ਹੈਗਾ ਕਿ ਅਸੀਂ ਜਿਹੜਾ ਹੈਗਾ ਕੋਈ ਵੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਆਪਣੀ ਜਿਹੜੀ ਹੈ ਵਾਹ ਕਰਾਉਣੀ ਹੈ ਜਾਂ ਕੁਛ ਜਿਹੜਾ ਸਾਡਾ ਵੀ ਬੜਾ ਜੀ ਇਹ ਦੇਖੋ ਜੀ ਇੰਨੀਆਂ ਵੀਡੀਓ ਪਾਤੀਆਂ ਜੀ, ਇੰਨਾ ਕੁਛ ਕਰਤਾ ਭਾਈ। ਇਹ ਸਾਰਾ ਕੁਛ ਨਹੀਂ ਹੈਗਾ। ਅਸੀਂ ਤਾਂ ਭਾਈ ਬਿਲਕੁਲ ਨਿਮਾਣੇ ਜੇ ਹੈਗੇ ਸੇਵਕ, ਸਾਨੂੰ ਕੋਈ ਇਸ ਤਰ੍ਹਾਂ ਦੀ ਹੈ ਨਹੀਂ ਕਿ ਭਾਈ ਮਾਲਕ ਨੇ ਪਹਿਲਾਂ ਹੀ ਬਹੁਤ ਜਿਹੜਾ ਹੈਗਾ ਇਹ ਸੰਸਾਰ ਦੀ ਜਿਹੜੀ ਹੈਗੀ ਆ ਉਚਾਈਆਂ ਜਿਹੜੀਆਂ ਹੈਗੀਆਂ ਇਹ ਕਿਤੇ ਕੰਮ ਨਹੀਂ ਆਉਣ ਵਾਲੀਆਂ ਚੀਜ਼ਾਂ, ਇਹ ਕਿਤੇ ਕਾਮ ਨਾ ਆਈਆਂ। ਇਹ ਆਉਂਦਾ ਦੁਨੀਆ ਕੀਆਂ ਵਡਿਆਈਆਂ ਕਿਤੇ ਕਾਮ ਨਾ ਆਈਆਂ। ਉਹ ਇਹ ਜਿਹੜੀਆਂ ਇਹ ਤਾਂ ਇਸ ਤਰ੍ਹਾਂ ਹੀ ਰਹਿਣੀਆਂ। ਇਹ ਤਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਥੱਲੇ ਲਿਜਾਣ ਵਾਲੀਆਂ ਚੀਜ਼ਾਂ ਹੁੰਦੀਆਂ। ਅਤੇ ਕਬੀਰ ਜੀ ਜਿਹੜੇ ਹੈਗੇ ਉਹ ਭੈਰੋ ਰਾਗ ਦੇ ਵਿੱਚ 1159 ਅੰਗ ਤੋਂ ਆ ਗਿਆਨ ਦੇ ਰਹੇ ਆਪਾਂ ਨੂੰ। ਨਿਰਧਨ ਆਦਰ ਕੋਈ ਨਾ ਦੇ। ਕਹਿੰਦੇ ਸੰਸਾਰ ਦੇ ਵਿੱਚ ਜਿਹੜਾ ਹੈਗਾ ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਸੰਸਾਰ ਦੀ ਜਿਹੜੀ ਹੈਗੀ ਚਾਲ ਇਹੀ ਜਿਹੀ ਹੈਗੀ ਆ। ਨਿਰਧਨ ਆਦਰ ਕੋਈ ਨਾ ਦੇ। ਗਰੀਬ ਆਦਮੀ ਜਿਹੜਾ ਨਾ ਉਹਨੂੰ ਕੋਈ ਪੁੱਛਦਾ ਹੀ ਨਹੀਂ ਹੈਗਾ। ਗਰੀਬ ਨੂੰ ਕੋਈ ਪੁੱਛਦਾ ਹੀ ਨਹੀਂ ਹੈ। ਗਰੀਬ ਜਿਹੜਾ ਵਿਚਾਰਾ ਉਹਨੂੰ ਕਿੰਨੀ ਕੁ ਤਕਲੀਫ ਆ, ਕੀ ਉਹਦੀ ਪ੍ਰੋਬਲਮ ਆ, ਉਹਨੇ 4 ਦਿਨ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਆ, ਘਰ ਦੇ ਵਿੱਚ ਕੋਈ ਬਿਮਾਰ ਪਿਆ ਹੋਇਆ ਹੈ, ਘਰ ਦੇ ਕਿਸ ਉਹਦੇ ਨਾਲ ਉਦੇਸ਼ ਦੇ ਨਾਲ ਅਗਲਾ ਜਿਹੜਾ ਹੈਗਾ ਸਰਦਨ ਦੇ ਕੋਲ ਜਿਹੜਾ ਹੈਗਾ ਧਨਵਾਨ ਦੇ ਕੋਲ ਜਾਂ ਜਿਹੜੇ ਕੋਲ ਜਿਹੜਾ ਹੈਗਾ ਆਇਆ ਹੈ ਆਪਣੀ ਜ਼ਰੂਰਤ ਦੇ ਵਾਸਤੇ, ਕਹਿੰਦੇ ਕੋਈ ਆਦਰ ਦਿੰਦਾ ਹੀ ਨਹੀਂ ਉਹਨੂੰ। ਨਿਰਤਨ ਆਦਰ ਕੋਈ ਨਾ ਦੇ। ਲੱਖ ਯਤਨ ਕਰੇ ਉਹ ਚਿੱਤ ਨਾ ਧਰੇ ਰਹਾ। ਲੱਖਾਂ ਯਤਨ ਕਰਦਾ ਨਿਰਤਨ ਵਿਚਾਰਾ ਕਿਤੇ ਸੁਣ ਲੈ, ਉਹ ਜਿਹੜਾ ਹੈਗਾ ਉਹ ਧਿਆਨ ਹੀ ਨਹੀਂ ਦਿੰਦਾ। ਉਹ ਆਪਣੇ ਚਿੱਤ 'ਚ ਉਹਦੀ ਗੱਲ ਨੂੰ ਸਮਝਦਾ ਹੀ ਨਹੀਂ ਹੈ, ਲੈ ਕੇ ਹੀ ਨਹੀਂ ਜਾਂਦਾ ਉਹਦੀ ਗੱਲ ਨੂੰ। ਰਹਾਓ ਨਿਰਤਨ ਆਦਰ ਕੋਈ ਨਾ ਦੇ। ਲੱਖ ਯਤਨ ਕਰੇ ਉਹ ਚਿੱਤ ਨਾ ਧਰੇ ਰਹਾਓ। ਜੋ ਨਿਰਤਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਫਿਰਾਏ। ਜਦ ਨਿਰਤਨ ਕਿਤੇ ਵੀ ਧਨਵਾਨ ਦੇ ਘਰ ਚਲੇ ਜਾਂਦਾ ਹੈ, ਉਹਦੀ ਕੋਠੀ 'ਤੇ ਚਲੇ ਜਾਂਦਾ ਹੈ, ਉਹਦੀ ਬੰਗਲੇ 'ਤੇ ਚਲੇ ਜਾਂਦਾ ਹੈ ਅਤੇ ਅੱਗਿਓਂ ਪਿੱਠ ਫੇਰ ਕੇ ਬਹਿ ਜਾਂਦਾ ਹੈ ਭਾਈ। ਦੂਸਰੇ ਨਾਲ ਗੱਲ ਕਰਨ ਲੱਗ ਜਾਂਦਾ ਹੈ। ਜੋ ਨਿਰਤਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਫਿਰਾਏ। ਜੋ ਸਰਤਨ ਨਿਰਤਨ ਕਹਿ ਜਾਏ ਦਿਆ ਆਦਰ ਲਿਆ ਬੁਲਾਏ। ਔਰ ਉਹੀ ਧਨਵਾਨ ਜਿਹੜਾ ਹੈਗਾ ਕਦੀ ਕੋਈ ਜ਼ਰੂਰਤ ਪੈ ਜਾਂਦੀ ਹੈ, ਕਦੀ ਕੋਈ ਮੁਸੀਬਤ ਪੈ ਜਾਂਦੀ ਆ ਅਤੇ ਗਰੀਬ ਦੀ ਲੋੜ ਹੁੰਦੀ ਹੈ, ਸਹਾਇਤਾ ਦੀ ਲੋੜ ਹੁੰਦੀ ਆ। ਉਸ ਵੇਲੇ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਉਹ ਨਿਰਤਨ ਵਿਚਾਰਾ ਜਿਹੜਾ ਹੈਗਾ ਉਹ ਜੰਪ ਮਾਰ ਕੇ ਉੱਠਦਾ ਹੈ ਔਰ ਇੱਕਦਮ ਉਹਦੀ ਜਿਹੜੀ ਹੈਗੀ ਜ਼ਰੂਰਤ ਪੂਰੀ ਕਰਦਾ ਹੈ। ਉਹਦੇ ਵਾਸਤੇ ਆਪਣੇ ਬਲ ਬੂਤੇ ਤੋਂ ਜਿਹੜਾ ਹੈਗਾ ਬਾਹਰ ਜਿਹੜਾ ਹੈਗਾ ਕੰਮ ਕਰਦਾ ਹੈ, ਆਦਰ ਦਿੰਦਾ ਹੈ ਔਰ ਉਹਦੀ ਗੱਲ ਦਿਆ ਆਦਰ ਲਿਆ ਬੁਲਾਏ। ਉਹਨੂੰ ਬਿਲਕੁਲ ਉਹਦੀ ਧਿਆਨ ਨਾਲ ਸੁਣਦਾ ਹੈ ਉਹਦੀ ਗੱਲ। ਆਇਆ ਦੇਖੋ ਗਰੀਬ ਔਰ ਅਮੀਰ ਜਿਹੜੇ ਹੈਗੇ ਇਸ ਤਰ੍ਹਾਂ ਦੇ ਉਹਨਾਂ ਦੇ ਸੁਭਾਅ ਹੈਗੇ।
ਫਿਰ ਦੁਬਾਰਾ ਆਪਾਂ ਲਈਏ ਸ਼ਬਦ, ਨਿਰਧਨ ਆਦਰ ਕੋਈ ਨਾ ਦੇ। ਸੰਸਾਰ ਦੇ ਵਿੱਚ ਗਰੀਬ ਨੂੰ ਕੋਈ ਵੀ ਇੱਜ਼ਤ ਨਹੀਂ ਦਿੰਦਾ। ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਕਹਿੰਦੇ ਲੱਖਾਂ ਹੀ ਯਤਨ ਕਰਦਾ ਹੈ, ਗਰੀਬ ਜਿਹੜਾ ਹੈਗਾ ਉਹਦੀ ਕੋਈ ਮਕਸਦ ਹੈ, ਕੋਈ ਬਿਮਾਰੀ ਹੈਗੀ, ਕੋਈ ਬੱਚਾ ਬਿਮਾਰ ਹੈ ਜਾਂ ਕੁਛ ਹੈਗਾ, ਕੋਈ ਇਮਰਜੈਂਸੀ ਹੈਗੀ ਆ, ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੈ, ਕੋਈ ਖਾਣ ਦੀ ਪ੍ਰੋਬਲਮ ਹੈ। ਕਹਿੰਦੇ ਲੱਖ ਯਤਨ ਕਰਦਾ ਹੈ, ਅਗਲਾ ਸੁਣਦਾ ਹੀ ਨਹੀਂ ਉਹਦੀ ਗੱਲ। ਰਹਾਓ ਦੀ ਪੰਕਤੀ ਹੈ। ਜੋ ਨਿਰਤਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜਾਂ ਨਿਰਧਨ ਕਿਤੇ ਜਾ ਕੇ ਵਿਚਾਰਾ ਉਹਦੇ ਘਰ ਜਾਂਦਾ ਹੈ, ਕੋਠੀ 'ਚ ਜਾਂਦਾ ਹੈ, ਉਹਦੇ ਮਹਿਲ 'ਚ ਜਾਂਦਾ ਹੈ, ਅਤੇ ਅੱਗੇ ਉਹ ਜਿਹੜਾ ਹੈਗਾ ਪਿੱਠ ਫੇਰ ਲੈਂਦਾ, ਦੂਜਿਆਂ ਨਾਲ ਗੱਲ ਕਰਨ ਲੱਗ ਜਾਂਦਾ ਹੈ। ਔਰ ਇਸ ਤੋਂ ਉਲਟ ਜੌਨ ਸਰਦਨ ਨਿਰਧਨ ਕਹਿ ਜਾਏ, ਜਦ ਕਦੀ ਕੋਈ ਸਰਤਨ ਕਹਿੰਦੇ ਆ ਅਮੀਰ, ਉਹ ਕੋਈ ਨਿਰਧਨ ਦੇ ਘਰ ਜਾਂਦਾ ਹੈ, ਨਿਰਧਨ ਦੇ ਕੋਲ ਜਾਂਦਾ ਹੈ, ਉਹਦੀ ਕੋਈ ਜ਼ਰੂਰਤ ਆ ਗਈ, ਕੋਈ ਐਸੀ ਮੁਸੀਬਤ ਆ ਗਈ ਜਿਹੜੀ ਕਿ ਇਹ ਹੀ ਕਰ ਸਕਦਾ ਹੈ ਇਹ ਜਿਹੜਾ ਹੈਗਾ, ਕਿਉਂਕਿ ਇਹਦੇ 'ਚ ਤਾਕਤ ਆ, ਇਹ ਮਤਲਬ ਫਿਜ਼ੀਕਲ ਸਟਰੈਂਥ, ਫਿਜ਼ੀਕਲੀ ਫਿੱਟ ਆ ਬੰਦਾ ਪੂਰਾ, ਅਤੇ ਉਹਦੇ ਕੋਲ ਐਸੀ ਇਮਰਜੈਂਸੀ ਆ ਗਈ ਅਤੇ ਜਾਂਦਾ ਹੈ, ਦਿਆ ਆਦਰ ਲਿਆ ਬੁਲਾਏ। ਉਹ ਬਿਲਕੁਲ ਆਦਰ ਦਿੰਦਾ ਹੈ ਔਰ ਤਤਪਰ ਉਸ ਵੇਲੇ ਉਹਦਾ ਕੰਮ ਕਰ ਦਿੰਦਾ ਹੈ, ਬੁਲਾ ਲੈਂਦਾ ਹੈ ਉਹਨੂੰ ਧਿਆਨ ਨਾਲ ਉਹਦੇ ਆਦਰ ਦਿੰਦਾ ਹੈ, ਮਾਨ ਦਿੰਦਾ ਹੈ, ਸਨਮਾਨ ਦਿੰਦਾ ਹੈ। ਚਲੋ ਜੀ ਚੱਲੀਏ, ਆਪਾਂ ਹੁਣੇ ਚੱਲੀਏ। ਨਿਰਧਨ ਸਰਦਨ ਦੋਨੋਂ ਭਾਈ। ਕਬੀਰ ਜੀ ਕਹਿੰਦੇ ਭਾਈ ਨਿਰਧਨ ਵੀ ਅਤੇ ਸਰਦਨ ਵੀ, ਅਮੀਰ ਅਤੇ ਗਰੀਬ ਦੋਨੋਂ ਭਰਾ ਹੈਗੇ। ਮਾਲਕ ਪਰਮਾਤਮਾ ਦੀ ਜੋਤ ਦੋਨਾਂ ਦੇ ਵਿੱਚ ਹੈਗੀ। ਮਾਲਕ ਪਰਮਾਤਮਾ ਦੀ ਜੋਤ ਦੋਨਾਂ ਦੇ ਵਿੱਚ ਹੈਗੀ। ਕਰਮਾਂ ਦਾ ਖੇਲ ਹੈਗਾ। ਉਹ ਨਿਰਧਨ ਹੋ ਗਿਆ, ਉਹ ਸਰਦਨ ਹੋ ਗਿਆ। ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਏ। ਆਹ ਪਰਮਾਤਮਾ ਦੀ ਕਲਾ ਹੈ, ਇਹ ਨਹੀਂ ਮਿਟਾਈ ਜਾ ਸਕਦੀ। ਨਿਰਧਨ ਵੀ ਰਹਿਣਗੇ, ਸਰਦਨ ਵੀ ਰਹਿਣਗੇ। ਇਹ ਕਰਮ ਜਿਹੜੇ ਆਪੋ ਆਪਣੇ ਕਿਰਤ ਕਰਮ ਹੈਗੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹ ਕੀਤੇ ਕਰਮ ਹੈ ਆਪਣੇ, ਆਪਣਾ ਬਟੂਆ ਹੈ। ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਆਖਰੀ ਦੇ ਵਿੱਚ ਨੁਕਤਾ ਦੇ ਰਹੇ ਕਬੀਰ ਜੀ, ਬਈ ਸਰਦਨ ਕੌਣ ਆ ਕਹਿ ਤੇ ਨਿਰਧਨ ਕੌਣ ਆ ਕਹਿ ਕਬੀਰ। ਨਿਰਧਨ ਹੈ ਸੋਈ, ਜਾਂ ਕੇ ਹਿਰਦੈ ਨਾਮ ਨਾ ਹੋਈ। ਕਹਿੰਦੇ ਉਹ ਆ ਨਿਰਧਨ ਭਾਈ, ਜਿਹੜਾ ਬੰਦਾ ਗਰੀਬ ਹੈਗਾ, ਜਿਹੜਾ ਬੰਦਾ ਫਾਈਨੈਂਸ਼ੀਅਲੀ ਜਿਹੜਾ ਹੈਗਾ ਕਮਜ਼ੋਰ ਹੈਗਾ, ਕਹਿੰਦੇ ਉਹ ਨਿਰਧਨ ਨਹੀਂ ਹੈਗਾ ਜੇ ਉਹਦੇ ਕੋਲ ਨਾਮ ਹੈਗਾ। ਜਿਹੜਾ ਕੋਲ ਪਰਮੇਸ਼ਰ ਦੀ ਬੰਦਗੀ ਹੈਗੀ, ਭਗਤੀ ਹੈਗੀ ਆ, ਧਿਆਨ ਸਿਮਰਨ ਹੈਗਾ, ਕਹਿੰਦੇ ਉਹ ਅਮੀਰ ਹੈਗਾ ਭਾਈ, ਉਹ ਅਮੀਰ ਹੈਗਾ। ਮਾਲਕ ਦੇ ਦਰਬਾਰ ਦੇ ਵਿੱਚ ਪਰਮਾਤਮਾ ਇੱਕ ਗਿਆਨ ਦੇ ਅਨੁਸਾਰ ਕਹਿ ਕਬੀਰ ਨਿਰਧਨ ਹੈ ਸੋਈ, ਜਾਂ ਕੇ ਹਿਰਦੈ ਨਾਮ ਨਾ ਹੋਏ। ਉਹ ਆ ਭਾਈ ਨਿਰਧਨ, ਕੰਗਾਲ, ਜਿਹਦੇ ਕੋਲ ਨਾਮ ਨਹੀਂ ਹੈਗਾ। ਹਾਂਜੀ ਗੁਰਕੀ ਸਾਹਿਬ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਰਹਾਓ। ਹਾਂਜੀ ਆ ਰਹੀ ਆਵਾਜ਼। ਹਾਂਜੀ ਠੀਕ ਹੈ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਆਪਾਂ ਇਸ ਬਾਣੀ ਦਾ ਵਿਚਾਰ ਕਰੀਏ। ਤੇ ਜਦ ਤੱਕ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਹ ਵਿਸਾਖੀ ਇੱਥੇ ਨਹੀਂ ਜੁੜਦੀ, ਉਹਨਾਂ ਚਿਰ ਤੱਕ ਇਹ ਬਾਣੀ ਦੀ ਕਥਾ ਵੀ ਅਧੂਰੀ ਰਹੇਗੀ। ਗੁਰੂ ਨਾਨਕ ਪਾਤਸ਼ਾਹ ਜੀ ਉਸ ਗਰੀਬ ਦੇ ਘਰ ਗਏ ਨੇ ਸਾਹਿਬ, ਬਿਲਕੁਲ। ਇਹ ਭਾਈ ਲਾਲੋ ਦੀ ਰੋਟੀ ਨਹੀਂ ਖਾਧੀ। ਹਾਂਜੀ, ਮਲਕ ਭਾਗੋ ਤੇ ਭਾਈ ਲਾਲੋ। ਹਾਂਜੀ ਵੀਰ ਜੀ, ਹੁਣ ਮੈਨੂੰ ਇਹ ਦੱਸੋ, ਤੁਸੀਂ ਤੁਹਾਨੂੰ ਜਾਂ ਮੈਨੂੰ ਇੱਕ ਕਾਰਡ ਆਇਆ ਹੋਵੇਗਾ ਤਗੜੇ ਬੰਦੇ ਦਾ, ਇੱਕ ਬੰਦੇ ਦਾ ਮਾੜੇ ਦਾ ਵਿਚਾਰੇ ਦਾ ਕਾਰਡ ਆਇਆ ਹੋਵੇ ਕਿ ਸਾਡੇ ਇੱਥੇ ਵਿਆਹ ਤੇ ਆਓ। ਨਿੱਜਰ ਸਾਹਿਬ ਸੇਮ ਟਾਈਮ, ਹਾਂ ਆਪਾਂ ਫਿਰ ਅਮੀਰ ਦੇ ਹੀ ਜਾਵਾਂਗੇ। ਤੇ ਪੰਗਾ ਪੈ ਜਾਣਾ। ਪਰ ਗੁਰੂ ਨਾਨਕ ਸਾਹਿਬ ਨਹੀਂ ਜਾਂਦੇ ਅਮੀਰ ਦੇ। ਹਾਂ ਆਪ ਜਸਟ ਸਮਝਦੇ, ਐਵੇਂ ਥੋੜੀ ਲੱਗੇ ਅਗਲੇ ਉਹ ਬ੍ਰਹਮ ਗਿਆਨੀ, ਬੜੀ ਉੱਚੀ ਗੱਲ। ਹੁਣ ਆਪਾਂ ਆਪਣੇ ਚ ਦੱਸੋ ਕੋਈ ਹੈ ਮਾਈ ਦਾ ਲਾਲਾ ਲਾਲ?
ਹਾਂਜੀ ਫੋਨ ਆ ਗਿਆ। ਹਾਂਜੀ ਹਾਂਜੀ ਆਪਣੇ ਚ ਭਾਈ ਲਾਲ ਹੈਗਾ ਜਿਹੜਾ ਐਡੀ ਹਿੰਮਤ ਕਰੇ, ਇੱਕ ਨਿਰਧਨ ਦੇ ਕੋਲ ਜਾਵੇ, ਉੱਥੇ ਉਹਦੇ ਵਿਆਹ ਤੇ ਅਟੈਂਡ ਕਰੇ, ਜਿੱਥੇ ਬਿਲਕੁਲ ਸਧਾਰਨ ਫੂਡ, ਸਿੰਪਲ ਫੂਡ ਮਿਲੇ ਨਾ ਮਿਲੇ, ਕਿ ਤਾਂ ਦਾਲ ਚੌਲ ਹੀ ਮਿਲੇ। ਦੂਜੀ ਤਰਫ ਬੜੇ ਪਕਵਾਨ ਨੇ, ਬੜੇ ਵੱਡੇ ਪੈਲਸ ਬੁੱਕ ਕੀਤੇ ਹੋਏ ਨੇ, ਉੱਥੇ ਤੁਹਾਨੂੰ ਕਾਫੀ ਕੁਛ ਮਿਲੇਗਾ। ਪਰ ਇੱਥੇ ਬੜੀ ਵੱਡੀ ਗੱਲ ਹੋ ਜਾਣੀ ਹੈ। ਇੱਕ ਤਰਫ ਤੇ ਤੁਸੀਂ ਉਸ ਬੰਦੇ ਨੂੰ ਖੁਸ਼ ਕਰਨਾ ਹੈ, ਤੇ ਦੂਜੀ ਤਰਫ ਉਹ ਗਰੀਬ ਨਹੀਂ ਤੁਸੀਂ ਖੁਸ਼ ਕਰਨਾ, ਉੱਥੇ ਰੱਬ ਬੈਠਾ। ਬੜੀ ਵੱਡੀ ਗੱਲ। ਗੁਰੂ ਨਾਨਕ ਪਾਤਸ਼ਾਹ ਜੀ ਕਿਤੇ ਗਲਤ ਬਿਜ਼ਨਸ ਥੋੜੀ ਖੇਡਦੇ, ਬੜੇ ਜ਼ਬਰਦਸਤ ਬਿਜ਼ਨਸਮੈਨ ਨੇ ਗੁਰੂ ਨਾਨਕ ਪਾਤਸ਼ਾਹ। ਵੱਡੀ ਗੇਮ ਖੇਡਦੇ ਨੇ, ਪਰ ਸਾਡੇ ਵਰਗੇ ਸ਼ਦਾਈ ਵੇਖੀ ਜਾਂਦੇ, ਉਹ ਕਹਿੰਦੇ ਉਹ ਗਰੀਬ ਦੇ ਘਰ ਰੋਟੀ ਖਾਂਦੇ। ਉੱਥੇ ਗੇਮ ਵੇਖੋ ਬੜੀ ਵੱਡੀ ਖੜੀ। ਇੱਕ ਬੰਨੇ ਰੱਬ ਬੈਠਾ, ਇੱਕ ਬੰਨੇ ਸੰਸਾਰ ਦਾ ਅਮੀਰ, ਇੱਕ ਦੁਨੀਆ ਦਾ ਬਾਦਸ਼ਾਹ। ਪਤਾ ਉਹਨੂੰ ਵੀ ਆ ਤੁਸੀਂ ਕੀ ਕਰਦੇ ਫਿਰਦੇ ਜੋ, ਕਹਿੰਦਾ ਪਿਆ ਤੁਹਾਡੇ ਤੇ। ਪਲੀਜ਼ ਧਿਆਨ ਦਿਆ ਕਰੋ। ਆਪਾਂ ਕਥਾ ਕਰਦੇ ਹਾਂ ਜੀ, ਇਹ ਕਥਾ ਵੇਖੋ ਆਪਣੇ ਆਪ ਹੀ ਕਲੀਅਰ ਹੋ ਜਾਣੀ ਸਾਰੀ। ਕਹਿੰਦੇ ਨਿਰਧਨ ਕੋ ਕੋਈ ਆਦਰ ਨਾ ਦੇ। ਆਦਰ ਕਿਉਂ ਨਹੀਂ ਦਿੰਦਾ? ਕਿਉਂਕਿ ਸਾਡੀ ਬੁੱਧੀ ਜਿਹੜੀ ਹੈਗੀ ਨਾ ਬੜੀ ਘਟੀਆ, ਜੜਿਆ। ਇਹਦੀ ਨਜ਼ਰ ਚ ਨਾ ਇਹ ਅਮੀਰ ਪਤਾ ਕਿਹਨੂੰ ਸਮਝਦੀ ਆ? ਜਿਹਦੇ ਕੋ ਧਨ ਆ, ਜਿੱਥੇ ਕੋਈ ਪੈਸਾ ਹੈਗਾ, ਜਿੱਥੇ ਕੋਈ ਉਹਦਾ ਅਹੁਦਾ ਹੈਗਾ, ਉਹਦਾ ਕਰੈਕਟਰ ਭਾਵੇਂ ਇੱਕਦਮ ਘਟੀਆ। ਜਿਹਦੇ ਕੋ ਪੈਸਾ ਹੁੰਦਾ ਉਹਦਾ ਕਰੈਕਟਰ ਜ਼ਿਆਦਾਤਰ ਐਡਾ ਵਧੀਆ ਕਰੈਕਟਰ ਨਹੀਂ ਹੁੰਦਾ ਉਹ। ਕਿਉਂਕਿ ਕੋਈ ਪੈਸਾ ਆਇਆ ਕਿੱਥੋਂ? ਕੁਛ ਤੇ ਗੜਬੜ ਹੈ ਨਾ। ਹੁਣ ਤੁਸੀਂ ਦਿਹਾੜੀ ਕਮਾਉਂਦੇ ਜੋ, ਜਿੰਨੇ ਕੁ ਪੈਸੇ ਕਮਾਉਂਦੇ ਜੋ, ਤੁਸੀਂ ਕਿੰਨੇ ਕੁ ਮਕਾਨ ਲੈ ਲੈਣੇ ਲਓਗੇ? ਕਿੰਨੇ ਕੁ ਲੈ ਲਓਗੇ? ਜ਼ਿਆਦਾ ਨਹੀਂ, ਬਹੁਤ ਘੱਟ। ਤੇ ਤੁਹਾਡੇ ਖਾਤਿਆਂ ਚ ਕਰੋੜਾਂ ਰੁਪਏ ਇਕੱਠੇ ਵੀ ਨਹੀਂ ਹੋਣੇ। ਸਿੰਪਲ ਲਾਈਫ। ਪਰ ਜਿਹੜਾ ਬੰਦਾ ਇੱਕ ਦਿਨਾਂ ਦੇ ਵਿੱਚ ਹੀ, ਸਾਲਾਂ ਦੇ ਵਿੱਚ ਇੰਨਾ ਜ਼ਿਆਦਾ ਧਨ ਕੁਬੇਰ ਇਕੱਠਾ ਕਰ ਰਿਹਾ, ਔਰ ਉਹ ਬੰਦੇ ਕੋਲ ਜਾ ਕੇ ਆਪਾਂ ਕੀ ਵੇਖਦੇ ਆ? ਸਾਨੂੰ ਚਮਕ ਅਟਰੈਕਟ ਕਰਦੀ ਆ, ਪਰ ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਅਟਰੈਕਟ ਕਰਦੀ। ਕਬੀਰ ਸਾਹਿਬ ਨੂੰ ਵੀ ਨਹੀਂ ਕਰੇਗੀ। ਇਹਨੂੰ ਤਾਂ ਬਾਣੀ ਚ ਉਚਾਰਨ ਕਰ ਰਹੇ ਨੇ। ਉਹ ਕਹਿੰਦੇ ਨਿਰਧਨ ਕੋ ਕੋਈ ਆਦਰ ਨਾ ਦੇ। ਪਰ ਆਦਰ ਤੇ ਆਪਾਂ ਦੇਣਾ ਹੈ ਬੰਦੇ ਦੇ ਕਰੈਕਟਰ ਨੂੰ। ਪੈਸੇ ਨੂੰ ਕਾਹਦਾ ਆਦਰ ਦੇਣਾ? ਪੈਸਾ ਤੇ ਕੰਜਰਾਂ ਕੋ ਵੀ ਬਥੇਰਾ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਦੇਖੋ ਜਾ ਕੇ ਕਿੱਡੇ ਕਿੱਡੇ ਅਮੀਰ ਹੈਗੇ ਨੇ ਉਹ ਲੋਕ। ਸਾਰੇ ਕੰਜਰ ਹੈਗੇ, ਸਾਰੇ ਫਿਲਮ ਸਟਾਰ ਦੇਖ ਲਓ। ਇਹਨਾਂ ਲੋਕਾਂ ਦਾ ਕੋਈ ਕਿਰਦਾਰ ਥੋੜੀ ਹੁੰਦਾ। ਉਦਾਂ ਤੁਹਾਨੂੰ ਫਿਲਮ ਦੇ ਵਿੱਚ ਸ਼ੋਅ ਕਰਨਗੇ ਕਿ ਬੜਾ ਪਿੱਤਾ, ਉਹ ਗਰੀਬ ਬੰਦਾ ਸੀ, ਨੌਕਰ ਸੀ ਉਹਦੇ ਘਰੇ, ਉਹਨੂੰ ਉਹਦਾ ਵਿਆਹ ਕਰਤਾ ਕੁੜੀ ਦਾ। ਉਹ ਸਭ ਗੱਲਾਂ ਹੀ ਗੱਲਾਂ। ਉਹ ਪ੍ਰੈਕਟੀਕਲੀ ਇਹ ਲੋਕ ਨਹੀਂ ਡੇ ਕਾਮਯਾਬ ਹੁੰਦੇ। ਚਲੋ 1-2% ਹੋਣਗੇ ਵੀ, ਪਰ ਜ਼ਿਆਦਾਤਰ ਮੈਂ ਇਹ ਕਹਿ ਸਕਦਾ ਮੈਜੋਰਿਟੀ ਆਫ ਦਾ ਪੀਪਲ ਉਹ ਏਦਾਂ ਦੇ ਹੈਗੇ ਨੇ। ਠੀਕ ਹੈ। ਹੁਣ ਕਹਿੰਦੇ ਨਿਰਧਨ ਕੋ ਕੋਈ ਆਦਰ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਔਰ ਤੁਹਾਡੇ ਘਰ ਕੋਈ ਇੱਕ ਆਮ ਸਧਾਰਨ ਜਿਹਾ ਤੁਹਾਡਾ ਰਿਸ਼ਤੇਦਾਰ ਆ ਜੇ, ਜਿਹਨੇ ਬੜੇ ਸਾਦੇ ਜਿਹੇ ਕੱਪੜੇ ਪਾਏ ਹੋਣ। ਇੱਕ ਤਰਫ ਤੁਹਾਡੇ ਘਰ MLA ਆਇਆ ਹੋਵੇ, ਹੁਣ ਤੁਸੀਂ ਕਿੱਧਰ ਜਾਓਗੇ? ਮੈਨੂੰ ਜਵਾਬ ਦਿਓ। ਕਬੀਰ ਸਾਹਿਬ ਜੀ ਦੀ ਗੱਲ ਕਹਿ ਗਏ ਨੇ, ਉਹ ਤੇ ਕਿਸੇ ਨੂੰ ਕਹਿ ਰਹੇ ਨੇ। ਆਪਾਂ ਆਪਣੇ ਤੇ ਗੱਲ ਲੈ ਕੇ ਆਈਏ। ਆਪਣਾ ਇੱਕ ਰਿਸ਼ਤੇਦਾਰ ਉਹ ਵੀ ਆਇਆ, ਇੱਕ ਸਿੰਪਲ ਜਿਹਾ ਵਿਚਾਰਾ ਆਇਆ, ਪਰ ਸਾਡੀ ਨਜ਼ਰ ਚ ਨਾ ਉਸ ਬੰਦੇ ਦੀ ਕੀਮਤ ਨਹੀਂ ਹੈਗੀ। ਉਹਦੇ ਕੱਪੜੇ ਵੇਖੀ ਜਾਣੀ। ਆਪਾਂ ਕਹਿੰਦਾ ਸਾਡੀ ਇਨਸਲਟ ਕਰਨ ਦੇ, ਇਹਨੂੰ ਸਾਈਡ ਤੇ ਕਰੋ ਭਾਈ, ਅੱਗੇ ਪਿੱਛੇ ਕਰ ਦੋ। ਕਿਉਂ? ਕਿਉਂਕਿ ਸਾਨੂੰ ਚਮਕ ਪ੍ਰਭਾਵਿਤ ਕਰਦੀ ਹੈ, ਪਰ ਉਹ ਚੰਗੀ ਚੀਜ਼ ਨਹੀਂ ਹੈਗੀ। ਇਹ ਬਿਲਕੁਲ ਸੱਚ ਆ। ਆਪ ਪਲੀਜ਼ ਦੇਖਿਆ ਕਰੋ, ਕਿੰਨੀਆਂ ਵੀ ਕਥਾ ਕਹਾਣੀਆਂ ਨੇ, ਬੜੀਆਂ ਡੀਪ ਨੇ। ਉਹ ਕਹਿੰਦੇ ਨਹੀਂ ਆ, ਉਹ ਸੰਤ ਨੂੰ ਕਹਿੰਦਾ ਕਿ ਤੁਸੀਂ ਭਈ ਆਓ ਸਾਡੇ ਘਰ ਰੋਟੀ ਖਾ ਕੇ ਜਾਓ। ਕਹਿੰਦਾ ਮੈਂ ਆਵਾਂਗਾ। ਉਹ ਕਿਤੇ ਕੁੱਤਾ ਬਣ ਜਾਂਦਾ ਹੈ, ਕਿਤੇ ਕੁਛ ਬਣ ਜਾਂਦਾ ਹੈ, ਕਿਤੇ ਕੁਛ ਬਣ ਜਾਂਦਾ ਹੈ। ਅਸਲ ਚ ਬਣਿਆ ਨਹੀਂ ਆ। ਉਹ ਕੇਵਲ ਸਾਨੂੰ ਇਹ ਸਿਖਾਉਣਾ ਚਾਹੁੰਦੇ ਨੇ ਕਿ ਤੂੰ ਐ ਨਾ ਸੋਚ ਕਿ ਇਹ ਕੋਈ ਕੁੱਤਾ ਆ ਗਿਆ ਤੇ ਡਾਂਗ ਮਾਰ ਕੇ ਭਜਾ ਦੇ, ਤੂੰ ਲੰਗਰ ਲਾਇਆ। ਨਿੱਜਰ ਸਾਹਿਬ ਬਿਲਕੁਲ। ਤੇਰੀ ਨਜ਼ਰ ਚ ਉਹਨਾਂ ਦੀ ਵੈਲਿਊ ਹੋਣੀ ਚਾਹੀਦੀ ਕਿ ਲੱਖਾਂ ਕੁੱਤੇ ਨੇ, ਪਰ ਇੱਕ ਸਪੈਸ਼ਲ ਕੁੱਤੇ 2-4 ਤੇਰੇ ਘਰੇ ਆ ਗਏ ਆ, ਇਹਨਾਂ ਨੂੰ ਐਜ਼ ਏ ਜੀਵ ਟਰੀਟ ਕਰ। ਆਪਣੀ ਸਮਝੋ, ਇਹ ਬੜੀਆਂ ਗੱਲਾਂ ਗਹਿਰੀਆਂ ਨੇ। ਤੁਸੀਂ ਅੱਖਾਂ ਬੰਦ ਕਰਕੇ ਨਹੀਂ ਲੰਘ ਸਕਦੇ। ਇਹ ਪ੍ਰਕਿਰਤੀ ਹੈ। ਪ੍ਰਕਿਰਤੀ ਤੁਹਾਡੇ ਤੱਕ ਗੱਡ ਕੇ ਬੈਠੀ ਹੈ, ਤੁਹਾਡੇ ਕਰਮਾਂ ਨੂੰ ਦੇਖ ਰਹੀ ਹੈ। ਉਹ
ਕੋਈ ਬੇਵਕੂਫ ਥੋੜੀ ਹੈਗੀ ਆ। ਹੁਣ ਤੁਸੀਂ ਮੈਨੂੰ ਕਹੋਗੇ ਚਰਨਜੀਤ ਹੀ ਸੱਚ ਬੋਲਿਆ, ਮੈਂ ਠੀਕ ਹੈ ਕਹਿੰਦਾ ਸੱਚ ਬੋਲਿਆ, ਪਰ ਸੱਚ ਬੋਲਣ 'ਚ ਬੜਾ ਫਰਕ ਜੇ। ਸੱਚ ਬੋਲੋ ਤੇ ਮੈਨੂੰ ਲੱਗਦਾ ਹੀ ਨਹੀਂ ਕਿ ਦੁਨੀਆ 'ਚ ਕਿਸੇ ਬੰਦੇ ਨੂੰ ਦੁੱਖ ਲੱਗੂਗਾ ਜਾਂ ਬੰਦੇ ਦੇ ਅੰਦਰ ਕੋਈ ਸ਼ਿਕਵਾ ਪੈਦਾ ਹੋਊਗਾ। ਪਰ ਜੇ ਤੁਹਾਡੇ ਦੁਆਰਾ ਬੋਲਿਆ ਸ਼ਿਕਾ ਸੱਚ ਤੇ ਅਗਲੇ ਨੂੰ ਹਰਟ ਕਰ ਰਿਹਾ ਹੈ, ਅਗਲੇ ਨੂੰ ਚੁੱਭ ਰਿਹਾ ਹੈ, ਇਹਦਾ ਮਤਲਬ ਸੱਚ ਨਹੀਂ ਜੇ ਹੈਗਾ ਉਹ। ਬੇਸ਼ੱਕ ਤੁਸੀਂ ਸੱਚ ਬੋਲ ਰਹੇ ਹੋ, ਪਰ ਤੁਸੀਂ ਕੁਝ ਰਲਾ ਦਿੱਤਾ ਉਹਦੇ ਵਿੱਚ, ਪਾਤਾ ਹੈ ਕੁਛ ਮਸਾਲਾ, ਇਹਨੂੰ ਤਾਂ ਚੁੱਭ ਰਿਹਾ। ਸੱਚ ਤੇ ਵੈਸੇ ਵੀ ਨਹੀਂ ਕਿਸੇ ਨੂੰ ਕੁਝ ਕਹਿੰਦਾ। ਸੱਚ ਨੂੰ ਬੋਲੋਗੇ ਤੇ ਅਗਲੇ ਦਾ ਭਲਾ ਹੋਊਗਾ। ਪਰ ਜੇ ਅਸੀਂ ਗੱਲ ਕਰ ਰਹੇ ਹਾਂ ਤੁਕ ਦੇ ਵਿੱਚ ਅਗਲੇ ਨੂੰ ਇੱਕ ਮਿਹਣੇ ਦੇ ਤੌਰ ਤੇ, ਨਿੱਜਾ ਸਾਹਿਬ ਐਸੇ ਸੱਚ ਦੇ ਨਾਲੋਂ ਤੁਸੀਂ ਪਲੀਜ਼ ਸੱਚ ਨਾ ਬੋਲਿਆ ਕਰੋ, ਮੈਂ ਤੇ ਕਹਿੰਦਾ ਜੀ। ਬਿਲਕੁਲ, ਕਿਉਂਕਿ ਤੁਸੀਂ ਐਵੇਂ ਆੜ ਲੈ ਰਹੇ ਜੋ ਮੈਂ ਸੱਚ ਬੋਲ ਰਿਹਾ, ਅਸਲ ਤੁਸੀਂ ਸੱਚ ਨਹੀਂ ਬੋਲ ਰਹੇ, ਤੁਸੀਂ ਇੱਕ ਆਪਣਾ ਉੱਲੂ ਸਿੱਧਾ ਕਰ ਰਹੇ ਜੋ ਵਿੱਚ। ਨਹੀਂ ਨਾਲੇ ਆਪਣੀ ਜਿਹੜਾ ਅਗਲੇ ਦੇ ਜਿਹੜੇ ਹੈਗੇ ਤੁਸੀਂ ਜਿਹੜਾ ਹਿਰਦਾ ਪੂਰਾ ਵਲੁੰਦਰ ਦਿੰਦੇ ਹੋ, ਹਿਰਦਾ ਵਿੰਨ ਦਿੰਦੇ ਹੋ ਤੁਸੀਂ ਜਿਹੜਾ ਸੱਚ ਬੋਲ ਕੇ ਅਗਲੇ ਦੇ ਜਿਹੜਾ ਹੈਗਾ ਪੂਰਾ ਪਤਾ ਨਹੀਂ ਉਹ ਕਿੰਨੇ ਕੁ ਦਿਨ ਤੱਕ ਤੁਹਾਡੇ ਸੱਚ ਦੇ ਨਾਲ ਜਿਹੜਾ ਹੈ ਵਿਚਾਰਾ ਦੁਖੀ ਹੁੰਦਾ ਰਹੂਗਾ। ਹਾਂਜੀ, ਇੱਥੇ ਜਿਹੜਾ ਸੱਚ ਬੋਲਦੇ ਨਾ ਆਪਾਂ, ਸੱਚ ਨੂੰ ਤਨਜ ਦੇ ਲਹਿਜੇ ਨਾਲ ਨਹੀਂ ਬੋਲਣਾ। ਜੇ ਆਪਾਂ ਸੱਚ ਨੂੰ ਤਨਜ ਦੇ ਲਹਿਜੇ ਨਾਲ ਬੋਲ ਰਹੇ ਹਾਂ ਤੇ ਫਿਰ ਉਹ ਸੱਚ ਨਹੀਂ ਹੈਗਾ। ਐਵੇਂ ਆਪਣੇ ਆਪ ਨੂੰ ਤੁਸੀਂ ਧੋਖਾ ਨਾ ਦਿਓ ਕਿ ਮੈਂ ਬੜਾ ਸੱਚਾ ਤੇ ਬੜੀਆਂ ਵਧੀਆ ਸੁਥਰੀਆਂ ਗੱਲ ਕਰ ਰਿਹਾ। ਤੁਸੀਂ ਸੱਚ ਨੂੰ ਵਰਤ ਰਹੇ ਜੋ, ਤੁਸੀਂ ਸੱਚ ਨੂੰ ਬੋਲ ਨਹੀਂ ਰਹੇ ਜੋ। ਨਿੱਜਾ ਸਾਹਿਬ ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਅਗਲੇ ਦੇ ਆਪਾਂ ਅਵਗੁਣ ਜਿਹੜੇ ਹੈਗੇ ਉਹ ਉਜਾਗਰ ਕਰ ਰਹੇ ਹਾਂ ਔਰ ਆਪਣੇ ਅਵਗੁਣ ਦੇਖ ਹੀ ਨਹੀਂ ਰਹੇ ਆਪਾਂ। ਹਾਂਜੀ ਵੀਰ। ਹਾਂ, ਬਸ ਇਹ ਕਿ ਅਗਲੇ ਦੀ ਲਕੀਰ ਨੂੰ ਆਪਾਂ ਛੋਟਾ ਕਰ ਰਹੇ। ਔਰ ਇੱਕ ਕਹਾਣੀ ਤੁਹਾਨੂੰ ਮੈਂ ਸੁਣਾਉਣਾ, ਮਹਾਤਮਾ ਬੁੱਧੀ ਕਹਾਣੀ ਹੈ। ਇੱਕ ਵਿਚਾਰੀ ਦੇ ਮਾੜੇ ਕਰਮ ਸੀ, ਉਹ ਦੇਹ ਵਪਾਰ ਕਰਦੀ ਸੀ ਕੁੜੀ, ਉਹਨੂੰ ਕਹਿੰਦੇ ਮਾਰ ਦੇਣਾ, ਤੇ ਮਾਰ ਰਹੇ ਤੇ ਪੱਥਰ ਮਾਰ ਰਹੇ ਸੀ। ਨਹੀਂ, ਇਹ ਉਹਨਾਂ ਮਹਾਤਮਾ ਬੁੱਧ ਦੀ ਨਹੀਂ ਹੈ ਜੀ, ਉਹਨਾਂ ਦੀ ਹੈਗੀ ਈਸਾ ਮਸੀਹ ਦੀ ਕਹਾਣੀ ਆ ਇਹ, ਕ੍ਰਾਈਸਟ ਦੀ। ਹਾਂਜੀ ਹਾਂਜੀ ਹਾਂ, ਏਦਾਂ ਦੇ ਕੋਈ ਸੰਤ ਦੀ ਸੀ। ਹਾਂਜੀ, ਕ੍ਰਾਈਸਟ ਦੀ ਹੈ। ਹਾਂਜੀ, ਫਿਰ ਉਹ ਪੱਥਰ ਮਾਰ ਰਹੇ ਸੀ, ਉਹ ਇੱਥੇ ਪਹੁੰਚ ਗਏ, ਕਹਿੰਦੇ ਕਿ ਹਾਂ ਵੀ ਇਹਨੂੰ ਪੱਥਰ ਤੇ ਮਾਰਨੇ ਚਾਹੀਦੇ ਨੇ। ਠੀਕ ਹੈ, ਪਰ ਕਹਿੰਦਾ ਪੱਥਰ ਉਹ ਮਾਰੇ ਜਿਹਨੇ ਏਦਾਂ ਦਾ ਕੋਈ ਮਾੜਾ ਕੰਮ ਨਹੀਂ ਕੀਤਾ। ਹੁਣ ਦੇਖੀ ਆਪਾਂ ਲੋਕਾਂ ਨੂੰ ਮਾੜੇ ਕਹਿ ਦਿੰਦੇ ਆ ਕਿ ਉਹਦਾ ਕਰੈਕਟਰ ਖਰਾਬ, ਉਹਦਾ ਕਰੈਕਟਰ ਖਰਾਬ, ਉਹ ਚਰਿੱਤਰਹੀਨ। ਪਲੀਜ਼ ਇੱਕ ਸੈਕਿੰਡ ਨਹੀਂ ਆਪਾਂ ਆਪਣੀ ਨਜ਼ਰ ਮਾਰੀਏ ਜੀਵਨ ਤੇ, ਆਪਾਂ ਕਿੰਨੇ ਕੁ ਦੁੱਧ ਦੇ ਧੁਲੇ ਆ। ਬਿਲਕੁਲ ਸਹੀ ਗੱਲ ਹੈ ਨਿੱਜਾ ਸਾਹਿਬ, ਬਿਲਕੁਲ ਸਹੀ ਹੈ। ਜੇ ਆਪਾਂ ਆਪਣੇ ਅਵਗੁਣ ਥੋੜੇ ਜਿਹੇ ਲੁਕੇ ਨੇ, ਆਪਾਂ ਥੋੜੇ ਚਲਾਕ ਆ, ਕੰਮ ਤੇ ਆਪਾਂ ਵੀ ਉਹ ਕੀਤਾ ਸੀ, ਪਰ ਸਾਡਾ ਲੋਕਾਂ ਨੂੰ ਪਤਾ ਨਹੀਂ ਲੱਗਿਆ। ਉਹ ਵਿਚਾਰਾ ਫੜਿਆ ਗਿਆ, ਰੌਲਾ ਪੈ ਗਿਆ। ਪਰ ਜਦੋਂ ਆਪਾਂ ਇੰਨਾ ਸੋਚਦੇ ਹਾਂ ਨਾ, ਇਹ ਨਹੀਂ ਮੈਂ ਕਹਿੰਦਾ ਕਿ ਅਸੀਂ ਮਤਲਬ ਸਾਨੂੰ ਆਪਣੇ ਆਪ ਨੂੰ ਪ੍ਰਗਟ ਕਰ ਦੇਣਾ ਚਾਹੀਦਾ। ਪ੍ਰਗਟ ਕਰਨਾ ਕੋਈ ਫਰਕ ਨਹੀਂ ਪੈਂਦਾ, ਪਰ ਕਹਿਣ ਤੋਂ ਭਾਵ ਹੈ ਕਿ ਬੋਲਣ ਤੋਂ ਪਹਿਲਾਂ ਸਾਨੂੰ ਇਹ ਵਿਚਾਰ ਕਰਨੀ ਚਾਹੀਦੀ ਆ ਕਿ ਓਦਾਂ ਦਾ ਕਰਮ ਕੁਝ ਅੱਜ ਤੋਂ ਪਹਿਲਾਂ ਮੈਂ ਤੇ ਨਹੀਂ ਕੀਤਾ। ਜੇ ਮੈਂ ਕੀਤਾ ਤਾਂ ਫਿਰ ਮੈਨੂੰ ਆਪਣਾ ਮੂੰਹ ਜਿਹੜਾ ਹੈਗਾ ਉਹਨੂੰ ਬੰਦ ਰੱਖਣਾ ਚਾਹੀਦਾ, ਨਹੀਂ ਖੋਲਣਾ ਚਾਹੀਦਾ। ਕਿਉਂਕਿ ਜਿਹੜਾ ਸਾਧਕ ਹੁੰਦਾ ਨਾ, ਬੜਾ ਸੋਚਦਾ ਹੈ, ਵਿਚਾਰਦਾ, ਫਿਰ ਬੋਲਦਾ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਕੀ ਬੋਲ ਰਿਹਾ। ਪਰ ਜੇ ਆਪਾਂ ਉਹ ਗੁਣ ਸਾਡੇ ਚ ਹੈਗੇ ਆ, ਪਰ ਆਪਾਂ ਲੋਕਾਂ ਲਈ ਬੋਲ ਰਹੇ ਹਾਂ ਉਹ ਜਿਹੜੇ ਔਗਣ, ਫਿਰ ਤੋਂ ਚੰਗੀ ਗੱਲ ਥੋੜੀ ਹੈ। ਸੰਗਤ ਜੀ, ਇੱਥੇ ਕਹਿਣ ਤੋਂ ਭਾਵ ਹੋਈ ਆ, ਹੁਣ ਕਹਿੰਦੇ ਨਿਰਧਨ ਕੋ ਆਦਰ ਕੋਈ ਨਾ ਦੇ। ਕੋਈ ਆਦਰ ਨਹੀਂ ਦਿੰਦਾ ਜੀ, ਕੋਈ ਇੱਜ਼ਤ ਮਾਨ ਨਹੀਂ ਦਿੰਦਾ, ਕਿਉਂਕਿ ਇੱਜ਼ਤ ਮਾਨ ਦੇਣ ਦੇ ਲਈ ਜਿਹੜੀ ਸਾਡੀ ਬੁੱਧੀ ਹੈਗੀ ਆ ਉਹ ਭ੍ਰਿਸ਼ਟ ਹੈ। ਉਹ ਪਰਮਾਤਮਾ ਨੂੰ ਛੱਡ ਦਿੰਦੀ ਹੈ ਔਰ ਸੰਸਾਰ ਦੇ ਠੱਗਾਂ ਨੂੰ ਇੱਜ਼ਤ ਦਿੰਦੀ ਆ। ਬਾਣੀ ਚ ਪਹਿਲਾਂ ਵੀ ਕਥਾ ਆਈ ਸੀ ਇੱਕ ਵਾਰੀ, ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸ਼ਾਇਦ, ਉਹ ਕਹਿੰਦੇ ਕਿ ਤੂੰ ਕਹਿੰਦਾ ਕਿ ਇਹ ਹੈ ਉਹ ਹੈ, ਤੇ ਫਿਰ ਇਹਨਾਂ ਦੇ ਘਰ ਤੂੰ ਪੂਜਾ ਕਰਕੇ ਪੈਸੇ ਕਿਉਂ ਲੈ ਕੇ ਆਉਣਾ ਅਮੀਰਾਂ ਦੇ ਘਰੋਂ? ਪਤਾ ਹੈ ਕਿ ਇਹਨਾਂ ਦੇ ਕੰਮ ਸਹੀ ਨਹੀਂ ਹੈ। ਬਿਲਕੁਲ ਸਹੀ ਗੱਲ ਹੈ। ਪਤਾ ਹੁੰਦੀ ਨੇ ਜਿਸ ਆਈ ਨਾ ਪਹਿਲਾਂ ਵਿਚਾਰ ਹੋਈ ਸੀ। ਬਿਲਕੁਲ, ਹਾਂਜੀ ਬਿਲਕੁਲ ਸਹੀ ਹੈ। ਇਹਨਾਂ ਦਾ ਧਨ ਤੇ ਲਈ ਤੁਹਾਨੂੰ ਵਧੀਆ, ਹਾਂ ਤੁਹਾਨੂੰ ਵਧੀਆ ਇਹਨਾਂ ਦਾ। ਹਾਂ, ਹੁਣ ਇੱਥੇ ਸਾਡੇ ਲਈ ਵੀ ਹੈ ਕਿ ਜਦੋਂ ਅਸੀਂ ਧਨ ਦੀ ਗੱਲ ਕਰਦੇ ਹਾਂ ਤੇ ਫਿਰ ਭਾਵੇਂ ਚੋਰ, ਠੱਗ, ਜਿਹੜਾ ਮਰਜ਼ੀ ਪੈਸਾ ਦੇ ਦੇ, ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਅਸੀਂ ਕਥਾ ਕਰਨੀ, ਅਸੀਂ ਕਹਿਣਾ ਹੈ ਮਾੜਾ ਚੀਜ਼, ਉਹ ਚੀਜ਼ ਚੰਗੀ ਥੋੜੀ ਹੈ। ਇਸ ਹਿਸਾਬ ਨਾਲ ਚੱਲੀਏ ਨਾ ਆਪਾਂ। ਠੀਕ ਹੈ ਜੀ, ਕਹਿੰਦੇ ਲੱਖ ਯਤਨ ਕਰੇ ਉਹ ਚਿੱਤ ਨਾ ਤਰੇ। ਲੱਖ ਯਤਨ ਕੀ ਹੈ? ਆਪਾਂ ਐਸੇ ਗਰੀਬ ਬੰਦੇ ਲਵੇਂਦੇ ਨਹੀਂ, ਆਪਾਂ ਕਹਿੰਦੇ ਭਰਾਵਾ ਇਹ ਅੱਗੇ ਪਿੱਛੇ ਹੋ ਜਾਂਦੇ, ਰੇਚ ਚੱਲ ਜੇ, ਮੈਨੂੰ ਸੱਦਣਾ ਨਹੀਂ ਚਾਹੀਦਾ।
ਪਰ ਕੀ ਕਰੀਏ, ਮਜਬੂਰੀ ਹੈਗੀ, ਰਿਸ਼ਤੇਦਾਰ ਹੈਗਾ ਸਾਡਾ, ਬਿਲਕੁਲ। ਪਰ ਤੁਹਾਨੂੰ ਤੋਹਫੇ ਨਹੀਂ ਦੇ ਸਕਦਾ। ਕਿੱਥੋਂ ਤੋਂ ਕੋ ਪੈਸੇ ਹੀ ਨਹੀਂ ਹੈਗੇ। ਮਾੜਾ ਮੋਟਾ 100, 150, 200 ਦਾ ਸੂਟ ਦਊਗਾ। ਜਿੰਨੇ ਕੋਲ ਚੋਰੀ ਕਰਕੇ ਥੋੜੀ ਤੁਹਾਨੂੰ ਇੱਥੇ 10,000 ਦਾ ਸੂਟ ਦੇ ਜਾਂ ਤੁਹਾਨੂੰ ਸੋਨੇ ਦਾ ਕੜਾ ਪਾ ਦੇ, ਤੁਸੀਂ ਤੇ ਉਹਨੂੰ ਹੀ ਪਸੰਦ ਕਰਨਾ ਨਾ ਜਿੰਨੇ ਤੁਹਾਡੇ ਗੋਡੇ ਤੇ ਕੜਾ ਪਾ ਗਿਆ, ਤੁਹਾਡੇ ਮੁੰਡੇ ਨੂੰ ਕੁੜੀ ਨੂੰ ਕੀ ਹਾਰ ਪਾ ਗਿਆ, ਕੋਈ ਗਿਫਟ ਦੇ ਗਿਆ, ਤੁਸੀਂ ਉਹਨੂੰ ਲਾਈਕ ਕਰੋਗੇ। ਉਹਨੂੰ ਵਿਚਾਰੇ ਨੂੰ ਕਿੱਥੋਂ ਲਾਈਕ ਕਰੋਗੇ ਜਿਹਦੇ ਕੋਲ ਪੈਸਾ ਹੀ ਨਹੀਂ ਹੈਗਾ। ਇਹਨੇ ਸਗਨ ਨਹੀਂ ਪਾਉਣਾ, ਉਹ ਤੋਂ ਰਾਸ਼ਨ ਖਾਏ ਨਾ। ਪਰਮਾਤਮਾ ਜਿਹੜਾ ਹੈਗਾ ਨਾ, ਉਹ ਤਾਂ ਜਿਹੜਾ ਬੰਦਾ ਰਿਕਸ਼ਾ ਵਾਹ ਕੇ ਨਾ 1 ਰੁਪਈਆ ਜਿਹੜਾ ਹੈਗਾ ਚੜਾਉਂਦਾ ਹੈ ਨਾ, ਉਹਦਾ ਰੁਪਈਆ ਭਾਰੂ ਹੈਗਾ। ਇਹਨਾਂ ਦੇ ਜਿਹੜੇ ਆ 2.5 ਕਰੋੜ ਦੀ ਪਾਲਕੀ ਤੋਂ ਉਹਦਾ ਰੁਪਈਆ ਭਾਰੂ ਆ। ਹਾਂ ਬੰਦਾ ਪਰ ਸਾਨੂੰ ਨਹੀਂ ਨਾ ਦੇਖਦਾ, ਅਸੀਂ ਤੇ ਅੰਨੇ ਹੈਗੇ। ਸਾਡੀਆਂ ਅੱਖਾਂ ਤੇ ਖੋਪੇ ਚੜੇ ਹੋਏ ਨੇ ਸਭ, ਤੇ ਉਹ ਖੋਪੇ ਚੜੇ ਉਹ ਕਹਿੰਦੇ ਚੰਗੇ ਨਹੀਂ, ਉਹਨਾਂ ਨੂੰ ਲਾਓ। ਇਹੋ ਸਮਝਾਉਣਾ ਚਾਹੁੰਦੇ ਨੇ ਕਿ ਪਲੀਜ਼ ਵਾਚ ਕਰੋ, ਇਹ ਗੱਲ ਸਾਡੇ ਤੇ ਆ ਜਾਣੀ ਆ। ਉਹ ਕਿਸੇ ਦੂਜੇ ਦੀ ਗੱਲ ਨਹੀਂ ਚੱਲ ਰਹੀ। ਅੱਜ ਤੱਕ ਬਾਣੀ ਤੇ ਜੋ ਵੀ ਲਫ਼ਜ਼ ਬੋਲਿਆ, ਇਟ ਨੈਵਰ ਸੈਡ ਫॉर ਅਦਰ ਪੀਪਲ। ਇਹ ਕੇਵਲ ਸਾਨੂੰ ਸਮਝਾਇਆ ਹੈ। ਸਾਨੂੰ ਡਾਇਰੈਕਟਲੀ ਬਾਣੀ ਗੱਲ ਕਰਦੀ ਹੈ, ਕਮਿਊਨੀਕੇਟ ਕਰਦੀ ਹੈ ਤੁਹਾਡੇ ਨਾਲ, ਮੇਰੇ ਨਾਲ, ਨਿੱਜਰ ਸਾਹਿਬ ਨਾਲ। ਹਾਂ, ਜਿਹੜਾ ਵੀ ਬਾਣੀ ਨੂੰ ਵਾਚਦਾ ਹੈ, ਪੜ੍ਹਦਾ ਹੈ, ਸੁਣਦਾ ਹੈ, ਉਹਦੇ ਵਾਸਤੇ ਹੈ ਬਾਣੀ। ਬਾਣੀ ਸਿਰਫ ਆਪਾਂ ਸੋਚੀਏ ਮੇਰੇ ਵਾਸਤੇ ਹੀ ਹੈ, ਬਸ ਆਪਾਂ ਆਪਣੇ ਚੇਂਜ ਕਰਨਾ ਇਸ ਬਾਣੀ ਦੇ ਅਨੁਸਾਰ। ਹਾਂਜੀ ਗੁਰੂ ਸਾਹਿਬ। ਹਾਂ, ਦੂਜੇ ਬੰਦੇ ਦੀ ਕਿਤੇ ਗੱਲ ਨਹੀਂ ਹੋਈ। ਠੀਕ ਹੈ ਜੀ, ਹੁਣ ਅੱਗੇ ਤੋਂ ਬੋਲੋ ਨਿੱਜਰ ਸਾਹਿਬ। ਜੋ ਨਿਰਤਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਕਿ ਨਿਰਤਨ ਵਿਚਾਰਾ ਜਾਂਦਾ ਹੈ, ਉਹਦੀ ਸੁਣਦਾ ਹੀ ਨਹੀਂ ਅਗਲਾ, ਮੂੰਹ ਫੇਰ ਲੈਂਦਾ ਹੈ, ਪਿੱਠ ਫੇਰ ਲੈਂਦਾ ਹੈ। ਹਾਂਜੀ, ਇਹ ਬੰਦਾ ਤੁਸੀਂ ਵੇਖੋ, ਜਦੋਂ ਕੋਈ ਅਮੀਰ ਬੰਦਾ ਕਿ ਧਾਰਮਿਕ ਸਥਾਨ ਤੇ ਜਾਂਦਾ ਹੈ, ਕਿ ਕਿੱਦਾਂ ਉਹ ਇੱਥੇ ਦੇ ਜਿਹੜੇ ਬੰਦੇ ਹੁੰਦੇ ਨੇ, ਕਿੱਦਾਂ ਉਹਦੇ ਗਲ 'ਚ ਖੇਕਣ ਕਰਦੇ ਨੇ, ਹਾਰ ਪਾਉਂਦੇ ਨੇ, ਨਾਟਕ ਕਰਦੇ ਨੇ। ਤੇ ਆਮ ਸਧਾਰਨ ਬੰਦਾ ਜਿਹਨੇ ਨਹੀਂ ਪੈਸਾ ਚਾੜਨਾ, ਕੋਈ ਆਮ ਹੀ ਬੰਦਾ, ਉਹਦਾ ਆਪਣਾ ਦਾਲ ਫੁਲਕਾ ਬੜੀ ਮੁਸ਼ਕਿਲ ਨਾਲ ਚੱਲਣ ਦਿਆ, ਉਹਨੂੰ ਕਿੰਨਾ ਕਮਾਨ ਮਿਲਦਾ? ਨਹੀਂ ਮਿਲੇਗਾ, ਕਿਉਂਕਿ ਜਿਹੜੇ ਬੈਠੇ ਨੇ ਉਹ ਪਖੰਡੀ ਨੇ, ਉਹ ਨਾਟਕ। ਬਿਲਕੁਲ। ਔਰ ਏਦਾਂ ਹੁੰਦਾ, ਤੁਸੀਂ ਦੇਖੋਗੇ ਇਹਦੇ 'ਚ ਕੋਈ ਦੋ ਰਿਹਾ ਨਹੀਂ। ਕਹਿੰਦੇ ਜਿਉਂ ਨਿਰਤਨ ਸਰਦਨ ਕਹਿ ਜਾਏ, ਆਗੇ ਬੈਠੇ ਪੀਠ ਤੇ। ਉਹ ਕਹਿੰਦਾ ਕਿ ਜਦੋਂ ਜਾਂਦਾ ਹੈ ਵੀ ਆ ਤਗੜੇ ਬੰਦੇ ਕੋਲ, ਉਹ ਅਗਲਾ ਮੂੰਹ ਹੀ ਨਹੀਂ ਘੁਮਾ ਲੈਂਦਾ, ਉਹ ਗੱਲ ਹੀ ਨਹੀਂ ਕਰਦਾ ਉਹਦੇ ਨਾਲ, ਕਿਉਂਕਿ ਉਹਦੀ ਵੈਲਿਊ ਜਿਹੜੀ ਹੈਗੀ ਹੈ ਨਾ, ਉਹ ਨਹੀਂ ਕਰਦਾ। ਪਰ ਉਹ ਨਹੀਂ ਸਮਝਦਾ ਹੈ ਇਹ ਬੰਦਾ ਕੋਈ ਆਮ ਬੰਦਾ ਨਹੀਂ, ਇਹ ਪ੍ਰਕਿਰਤੀ ਦੇ ਵਿੱਚ ਇੱਕ ਵੱਖਰੀ ਰੂਹ ਹੈਗੀ ਹੈ। ਜਦੋਂ ਤੁਸੀਂ ਸਮ ਦ੍ਰਿਸ਼ਟੀ ਦੇ ਮਾਲਕ ਹੋ ਗਏ ਨਾ, ਤੇ ਨਿੱਜਰ ਸਾਹਿਬ ਤੁਹਾਡੀ ਨਜ਼ਰ ਦੇ ਵਿੱਚ ਜਿਹੜਾ ਤਰਾਜੂ ਹੈਗਾ ਨਾ, ਉਹ ਤਰਾਜੂ ਨਹੀਂ ਤੁਹਾਡੇ ਕੋਲ ਰਹਿਣਾ। ਬਿਲਕੁਲ ਸਹੀ ਗੱਲ ਹੈ। ਤੇ ਜੇ ਤੁਹਾਡੀ ਨਜ਼ਰ ਅਜੇ ਚੱਕ ਰਹੀ ਆ ਇਹ ਚੀਜ਼ ਨੂੰ, ਸੁੱਟ ਰਹੀ ਹੈ ਇਹ ਚੀਜ਼ ਨੂੰ, ਅਜੇ ਤੇ ਮਸਲਾ ਹੈ, ਬਹੁਤ ਵੱਡਾ ਮਸਲਾ ਹੈ। ਉਹ ਸਮ ਦ੍ਰਿਸ਼ਟੀ ਨਹੀਂ ਹੋਈ, ਦਿੱਲੀ ਦੂਰ ਆ। ਅਜੇ ਤੁਸੀਂ ਰਾਜ ਦੇ ਫਿਰਦੇ ਜਲੰਧਰ ਲਾਗੇ। ਤੇ ਜੇ ਤੇ ਸਮ ਦ੍ਰਿਸ਼ਟੀ ਹੋ ਗਈ ਆ ਤੇ ਫਿਰ ਤੁਹਾਡੇ ਪੱਲੇ ਕੁਛ, ਫਿਰ ਕਾਫੀ ਪੱਲੇ ਕੁਛ ਆ ਗਿਆ ਹੈ, ਕਿਉਂਕਿ ਉਹ ਜਿਹੜਾ ਸ਼ੀਸ਼ਾ ਹੈ ਜਿੱਥੇ ਤੁਸੀਂ ਵਹਿੰਦੇ ਪਏ ਜੋ, ਉਹ ਕਲੀਅਰ ਹੋ ਗਿਆ। ਉਹਦੇ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਕੋਈ ਵਰਕਾ ਨਹੀਂ ਰਹਿ ਗਿਆ। ਹੁਣ ਚੇਤਨਾ ਬਹਿ ਗਈ ਆਤਮਾ ਦੀ, ਔਰ ਆਤਮਾ ਤੇ ਪਦਾਰਥ ਨੂੰ ਤੇ ਲਾਇਕ ਨਹੀਂ ਕਰਦੀ। ਉਹ ਤੇ ਗੱਲ ਕਰਦੀ ਕਿ ਤੇਰੇ ਕੋਲ ਪੱਲੇ ਕੀ ਹੈ ਚਰਨਜੀਤ, ਤੇਰਾ ਜੀਵਨ ਕੀ ਹੈ? ਤੂੰ ਕਿਤੇ ਪਖੰਡੀ ਜਾਂ ਢੋਂਗੀ ਤੇ ਨਹੀਂ ਹੈਗਾ, ਨਾਟਕ ਤੇ ਨਹੀਂ ਕਰੀ ਜਾਂਦੇ, ਅਸਲੀ ਕੀ ਹੈ ਤੂੰ? ਬਿਲਕੁਲ ਅਸਲੀ ਤੇ ਫਿਰ ਮੈਂ ਜਦੋਂ ਸਵੇਰੇ ਨਿਕਲਦਾ ਤਾਂ ਉਸ ਤੋਂ ਬਾਅਦ ਹੀ ਤੇ ਮੇਰਾ ਇਮਤਿਹਾਨ ਸ਼ੁਰੂ ਹੁੰਦਾ। ਫਿਰ ਮੈਨੂੰ ਸ਼ਾਮ ਤੱਕ ਪਤਾ ਲੱਗ ਜਾਂਦਾ ਮੇਰੇ ਪੱਲੇ ਕੀ ਹੈ। ਉਹ ਪ੍ਰਕਿਰਤੀ ਨੂੰ ਝੂਠ ਥੋੜੀ ਮੈਂ ਮਾਰ ਸਕਦਾ, ਤੁਹਾਨੂੰ ਤਾਂ ਮਾਰ ਦੂੰਗਾ, ਨਿੱਜਰ ਸਾਹਿਬ ਨੂੰ ਮਾਰ ਦੂੰਗਾ, ਇੱਥੇ ਵਧੀਆ ਗੱਲਾਂ ਕਰ ਦੂੰਗਾ। ਪਰ ਜਦੋਂ ਮੇਰਾ ਪ੍ਰੈਕਟੀਕਲ ਚੱਲਿਆ ਫਿਰ ਕਾਫੀ ਸੀਰੀਅਸ ਮੈਟਰ ਹੈ। ਉਹ ਪ੍ਰਕਿਰਤੀ ਇਹੋ ਕੁਝ ਦੇਗੀ। ਠੀਕ ਹੈ ਜੀ, ਅੱਗੇ ਚੱਲੀਏ। ਜੋ ਸਰਦਨ ਨਿਰਦਨ ਕਹਿ ਜਾਏ। ਦੇਖ ਲਓ, ਜਿਹੜਾ ਅਮੀਰ ਬੰਦਾ ਗਰੀਬ ਦੇ ਕੋਲ ਜਾਂਦਾ ਹੈ, ਵਿਚਾਰਾ ਗਰੀਬ ਦੋਨੋਂ ਹੱਥਾਂ ਤੇ ਚੱਕ ਲੈਂਦਾ, ਸਿਰ ਤੇ ਚੱਕ ਲੈਂਦਾ ਉਹਨੂੰ। ਦੀਆ ਆਦਰ ਲਿਆ ਬੁਲਾਏ, ਕਹਿੰਦੇ ਆਦਰ ਦਿੰਦਾ ਹੈ, ਬੁਲਾਉਂਦਾ ਹੈ ਉਹਨੂੰ, ਉਹਦੀ ਗੱਲ ਸੁਣ ਕੇ ਉਹਦੀ ਮਦਦ ਕਰਦਾ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਗਰੀਬ ਦੇ ਘਰ ਜਦੋਂ ਕੋਈ ਅਮੀਰ ਆ ਜਾਂਦਾ ਹੈ ਤਾਂ ਉਹ ਵਿਚਾਰਾ ਬੜਾ ਖੁਸ਼ ਹੁੰਦਾ ਹੈ। ਉਹ ਕਹਿੰਦਾ ਕੀੜੀ ਦੇ ਘਰ ਨਰੈਣ ਆ ਗਿਆ, ਚੁੱਕੀ ਫਿਰਦਾ ਉਹਨੂੰ, ਹਨਾ। ਬਿਲਕੁਲ। ਪਰ ਉਹ ਨਰੈਣ ਆਪਣੀ ਔਕਾਤ ਕਿਉਂ ਭੁੱਲ ਜਾਂਦਾ ਹੈ ਕਿ ਮੈਂ ਇਸ ਕੀੜੀ ਦੇ ਘਰ ਗਿਆ ਤੇ ਮੇਰੀ ਇੱਜ਼ਤ ਕਰਦਾ ਹੈ, ਪਰ ਜੇ ਕੀੜੀ ਮੇਰੇ ਘਰ ਆਉਂਦੀ ਹੈ ਤੇ ਮੈਂ ਕਿਉਂ ਨਹੀਂ ਉਹ ਕੁਝ ਕਰ ਪਾਉਂਦਾ। ਇੱਥੇ ਸੱਚ ਨੂੰ ਵਿਚਾਰਨ ਦੀ ਲੋੜ ਆ। ਏਦਾਂ ਕਿਉਂ ਕਰਦਾ ਇਨਸਾਨ?
ਕਿਉਂਕਿ ਇਨਸਾਨ ਬਹੁਤ ਗਰੀਬ ਹੈ, ਬਹੁਤ ਗਰੀਬ। ਇਹਦੀ ਨਜ਼ਰ 'ਚ ਬਹੁਤ ਜੋ ਕੀਮਤੀ ਚੀਜ਼ ਹੈ ਉਹ ਬਾਹਰੀ ਪਦਾਰਥ। ਤੇ ਗੁਰੂਆਂ ਕੋਲ ਤੇ ਪੈਸੇ ਹੀ ਨਹੀਂ ਸਨ। ਕਬੀਰ ਸਾਹਿਬ ਕੋਲ ਕਿਤੇ ਕਿੰਨਾ ਕੁ ਪੈਸਾ ਹੈ। ਹੁਣ ਉਹਨਾਂ ਦੀ ਕਿਹੜੀ ਇੱਥੇ 500 ਮਜ਼ਦੂਰਾਂ ਦੀ ਕੋਈ ਉੱਥੇ ਫੈਕਟਰੀ ਚੱਲਣ ਦੀ ਜਿਹਦੇ ਵਿੱਚ ਕੱਤਦੇ ਸੀ, ਉਹ ਕੰਬਲ ਬਣਾਉਂਦੇ ਸੀ ਜਾਂ ਕੱਪੜਾ ਬਣਾਉਂਦੇ ਸੀ। ਉਹ ਤੇ ਖੁਦ ਹੀ ਗੱਡੀ ਲਾ ਕੇ ਖੁਦ ਹੀ ਉਹ ਉਣਦੇ ਸਨ। ਉਹਦੇ ਵਿੱਚੋਂ ਵੀ ਕੁਝ ਦੇ ਦਿੰਦੇ ਸੀ, ਥੋੜਾ ਜਿਹਾ ਬਚਦਾ ਸੀ। ਉਹ ਉਹਨਾਂ ਦਾ ਜੀਵਨ ਵੇਖ ਲਓ ਤੁਸੀਂ। ਗੱਲ ਕਬੀਰ ਜੀ ਦੀ ਬਾਣੀ ਨਹੀਂ ਹੈਗੀ, ਕਬੀਰ ਜੀ ਦਾ ਜੀਵਨ ਦੇ ਬਾਰੇ ਵੀ ਦੱਸ ਰਹੀ ਹੈ। ਕਬੀਰ ਜੀ ਦਾ ਜੀਵਨ ਕੀ ਹੈ, ਉਹ ਘਰ ਦੇ ਉਹਨਾਂ ਦੇ ਇਕਨੋਮਿਕਲ ਉਹਨਾਂ ਦਾ ਸਟੇਟਸ ਕੀ ਸੀ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਐਕਸਟਰਨਲ ਅਫੇਅਰ ਸੀ, ਉਹਨਾਂ ਦੇ ਫੈਮਿਲੀ ਦੇ ਵਿੱਚ ਰਿਲੇਸ਼ਨ, ਉਹਨਾਂ ਦੀ ਮੰਮੀ ਦੀ ਬਾਰੇ ਕੀ ਵਿਚਾਰ ਸੀ, ਉਹਨਾਂ ਦੀ ਪਤਨੀ ਕੀ ਸੋਚਦੀ ਸੀ, ਉਹਨਾਂ ਦਾ ਬੱਚਾ ਕੀ ਸੋਚਦਾ ਸੀ, ਉਹਨਾਂ ਦੀ ਪਤਨੀ ਕੀ ਸੋਚਦੀ ਸੀ। ਉਹ so many things they are discussing with us। ਮੈਂ ਜਦੋਂ ਚੱਲਦਾ ਸਾਂ ਤੇ ਮੇਰੇ ਘਰ ਦੇ ਏਦਾਂ ਦੇ ਹਾਲਾਤ ਨੇ। ਸਾਡੇ ਵਰਗਾ ਹੀ ਜੀਵਨ ਸੀ ਜਿੱਦਾਂ ਆਪਾਂ ਜੀਵਨ ਬਤੀਤ ਕਰਦੇ ਹਾਂ। ਹੁਣ ਤੁਹਾਡੇ ਘਰ ਦੇ ਸਾਰੇ ਥੋੜੀ ਤੁਹਾਡੇ ਨਾਲ ਐਗਰੀ ਹੋ ਜਾਣਗੇ, ਤੁਸੀਂ ਸਾਧਨਾ ਕਰਨੀ ਸ਼ੁਰੂ ਕਰਤੀ ਹੈ, ਉਹਨਾਂ ਨਹੀਂ ਜੋ ਬਦਲਣਾ। ਆਪਾਂ ਸੋਚੀਏ ਕਿ ਹੁਣ ਮੈਂ ਗਿਆਨੀ ਹੋ ਗਿਆ, ਮੇਰੇ ਕੋਲ ਬੜਾ ਗਿਆਨ ਆ ਗਿਆ ਤੇ ਮੈਂ ਬੜਾ ਓਕੇ ਰਿਪੋਰਟ ਤੇ ਸਾਰੇ ਮੇਰੇ ਵਾਂਗੂ ਓਕੇ ਰਿਪੋਰਟ ਹੋ ਜਾਣ। ਇਟ ਇਜ਼ ਨਾਟ ਪੋਸੀਬਲ, ਕਿਉਂਕਿ ਹਰ ਕੋਈ ਬੰਦਾ ਇੱਕ ਜਰਨੀ ਤੇ ਤੁਰਿਆ ਹੋਇਆ ਔਰ ਉਹਨੇ ਉੱਧਰ ਹੀ ਜਾਣਾ ਵਾ। ਉਹਨੇ ਤੁਹਾਡਾ ਕੋਈ ਨਹੀਂ ਬ੍ਰਹਮ ਬਲੂਮ ਲੈਣਾ। ਇਹ ਵੀ ਮਨ ਚ ਵਰਕਾ ਪਾੜ ਦੋ ਕਿ ਸਾਰੇ ਸੁਧਰ ਜਾਣਗੇ। ਇੱਕੋ ਹੀ ਬੰਦਾ ਸੁਧਰ ਸਕਦਾ ਜੋ ਉਹ ਤੁਸੀਂ। ਨਿਜਰ ਸਾਹਿਬ ਬਿਲਕੁਲ ਸਹੀ ਹੈ ਜੀ। ਦੂਜੇ ਬੰਦੇ ਦਾ ਕਿਤੇ ਨਾਮ ਨਾ ਲੈ ਲਿਓ ਤੇ ਨਾ ਕਿ ਇਹਨੂੰ ਬਦਲਣ ਚੱਲ ਜਿਓ। ਇਹਨੇ ਨੀ ਜੋ ਬਦਲਣਾ, ਉਹ ਤੇ ਚਿੱਤ ਚ ਜੋ ਦੇ ਬਣਿਆ ਕਿ ਕਿੱਡਾ ਵੱਡਾ ਪਹਾੜ ਹੈ ਉਹਦੇ ਅੰਦਰ ਅਚੇਤਨ ਮਨ ਦਾ। ਉਹ ਤੇ ਸਾਧਨਾ ਸੁਧਨਾ ਕਰੂ ਤੇ ਫਿਰ ਮੈਂ ਬਦਲ ਜੇ। ਪਰ ਉਹਨੇ ਤੁਹਾਡੇ ਕਹੇ ਅਨੁਸਾਰ ਨਹੀਂ ਬਦਲਣਾ। ਪਰ ਜੇ ਤਾਂ ਦੁਨੀਆ ਬਦਲ ਜਾਂਦੀ ਨਾ, ਇਹ ਦੁਨੀਆ ਸਵਰਗ ਹੋ ਜਾਣੀ ਸੀ ਬੜੇ ਚਿਰ ਦੀ। ਬਿਲਕੁਲ। ਜਿੰਨੇ ਬ੍ਰਹਮ ਗਿਆਨੀ ਆਏ, ਜਿੰਨਾ ਤੇ ਗਿਆਨ ਪਿਆ, ਸਾਰੇ ਪੜ੍ਹ ਲੈਣ ਤੇ ਸਾਰੇ ਸਮਝ ਲੈਣ ਤੇ ਫਿਰ ਤੇ ਧਰਤੀ ਚ ਨਾਸਤਿਕ ਤੇ ਰਹਿ ਹੀ ਕੋਈ ਨਾ ਜਾਵੇ। ਨਾਸਤਿਕ ਦਾ ਮਤਲਬ ਇਹ ਨਹੀਂ ਜਿਹੜਾ ਰੱਬ ਨੂੰ ਨਹੀਂ ਮੰਨਦਾ। ਨਾਸਤਿਕ ਦਾ ਮਤਲਬ ਉਹ ਹੈ ਕਿ ਜਿਹੜਾ ਬੰਦੇ ਦੇ ਜੀਵਨ ਚ ਧਰਮ ਨਹੀਂ ਆ, ਉਹ ਨਾਸਤਿਕ ਆ। ਜਿਹਦੇ ਬੰਦੇ ਧਰਮ ਨਹੀਂ ਆ। ਬਿਲਕੁਲ ਸਹੀ ਹੈ। ਆਹੋ, ਤੁਸੀਂ ਸੋਚਦੇ ਨੇ ਕਿ ਜਿਹੜਾ ਗੁਰਦੁਆਰੇ ਜਾਂਦਾ ਉਹ ਸਭ ਆਸਤਿਕ ਤੇ ਬਾਕੀ ਸਭ ਨਾਸਤਿਕ। ਇਹ ਨਹੀਂ ਆ, ਇਹ ਤੇ ਬਿਲਕੁਲ ਹੀ ਨਹੀਂ। ਜਿਹਦੇ ਕੋਲ ਹੋ ਸਕਦਾ ਜਿਹੜਾ ਨਹੀਂ ਜਾਂਦਾ ਉਹ ਧਾਰਮਿਕ ਜ਼ਿਆਦਾ ਹੋਵੇ ਤੁਹਾਡੇ ਤੋਂ। ਜਿਹੜਾ ਸਮਦ੍ਰਿਸ਼ਟੀ ਹੈਗਾ ਉਹ ਆ, ਉਸ ਸਭ ਤੋਂ ਵੱਡਾ ਆਸਤਿਕ ਹੈਗਾ। ਪਰ ਆਪਾਂ ਪਤਾ ਕੀ ਸੋਚਦੇ ਹਾਂ, ਨਾਸਤਿਕ ਦਾ ਮਤਲਬ ਉਹ ਜਿਹੜਾ ਪਾਠ ਫੁੱਟ ਪੜ੍ਹਦਾ ਨਹੀਂ ਪੜ੍ਹਦਾ ਜਾਂ ਗੁਰਦੁਆਰੇ ਨਹੀਂ ਜਾਂਦਾ, ਮੰਦਿਰ ਨਹੀਂ ਜਾਂਦਾ, ਉਹ ਨਾਸਤਿਕ ਆ। ਆਸਤਿਕ ਉਹ ਆ ਜਿਹੜਾ ਇਹ ਕੰਮ ਕਰਦਾ ਸਾਰੀ। ਪਰ ਬਾਣੀ ਉਹਨੂੰ ਨਹੀਂ ਨਾਸਤਿਕ ਮੰਨਦੀ। ਬਾਣੀ ਨਾਸਤਿਕ ਉਹਨੂੰ ਮੰਨਦੀ ਆ ਕਿ ਜਿਹੜੇ ਜੀਵਨ ਚ ਧਰਮ ਨਹੀਂ ਆ। ਆ ਨਾਟਕ ਕਰਦਾ ਬੰਗਲੇ ਦੇ ਵਾਂਗੂ, ਉਹ ਨਹੀਂ ਵੈਲਿਊ ਕਰਦੀ ਬਾਣੀ, ਉਹਦੀ ਕੋਈ ਵੈਲਿਊ ਨਹੀਂ ਕਰਦੀ ਉਹਦੀ। ਠੀਕ ਹੈ ਜੀ, ਪਲੀਜ਼ ਧਿਆਨ ਦੇ ਨਾਲ ਕਿਤੇ ਐਵੇਂ ਆਪਣੇ ਨੂੰ ਧੋਖਾ ਨਾ ਦੇ ਕੇ ਬਹਿ ਜਿਓ ਕਿ ਮੈਂ ਆਸਤਿਕ ਹੈਗਾ, ਮੱਥਾ ਟੇਕਦਾ ਵਾ, ਪਾਠ ਵੀ ਕਰਦਾ, ਪੂਜਾ ਕਰਦਾ। ਤੇ ਉਹ ਗੱਲ ਹੋਰ ਜੇ। ਠੀਕ ਹੈ, ਜੇ ਅਸਲੀ ਧਰਮ ਦੀ ਗੱਲ ਕਰਦੇ, ਜੇ ਆਤਮ ਗਿਆਨ ਦੀ ਗੱਲ ਕਰਦੇ ਜੋ, ਤੇ ਇਹ ਤੁਹਾਡੇ ਇਹ ਪੈਰਾਮੀਟਰ ਹੈਗਾ। ਬਿਲਕੁਲ ਜਿਹਾ ਇੱਕ ਥਰਮਾਮੀਟਰ ਹੈ। ਬਿਲਕੁਲ ਸਹੀ ਹੈ ਜੀ। ਤੇ ਜੇ ਤੁਸੀਂ ਆਮ ਬਾਬੇ ਦੀ ਅੱਗੇ ਕੋਈ ਚੱਲ ਜਾਓਗੇ, ਸੰਤ ਸੁੰਤ ਕੋਲ ਚੱਲ ਜਾਓਗੇ, ਉਹਨੇ ਕਹਿਣਾ ਬਹੁਤ ਵਧੀਆ, ਤੁਹਾਡੇ ਵਰਗਾ ਧਾਰਮਿਕ ਕੋਈ ਨਹੀਂ ਆ। ਪਰ ਜਿਹੜੀ ਬ੍ਰਹਮ ਵਿਦਿਆ ਹੈ ਉਹ ਨਹੀਂ ਮੰਨਦੀ ਇਹਨੂੰ, ਉਹ ਬਾਹਰਲੇ ਨੂੰ ਜ਼ਿਆਦਾ ਲਾਈਕ ਨਹੀਂ ਕਰਦੀ। ਬਿਲਕੁਲ ਠੀਕ ਹੈ ਜੀ। ਹਾਂਜੀ। ਨਿਰਤਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਕਹਿੰਦੇ ਨਿਰਤਨ ਸਰਦਨ ਜਿਹੜੇ ਹੈਗੇ ਦੋਨੋਂ ਭਰਾ ਹੈਗੇ, ਮਾਲਕ ਪਰਮਾਤਮਾ ਦੀ ਖੇਡ ਹੈਗੀ, ਇਹਨੂੰ ਨਹੀਂ ਮਿਟਾ ਸਕਦੇ ਭਾਈ। ਇਹ ਪਰਮਾਤਮਾ ਦੀ ਕਲਾ ਹੈਗੀ ਆ। ਇਹ ਮਾਲਕ ਨੇ ਜਿਹੜੀ ਦੁਨੀਆ ਜਿਹੜੀ ਗੇਮ ਬਣਾਈ ਹੋਈ ਆ, ਇਹ ਭਾਈ ਇਹ ਮਾਲਕ ਦੀ ਬਣਾਈ ਹੋਈ ਹੈ। ਇਹਦੇ ਵਿੱਚ ਦੋਨੋਂ ਹੀ ਕੈਟੇਗਰੀਆਂ ਹੈਗੀਆਂ। ਨਿਰਤਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਕਹਿ ਕਬੀਰ ਨਿਰਤਨ ਹੈ ਸੋਈ, ਜਾਂ ਕੇ ਹਿਰਦੇ ਨਾਮ ਨਾ ਹੋਈ। ਆਖਰੀ ਨੁਕਤੇ ਦੀ ਗੱਲ ਦੇ ਰਹੇ। ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਭਗਤੀ ਨਹੀਂ ਹੈਗੀ, ਜਿਹਦੇ ਹਿਰਦੇ ਦੇ ਵਿੱਚ ਜਿਹੜਾ ਹੈਗਾ ਆਪਣੇ ਆਪ ਨੂੰ ਨਹੀਂ ਦੇਖ ਰਿਹਾ, ਜਿਹੜਾ ਆਪਣੇ ਗਿਰੀਵਾਨ ਮੇ ਸਿਰ ਨੀਵਾ ਕਰ ਦੇਖ ਨਹੀਂ ਦੇਖਦਾ ਪਾਏ, ਉਹ ਨਿਰਤਨ ਹੈਗਾ। ਉਹਦੇ ਕੋਲ ਨਿਰਤਨ ਦਾ ਮਤਲਬ ਉਹਦੇ ਕੋਲ ਔਗੁਣ ਰਹਿਣੇ ਆ।
ਜਿਹਦੇ ਕੋਲ ਔਗਣ ਹੈਗੇ ਉਹ ਨਿਰਤਨ ਹੈ ਭਾਈ, ਜਿਹਦਾ ਕਰੈਕਟਰ ਹੈ ਨਹੀਂ ਉਹ ਨਿਰਤਨ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ ਸੰਗਤ ਜੀ। ਤੇ ਦੇਖੋ ਸੰਸਾਰ ਦੇ ਤੌਰ ਤੇ ਨਿਰਧਨ ਉਹਨੂੰ ਕਿਹਾ ਜਾਂਦਾ ਹੈ ਜਿਹਦੇ ਕੋਲ ਪੈਸਾ ਨਹੀਂ। ਤੇ ਧਰਮ ਦੇ ਵਿੱਚ ਨਿਰਧਨ ਉਹਨੂੰ ਕਹਿੰਦੇ ਨੇ ਕਿ ਜਿਹਦੇ ਬੰਦੇ ਦੇ ਜੀਵਨ 'ਚ ਧਰਮ ਨਹੀਂ। ਹਾਂ, ਜੋ ਨਹੀਂ ਵਿਚਾਰ ਕਰਦਾ, ਜੋ ਇਹ ਨਹੀਂ ਸੋਚਦਾ ਕਿ ਭੋਲਿਆ ਜੋ ਤੂੰ ਪੈਸੇ ਖਾ ਰਿਹਾ ਜਾਂ ਤੂੰ ਜੋ ਪੈਸੇ ਆਪਣੇ ਬੱਚਿਆਂ ਨੂੰ ਖਵਾ ਰਿਹਾ, ਸੱਚੀ ਇਸ ਪੈਸੇ ਤੇ ਤੂੰ ਮਿਹਨਤ ਕੀਤੀ ਹੈ, ਕੋਈ ਤੂੰ ਕੰਮ ਕੀਤਾ ਹੀ, ਇਹ ਪੈਸਾ ਆਇਆ ਕਿੱਥੋਂ? ਜੇ ਕੋਈ ਬੰਦਾ ਵਿਚਾਰ ਕਰਦਾ ਹੈ ਉਹ ਧਾਰਮਿਕ ਹੈ, ਤੇ ਜਿਹੜਾ ਬੰਦਾ ਵਿਚਾਰ ਨਹੀਂ ਕਰ ਰਿਹਾ, ਜੋ ਮਿਲਿਆ ਛਕੀ ਜਾਂਦੇ ਆ, ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਬੁੱਧੀ ਨੂੰ ਪਰੇ ਸੁੱਟਿਆ ਹੋਇਆ ਹੈ, ਕੇਵਲ ਪਦਾਰਥ, ਉਹ ਤੇ ਬੰਦਾ ਬਹੁਤ ਗਰੀਬ ਹੈ, ਕਿਉਂਕਿ ਬਹੁਤ ਮਹਿੰਗੀ ਚੀਜ਼, ਬਹੁਤ ਗਲਤ ਜੂਆ ਖੇਡ ਰਿਹਾ ਹੈ। ਜੂਆ ਦਾ ਮਤਲਬ ਕਿ ਤੁਸੀਂ ਇੱਕ ਜੂਏਖਾਨੇ ਚੱਲ ਜਾਓ ਤੇ ਜਿਹੜਾ ਬੰਦਾ ਸਾਰੀ ਪ੍ਰਾਪਰਟੀ ਦਾਅ ਤੇ ਲਾ ਦੇ, ਤੁਸੀਂ ਕਹੋਗੇ ਕਿ ਬੜਾ ਸਿਆਣਾ ਹੈ? ਨਹੀਂ, ਤੁਸੀਂ ਕਹੋਗੇ ਸ਼ੁਦਾਈ ਹੈਗਾ। ਇਹ ਲਈ ਤੇ ਬੜੀ ਮੁਸ਼ਕਿਲ ਹੋ ਜਾਣੀ ਹੈ, ਕਿਉਂਕਿ ਵੱਡਾ ਜਾਤ ਦਾ ਲਾ ਰਿਹਾ, ਇੰਨਾ ਨੁਕਸਾਨ ਖਾ ਰਿਹਾ, ਉਹ ਕੱਲ ਨੂੰ ਇਹਨੂੰ ਤੇ ਬੜਾ ਪ੍ਰੋਬਲਮ ਹੋ ਜਾਣੀ, ਘਰ ਕੋਲ ਸਭ ਵਿਕਣੇ ਦਾ। ਤੇ ਜੇ ਉਹ ਬੇਵਕੂਫ ਹੈ ਤੇ ਸਿਆਣੇ ਆਪਾਂ ਵੀ ਨਹੀਂ, ਆਪਾਂ ਵੀ ਇਹੋ ਜੂਆ ਖੇਡ ਰਹੇ ਹਾਂ, ਮਹਿੰਗਾ ਜੂਆ। ਉਹ ਤੇ ਹੋ ਸਕਦਾ ਉਹਦਾ ਦਾਅ ਲੱਗ ਜੇ, ਆਪਣਾ ਤੇ ਦਾਅ ਵੀ ਨਹੀਂ ਲੱਗਣਾ। ਨਿਜਾ ਸਾਹਿਬ ਆਪਾਂ ਤੇ ਦੇਣ ਦੇ ਚੱਕਰ 'ਚ ਬੈਠੇ ਆ ਨਾ। ਹਾਰ ਰਿਹਾ ਬੰਦਾ, ਕਹਿੰਦੇ ਤੁਮ ਦੇਖੋ ਡੁੱਬੇ ਆਲੇ, ਉਹ ਡੁੱਬ ਰਹੇ ਨੇ, ਉਹ ਬਿਲਕੁਲ ਬਾਣੀ ਕਹਿ ਰਹੀ ਉਹ ਡੁੱਬ ਰਹੇ ਨੇ ਵਿਚਾਰੇ। ਹੱਥ ਦੀਪਕ ਕੂਏ ਪੈਰ ਧਰੇ, ਕਹਿੰਦੇ ਹੱਥਾਂ 'ਚ ਦੀਪਕ, ਅੱਖਾਂ ਤੇ ਬੰਦ ਪੱਟੀ ਬੰਨ ਕੇ ਨਹੀਂ ਹਮਲੇ ਦੇਖਦਾ ਪਿਆ, ਫਿਰ ਹੱਥ ਦੀਪਕ ਮਤਲਬ ਕਿ ਇਹ ਨਹੀਂ ਕਿ ਡੁੱਬਿਆ ਦੀਪਕ, ਮਤਲਬ ਜਗਦਾ ਦੀਵਾ ਹੱਥ 'ਚ ਹੈਗਾ, ਫਿਰ ਵੀ ਖੂਹ ਦੇ ਵਿੱਚ ਪੈਰ ਪਾ ਰਿਹਾ। ਕਹਿਣ ਤੋਂ ਭਾਵ ਆ ਕਿ ਉਹ ਉਸ ਚੀਜ਼ ਨੂੰ ਲੈ ਕੇ ਘਰੇ ਆ ਰਿਹਾ ਜਿਹੜੀ ਚੀਜ਼ ਤੇ ਉਹਦਾ ਹੱਕ ਹੀ ਨਹੀਂ ਬਣਦਾ। ਬਿਲਕੁਲ ਹੱਕ ਨਹੀਂ ਉਹਦਾ। ਔਰ ਉਹ ਵੇਖੋ ਸਰਕਾਰਾਂ ਵੀ ਏਦਾਂ ਕਰਦੀਆਂ ਜੀ, ਵੇਖ ਲਓ ਬੰਦੇ ਤੇ ਬੰਦੇ, ਸਰਕਾਰ, ਵੱਡੇ ਵੱਡੇ ਦੇਸ਼ ਵੀ ਬੇਵਕੂਫੀ ਕਰ ਰਹੇ ਆ। ਉਹ ਫਿਰ ਐਸਾ ਧਨ ਘਰੇ ਲੈ ਆਉਂਦੇ ਨੇ ਕਿ ਉਹਦੇ ਨਾਲ ਬੰਦਾ ਸੁਖੀ ਹੋ ਸਕਦਾ ਨਹੀਂ। ਪ੍ਰਕਿਰਤੀ ਕਹਿੰਦੀ ਹੈ ਤੂੰ ਦੁਖੀ ਹੋਵੇਂਗਾ, ਕਿਉਂਕਿ ਉਹ ਜਿਹੜਾ ਰਿਜ਼ਕ ਤੂੰ ਖਵਾ ਰਿਹਾ ਜਾਂ ਖਾ ਰਿਹਾ ਹੈ, ਇਹ ਰਿਜ਼ਕ ਤੇ ਤੇਰਾ ਹੱਕ ਨਹੀਂ ਬਣਦਾ। ਇਹ ਕਿਸੇ ਦੀ ਰੋਟੀ ਤੂੰ ਖੋਹ ਲਿਆ ਮੂੰਹ ਚੋਂ, ਕਿਸੇ ਬੱਚੇ ਦੀ ਰੋਟੀ ਮੂੰਹ ਚੋਂ ਖੋਹ ਲਿਆ ਤੇ ਭਲਾ ਪ੍ਰਕਿਰਤੀ ਤੈਨੂੰ ਬੜਾ ਸਿਹਰਾ ਪਾਊਗੀ, ਤੇਰੇ ਗਲ 'ਚ ਮੈਡਲ ਪਾਊਗੀ ਕਿ ਬੜਾ ਵਧੀਆ ਕੰਮ ਕੀਤਾ। ਠੀਕ ਹੈ ਨਾ ਜੱਸਾ, ਅਗਲੀ ਤੁਕ ਬੋਲੀਏ। निर्तन सर्दन दोनों पाए प्रभ की कला न मेटी जाए, कह कबीर निर्तन है सोई जाके ਹਿਰਦੇ ਨਾਮ ਨਾ ਹੋਈ। ਬਸ ਜਿਹਦੇ ਕੋਲ ਬੰਦਗੀ ਨਹੀਂ ਹੈ, ਧਿਆਨ ਸਿਮਰਨ ਨਹੀਂ ਹੈਗਾ, ਤੇ ਉਹ ਜਿਹੜਾ ਹੈਗਾ ਉਹਦਾ ਕਰੈਕਟਰ ਬਣਨਾ ਮੁਸ਼ਕਲ ਹੈਗਾ ਭਾਈ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਨਿਰਤਨ ਤੇ ਕਹਿੰਦੇ ਤੇ ਧਨ ਵਾਲਾ ਜਿਹੜਾ ਹੁੰਦਾ ਹੈ ਪ੍ਰਕਿਰਤੀ ਦਾ, ਇਹ ਪ੍ਰਕਿਰਤੀ ਦੇ ਵੱਲੋਂ ਬਣਾਏ ਹੋਏ ਨੇ ਇਹ, ਕਿਉਂਕਿ ਪ੍ਰਕਿਰਤੀ ਦਾ ਚੱਲ ਨਹੀਂ ਸਕਦੀ। ਅਮੀਰੀ ਗਰੀਬੀ ਦਾ ਦੋਨੋਂ ਦਾ ਬੈਲੈਂਸ ਬੜਾ ਜ਼ਰੂਰੀ ਆ, ਕਿਉਂਕਿ ਇਹ ਪ੍ਰਕਿਰਤੀ ਦਾ ਨਿਯਮ ਆ। ਪਰ ਕਹਿੰਦੇ ਕਿ ਨਿਰਤਨ ਉਹ ਆ ਜਿਹਦੇ ਜੀਵਨ 'ਚ ਪ੍ਰਮਾਤਮਾ ਨਹੀਂ ਹੈ। ਬਸ ਉਹਦੇ ਨਾਲ ਦਾ ਦੁਨੀਆ 'ਚ ਸਭ ਤੋਂ ਗਰੀਬ ਇਨਸਾਨ ਕੋਈ ਨਹੀਂ ਹੈ। ਸਭ ਤੋਂ ਗਰੀਬ ਇਨਸਾਨ ਕਿਹੜਾ ਹੈ ਇਹ ਧਰਤੀ ਤੇ? ਜਿਹਦੀ ਜ਼ਿੰਦਗੀ 'ਚ ਧਰਮ ਨਹੀਂ ਆ, ਰੱਬ ਨਹੀਂ ਆ, ਉਹ ਦੁਨੀਆ ਦਾ ਸਭ ਤੋਂ ਪੂਅਰ ਪੀਪਲ ਹੈ। ਤੋ ਇਸੇ ਚੀਜ਼ ਦਾ ਵਿਚਾਰ ਕਰਨਾ ਆਪਾਂ। ਠੀਕ ਹੈ ਜੀ। ਤੇ ਜੇ ਵੇਖੋ ਤੁਸੀਂ, ਮੈਂ ਇੱਕ ਚੀਜ਼ ਨੂੰ ਦੇਖੋ, ਤੇ ਜੇ ਮੇਰੀ ਜ਼ਿੰਦਗੀ ਦਾ ਜਿਹੜਾ ਵੀ ਮੈਂ ਕਰਮ ਕਰਦਾ ਹੈ ਕੇਵਲ ਮੇਰਾ ਹੀ ਫਾਇਦਾ ਹੈ, ਦੂਜਿਆਂ ਦਾ ਫਾਇਦਾ ਨਹੀਂ ਹੈ, ਦੂਜਿਆਂ ਦਾ ਬਹੁਤ ਨੁਕਸਾਨ ਹੈ। ਆਪ ਜਸਟ ਸੋਚੋ ਕਿ ਕਿੰਨੀ ਕੁ ਚੰਗੀ ਕਰਤੂਤ ਵਾਲੀ ਗੱਲ ਹੈ ਮੇਰੀ। ਕੀ ਹੈ ਮੈਂ ਫਿਰ? ਮੈਂ ਤੇ ਕਾਫੀ ਘਟੀਆਂ। ਇੱਕ ਜਾਨਵਰ ਵੇਖੋ, ਜਾਨਵਰ ਖਾਣਾ ਖਾਂਦਾ ਹੈ ਜਦੋਂ ਉਹਨੂੰ ਭੁੱਖ ਲੱਗਦੀ ਹੈ, ਨਹੀਂ ਭੁੱਖ ਲੱਗਦੀ ਤੇ ਬਹਿ ਜਾਂਦਾ ਇੱਥੇ ਸ਼ਾਂਤੀ ਨਾਲ, ਕੁਛ ਨਹੀਂ ਕਰਦਾ। ਭਾਵੇਂ ਸਾਹਮਣੇ ਸ਼ੇਰ ਨੇ ਸ਼ਿਕਾਰ ਕੀਤਾ, ਹਿਰਨ ਤੁਰਿਆ ਫਿਰੇ, ਹੋਰ ਜੋ ਮਰਜੀ ਜਾਨਵਰ ਤੁਰੇ ਫਿਰਨ, ਨਹੀਂ ਮਾਰਦਾ ਉਹ। ਸ਼ੌਂਕ ਲਈ ਨਹੀਂ ਮਾਰਦਾ ਉਹ, ਉਦੋਂ ਮਾਰਦਾ ਜਦੋਂ ਉਹਨੂੰ ਭੁੱਖ ਲੱਗਦੀ ਹੈ। ਤੇ ਇਨਸਾਨ ਤੇ ਢਿੱਡ ਭਰਿਆ ਹੋਵੇ, ਕਮਰਾ ਭਰਿਆ ਹੋਵੇ, ਕੋਠੀ ਭਰੀ ਹੋਵੇ ਤੇ ਫਿਰ ਵੀ ਹਲਕਾ ਹੋ ਜਾਂਦਾ, ਨਹੀਂ ਬਾਜ ਆਉਂਦਾ। ਔਰ ਇਸ ਕਰਕੇ ਬਾਣੀ ਫਿਰ ਕਹਿੰਦੀ ਆ, ਲਿਖੇ ਗਏ ਨੇ ਸਰਬ ਜਗਤ ਕਾ ਰਾਜਾ ਦੁਖੀਆ, ਤੂੰ ਕਿਤੇ ਮਨ 'ਚ ਵਹਿਮ ਨਾ ਪਾਲੀ ਕਿ ਤੇਰੇ ਕੋ ਧਨ ਆਜੂ, तेरे को प्रॉपर्टी खरीदने तो सुखी हो जाएगा। सर्व जगत का राजा दुखिया, सारे संसार का राजा बन जाएगा या बन जूगा कोई, तो वो दुखी रहेगा। हर का नाम जपत हो सुखिया। जब तक नाम नहीं जपदा
ਸੁਖੀ ਨਹੀਂ ਹੋ ਸਕਦਾ। ਔਰ ਜਿੰਨੇ ਵੀ ਬ੍ਰਹਮ ਗਿਆਨੀ ਹੋਏ ਉਹਨਾਂ ਕੋਲ ਜ਼ਿਆਦਾ ਪੈਸਾ ਨਹੀਂ ਸੀ, ਇਕੱਲੇ ਰਾਜੇ ਜਨਕ ਤੋਂ ਹੀ ਪੈਸਾ ਸੀ ਕਿਉਂਕਿ ਰਾਜਾ ਸੀ, ਪਰ ਫਿਰ ਵੀ ਅੰਦਰੋਂ ਰਾਜਾ ਨਹੀਂ ਸੀ, ਅੰਦਰੋਂ ਇੱਕ ਸਧਾਰਨ ਇਨਸਾਨ ਸੀ। ਹਾਂਜੀ ਨਿਜਰ ਸਾਹਿਬ ਅੱਗੇ ਚਲੀ। ਅਗਲਾ ਸ਼ਬਦ ਬਹੁਤ ਕੀਮਤੀ ਹੈ ਗੋਰਖ ਸਾਹਿਬ, ਇੰਨਾ ਕੀਮਤੀ ਹੈ ਕਿ ਬਸ ਇਹ ਤਾਂ ਮੈਂ ਕਹਿੰਦਾ ਹੈ ਕਿ ਕਮਾਲ ਹੀ ਹੋਈ ਪਈ ਹੈ। ਤੇ ਗੁਰ ਸੇਵਾ ਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ। ਬਹੁਤ ਜਿਹੜਾ ਕੀਮਤੀ ਸ਼ਬਦ ਹੈਗਾ ਜੀ। ਇਹਦੇ ਅਰਥ ਜਿਹੜੇ ਇਸ ਤਰ੍ਹਾਂ ਮਿਲਦੇ ਆ ਵੀ ਗੁਰੂ ਦੀ ਸੇਵਾ ਕੀਤੀ ਆ ਤੇ ਭਗਤੀ ਦੀ ਕਮਾਈ ਕੀਤੀ ਆ ਤੇ ਤਾਂ ਇਹ ਸਰੀਰ ਮਿਲ ਗਿਆ। ਜੇ ਗੁਰੂ ਦੀ ਸੇਵਾ ਕੀਤੀ ਹੈ, ਜੇ ਭਗਤੀ ਕਮਾ ਲਈ ਆਪਾਂ ਨੇ, ਤੇ ਸਰੀਰ ਦੀ ਲੋੜ ਹੈਗੀ? ਫਿਰ ਸਰੀਰ ਦਾ ਕੀ ਕਰਨਾ ਹੈ ਆਪਾਂ ਨੇ? ਇਹ ਤਾਂ ਮਿਲਿਆ ਹੀ ਇਸੇ ਵਾਸਤੇ ਹੈ ਬਈ ਗੁਰੂ ਦੀ ਸੇਵਾ ਤੇ ਭਗਤੀ ਦੀ ਕਮਾਈ ਕਰਨ ਵਾਸਤੇ ਹੀ ਸਰੀਰ ਮਿਲਿਆ ਹੈ। ਕਬੀਰ ਜੀ ਕਹਿ ਰਹੇ ਭਾਈ ਦੇਖ ਲੈ, ਮੈਂ ਤੈਨੂੰ ਦੱਸ ਦਿੰਦਾ ਕਾਹਦੇ ਵਾਸਤੇ ਤੂੰ ਆਇਆ ਦੁਨੀਆ ਦੇ ਵਿੱਚ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਐਸ ਕੰਮ ਵਾਸਤੇ ਆਇਆ ਹੈ ਤੂੰ ਪਿਆਰਿਆ। ਇਹ ਗੁਰੂ ਦੀ ਸੇਵਾ ਕੀ ਹੈ ਬਈ? ਗਿਆਨ ਲੈਣਾ ਹੈ, ਬ੍ਰਹਮ ਗਿਆਨ ਲੈਣਾ ਹੈ। ਤੂੰ ਗੁਰੂ ਦੀ ਸੇਵਾ ਕਰਕੇ ਬ੍ਰਹਮ ਗਿਆਨ ਲੈਣਾ ਹੈ ਤੇ ਫਿਰ ਬ੍ਰਹਮ ਗਿਆਨ ਲੈ ਕੇ ਤੇ ਕਮਾਈ ਕਰਨੀ ਹੈ। ਆਪਣੀ ਜਿਹੜੀ ਹੈਗੀ ਸੁਰਤ ਅੰਦਰ ਖਾਤੇ, ਆਪਣੀ ਆਤਮਾ ਵੱਲ ਨੂੰ ਆਤਮਿਕ ਯਾਤਰਾ ਕਰਨੀ ਹੈ। ਬਾਰ-ਬਾਰ ਬੈਠਣਾ ਹੈ ਜਾ ਕੇ ਦਰ ਦੇ ਉੱਤੇ ਮਾਲਕ ਦੇ, ਵਿਚਾਰ ਬੰਦ ਕਰਨੇ ਹੈ। ਇਸ ਵਾਸਤੇ ਇਹ ਤਬੇ ਮਾਨਸ ਦੇਹੀ ਪਾਈ, ਇਸ ਵਾਸਤੇ ਇਹ ਸਰੀਰ ਮਿਲਿਆ ਹੈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਆ ਦੇਹੀ ਪਾਉਣ ਵਾਸਤੇ ਦੇਵਤੇ ਸਿਮਰੇ ਮਤਲਬ ਤਰਸਦੇ ਆ ਵੀ ਮਾਲਕਾ ਸਾਨੂੰ ਵੀ ਦੇਹੀ ਦੇ, ਅਸੀਂ ਵੀ ਜਿਹੜਾ ਹੈਗਾ ਤੇਰੇ ਵੱਲ ਆਖਰੀ ਛਲਾਂਗ ਲਗਾਈਏ। ਕਿਉਂਕਿ ਦੇਵਤਾ ਹੋਏ ਚਾਹੇ ਕੋਈ ਵੀ ਹੋਏ, ਦੁਨੀਆ ਦੇ ਪਰਮਾਤਮਾ ਦਾ ਕਾਨੂੰਨ ਹੈਗਾ, ਜਿਹਨੇ ਵੀ ਮਾਲਕ ਪਰਮਾਤਮਾ ਦੇ ਅੰਦਰ ਜਿਹੜੀ ਵੀ ਬੂੰਦ ਨੇ ਮਰਜ ਹੋਣਾ ਹੈ ਤੇ ਉਹਨੂੰ ਮਨੁੱਖਾ ਸਰੀਰ ਚਾਹੀਦਾ ਹੈ। ਮਨੁੱਖਾ ਸਰੀਰ ਦੇ ਵਿੱਚ ਹੀ ਰਸਤਾ ਹੈਗਾ। ਇਸ ਦੇਹੀ ਕੋ ਸਿਮਰੈ ਦੇਵ, ਸਮਰਨ ਕਰਦੇ ਆ, ਲੋਚਦੇ ਆ, ਕਹਿੰਦੇ ਤੈਨੂੰ ਮਿਲੀ ਹੋਈ ਆ। ਸੋ ਦੇਹੀ ਭਜ ਹਰ ਕੀ ਸੇਵ, ਤੈਨੂੰ ਤਾਂ ਮਿਲੀ ਹੋਈ ਆ ਪਿਆਰਿਆ, ਤੈਨੂੰ ਤਾਂ ਮਿਲੀ ਹੈ, ਤੂੰ ਕਿਉਂ ਨਹੀਂ ਭਜਨ ਕਰ ਰਿਹਾ? ਤੇਰੇ ਕੋਲ ਦੇਹੀ ਹੈਗੀ ਤੇ ਤੂੰ ਜਿਹੜਾ ਹੈਗਾ ਭਗਤੀ ਦੀ ਕਮਾਈ ਕਰਦਾ ਹੀ ਨਹੀਂ ਆ। ਕਾਹਦੇ ਵਾਸਤੇ? ਕਿਉਂ? ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਹਿੰਦੇ ਗੋਬਿੰਦ ਦਾ ਭਜਨ ਕਰ, ਭਗਤੀ ਕਰ ਮਾਲਕ ਦੀ, ਨਾ ਭੁੱਲ ਪਿਆਰਿਆ, ਨਾ ਭੁੱਲ। ਇਹ ਸਰੀਰ ਮਿਲਿਆ ਹੋਇਆ ਨਾ ਭੁੱਲ, ਨਾ ਮਾਇਆ ਦੇ ਵਿੱਚ ਜਿਹੜਾ ਖਚਤ ਹੋ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ ਰਹਾਓ। जब लग जरा रोग नहीं आया, जब लग काले ग्रसी नहीं काया। कहते जद तक बुढ़ेपे का रोग नहीं आ गया, जद तक तेनू काल ने जिहड़ा चिप ऑफ नहीं करता, ग्रस नहीं लिया, तेरा शरीर नहीं खोलिया। जब लग विकल पही नहीं बाणी, जद तक तेरी आवाज़ जिहड़ी हैगी आ वो जिहड़ी बिल्कुल पताल तो आउंदी है। जद बाबे बोलते आ आवाज़ समझ ही नहीं आती बच्चों को, पोता पोतियां को कुछ समझ नहीं बाबा की कहता है। जब लग बिकल कमज़ोर हो गई बाणी, बोली भी कमज़ोर हो जाती है, सारा शरीर कमज़ोर हो जाता है। जब लग बिकल पही नहीं बाणी, भजले रे मन सारंग पानी। वो सारंग पानी वो परमात्मा का भजन कर ला। मेरे मना सुन ला, पतंदरा सुन ला मेरी गल। अब ना भजस कब भाई। नहीं हुण भजन करेगा, नहीं ध्यान सिमरन करेगा, नहीं अपने आप ਨੂੰ सुधारेगा, नहीं अपने अवगुण दूर करेगा, तो कदों करेगा? अब ना भजस कब भाई, आवे अंत ना भजया जाए। कहते जब फिर अंत आ गया, अखीर आ गया, बुढ़ेपा आ गया, फिर शरीर चारों पासे जिहड़ा हैगा, शरीर चों जिहड़ी हैगी एक जिहड़ा हैगा ਇਹਦੇ ਜਿਹੜੇ ਹੈਗੇ ਪੁਰਜੇ ਜਿਹੜੇ ਹੈਗੇ ਉਹ ਵਿਚਾਰੇ ਚੂੰ ਕਰਦੇ ਆ। फिर उस वेले भजन कर लेगा, हर पास्यों बीमारी, हर पास्यों रोग। अब ना भजस कब पाई, आवे अंत ना भजया जाए। फिर नहीं भजया जाना भाई। जो कुछ करें सोई अवसार, जो कुछ भी जिन्ना भी भजन कर लेगा इस शरीर दे नाल, वो सार आ पाए, वो लाभ आ, वो फायदे की चीज़ है, वो सार तत्त वस्तु हैगी। फिर पछताओ ना पावो पार। फिर तो पछताना पऊगा भाई, पार नहीं हो सकेगा इस संसार समुद्र तो। बस चांस गया, फिर नहीं मिलता चांस।
ਸੋ ਸੇਵਕ ਜੋ ਲਾਇਆ ਸੇਵ ਤਿਨ ਹੀ ਪਾਏ ਨਿਰੰਜਨ ਦੇਵ। ਕਹਿੰਦੇ ਉਹੀ ਸੇਵਕ ਆ ਪਾਏ ਜਿਹੜਾ ਇਸ ਸੇਵਾ ਦੇ ਵਿੱਚ ਲੱਗਿਆ ਹੋਇਆ, ਜਿਹੜਾ ਇਹ ਆ ਆਤਮਿਕ ਯਾਤਰਾ ਦੇ ਵੱਲ ਲੱਗਿਆ ਹੈ, ਆਤਮਿਕ ਸਾਧਨਾ ਦੇ ਵੱਲ ਲੱਗਿਆ ਹੈ, ਜਿਹੜਾ ਆਪਣੇ ਮਨ ਨੂੰ ਸਾਧ ਰਿਹਾ ਹੈ, ਜਿਹੜਾ ਆਪਣੇ ਵਿਚਾਰਾਂ ਨੂੰ ਸਾਧ ਰਿਹਾ ਹੈ। ਸੋ ਸੇਵਕ ਜੋ ਲਾਇਆ ਸੇਵ ਤਿਨ ਹੀ ਪਾਏ ਨਿਰੰਜਨ ਦੇਵ। ਕਹਿੰਦੇ ਉਸੇ ਨੂੰ ਉਹ ਮਾਲਕ ਪਰਮਾਤਮਾ ਮਿਲਦਾ ਹੈ ਪਾਏ, ਮਾਇਆ ਰਹਿਤ ਨਿਰੰਜਨ ਦੇਵ, ਪ੍ਰਕਾਸ਼ ਰੂਪ ਮਾਲਕ ਪਰਮਾਤਮਾ। ਕਿਵੇਂ? ਗੁਰ ਮਿਲ ਤਾਕੇ ਖੁੱਲੇ ਕਪਾਟ। ਕਹਿੰਦੇ ਉਹਨੂੰ ਗਿਆਨ ਹੋ ਗਿਆ, ਉਹਦੇ ਕੋਲ ਗੁਰੂ ਬ੍ਰਹਮ ਗਿਆਨ ਆ ਗਿਆ, ਦੀਵਾ ਦੇਤਾ ਗੁਰੂ ਨੇ ਬਈ ਹਾਲ ਹੈ। ਇਸ ਤਰੀਕੇ ਨਾਲ ਆਇਆ ਭਜਨ ਆਪਣੇ ਅੰਦਰ ਵੜ। ਕਿਤੇ ਤੂੰ ਜਾ ਕੇ ਹੇਮਕੁੰਡ, ਬਦਰੀਨਾਥ, ਕੇਦਾਰਨਾਥ ਕਿੱਥੇ ਚੜ ਰਿਹਾ ਹੈ ਓਏ, ਕਿੱਧਰ ਨੂੰ ਤੁਰਿਆ ਫਿਰਦਾ ਹੈ? ਗੁਰਮਿਲ ਤਾਂ ਕੇ ਖੁੱਲੇ ਕਪਾਟ, ਬਹਰ ਨਾ ਆਵੇ ਜੋਨੀ ਬਾਟ। ਫਿਰ ਦੁਬਾਰਾ ਜੂਨਾ 'ਚ ਨਹੀਂ ਆਉਂਦਾ ਭਾਈਓ, ਫਿਰ ਦੁਬਾਰਾ ਜੂਨਾ 'ਚ ਨਹੀਂ ਆਉਂਦਾ। ਇਹ ਜੂਨਾ ਦੇ ਰਸਤੇ ਦੇ ਵਿੱਚ ਜਿਹੜਾ ਹੈਗਾ, ਗਰਭ ਜੂਨਾ ਦੇ ਵਿੱਚ ਦੁਬਾਰਾ ਨਹੀਂ ਆਉਂਦਾ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਆਹੀ ਤੇਰਾ ਸਮਾਂ ਹੈਗਾ ਮਨੁੱਖੀ ਜੂਨ, ਔਰ ਇਹੀ ਤੇਰੀ ਬਾਰੀ ਹੈਗੀ ਮਿੱਤਰਾ। ਫਿਰ ਪਤਾ ਨਹੀਂ ਕਦੋਂ ਆਊਗੀ ਬਾਰੀ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਮੇਰੀ ਗੱਲ ਨੂੰ ਸੋਚ ਲਾ, ਅੰਦਰ ਟਿਕਾ ਕੇ ਮੇਰੀ ਗੱਲ ਨੂੰ ਸਮਾਂ ਦੇ। ਇਹ ਵਿਚਾਰ ਕਰਕੇ ਸੋਚ ਲਾ ਜੋ ਮੈਂ ਕਹਿ ਰਿਹਾ, ਕਬੀਰ ਜੀ ਕਹਿ ਰਹੇ ਆ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਸੋਚ ਲਾ, ਵਿਚਾਰ ਲਾ। ਕਹਿਤ ਕਬੀਰ ਜੀਤ ਕਹਿ ਹਾਰ, ਬਹੁ ਬਿਦ ਕਹਿਓ ਪੁਕਾਰ ਪੁਕਾਰ। ਕਬੀਰ ਜੀ ਕਹਿੰਦੇ ਮੈਂ ਤਾਂ ਆਪਣਾ ਪੂਰਾ ਵਾਹ ਲਾ ਲਿਆ ਮਿੱਤਰਾ, ਬਹੁਤ ਤਰੀਕੇ ਦੇ ਨਾਲ ਤੈਨੂੰ ਪੁਕਾਰ ਕੇ ਐਗਜ਼ਾਮਪਲ ਦੇ ਕੇ ਤੈਨੂੰ ਸਮਝਾ ਦਿੱਤਾ ਹੈ। ਹੁਣ ਤੇਰੀ ਮਰਜ਼ੀ ਆ ਕਿ ਇਹ ਜਿਹੜਾ ਬਾਰੀ ਆ, ਇਹ ਜਿਹੜਾ ਚਾਂਸ ਹੈਗਾ, ਇਹ ਜਿਹੜੀ ਖੇਡ ਹੈਗੀ, ਇਹਨੂੰ ਭਾਵੇਂ ਜਿੱਤ ਲਾ ਔਰ ਭਾਵੇਂ ਇਹਨੂੰ ਹਾਰ ਲਾ। ਕਹਿਤ ਕਬੀਰ ਜੀਤ ਕਹਿ ਹਾਰ, ਬਾਲ ਤੇਰੇ ਕੋਰਟ ਦੇ ਵਿੱਚ ਹੈਗੀ, ਤੇਰੀ ਮਰਜ਼ੀ ਆ ਭਾਈ, ਜਿਸ ਤਰ੍ਹਾਂ ਦੀ ਮਰਜ਼ੀ ਗੇਮ ਖੇਡ ਲਾ, ਤੇਰੀ ਆਪਣੀ। ਚਾਂਸ ਲੂਜ਼ ਕਰਨਾ ਹੈ ਲੂਜ਼ ਕਰ ਲਾ, ਤੇ ਇਸ ਬਾਰੀ ਨੂੰ ਸੰਭਾਲਣਾ ਹੈ ਸੰਭਾਲ ਲਾ। ਕਹਿਤ ਕਬੀਰ ਜੀਤ ਕਹਿ ਹਾਰ, ਬਹੁ ਬਿਦ ਕਹਿਓ ਪੁਕਾਰ ਪੁਕਾਰ। ਕਹਿੰਦੇ ਮੈਂ ਤਾਂ ਬੜੇ ਤਰੀਕੇ ਦੇ ਨਾਲ ਤੈਨੂੰ ਪੁਕਾਰ ਕੇ ਸਮਝਾ ਕੇ ਤੇਰੇ ਮੋਢੇ ਤੇ ਹੱਥ ਰੱਖ ਕੇ ਸਮਝਾ ਲਿਆ ਭਾਈ। ਮੇਰੇ ਵੱਲੋਂ ਕੋਈ ਕਸਰ ਨਹੀਂ ਆ, ਅੱਗੇ ਤੇਰੀ ਆਪਣੀ ਮਰਜ਼ੀ ਹੈਗੀ। ਹਾਂਜੀ ਗੁਰਕੀ ਸਾਹਿਬ। ਗੁਰ ਸੇਵਾ ਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ। ਇਸ ਵਾਸਤੇ ਦੇਹੀ ਮਿਲੀ ਆ ਪਾਈ, ਗੁਰੂ ਦੀ ਸੇਵਾ ਕਰਨ ਵਾਸਤੇ ਤੇ ਭਗਤੀ ਦੀ ਕਮਾਈ ਕਰਨ ਵਾਸਤੇ। ਇਸ ਦੇਹੀ ਕੋ ਸਿਮਰਨ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਦੇਵਤੇ ਤਰਸਦੇ ਆ ਭਾਈ, ਤੈਨੂੰ ਮਿਲੀ ਹੋਈ ਆ, ਦੇਖ ਲਾ ਪਿਆਰਿਆ ਕੀ ਕਰਨਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਇੱਥੇ ਥੋੜਾ ਜਿਹਾ ਸਾਨੂੰ ਕਬੀਰ ਜੀ ਹੋਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਹਿੰਦੇ ਗੁਰਸੇਵਾ ਤੇ ਭਗਤ ਕਮਾਈ, ਤਬ ਇਹ ਮਾਨਤ ਇਹੀ ਪਾਈ। ਕਹਿੰਦੇ ਆ ਕਿ ਇਹ ਜਿਹੜਾ ਤੇਰਾ ਸਰੀਰ ਹੈ, ਇਹ ਇਸ ਕੰਮ ਵਾਸਤੇ ਮਿਲਿਆ ਵੀ ਹੈ। ਹਾਂ, ਇਹਦਾ ਮਕਸਦ ਕੁਝ ਹੋਰ ਹੈ। ਤੂੰ ਇਹਦਾ ਮਕਸਦ ਕਿਤੇ ਗਲਤ ਨਾ ਬਣਾ ਕੇ ਪੈ ਜੀ, ਕਿਉਂਕਿ ਸੰਸਾਰ ਦੇ ਵਿੱਚ ਮਾਇਆ ਬੜਾ ਪ੍ਰਭਾਵ ਬੜਾ ਹੈ, ਉਹ ਇਹਦਾ ਪ੍ਰਚੰਡ ਰੂਪ ਆ, ਤੇ ਤੂੰ ਕਨਫਿਊਜ਼ ਹੋ ਜਾਣਾ। ਜੰਤ ਭਾਵੇਂ ਕਿ ਆਪਾਂ ਕਿਸੇ ਜਗ੍ਹਾ ਤੇ ਜਾਈਏ, ਉੱਥੇ ਆਪਾਂ ਕੁਝ ਹੋਰ ਕਰਨਾ ਸੀ, ਉਹ ਛੱਡ ਕੇ ਆਪਾਂ ਕੁਝ ਹੋਰ ਕਰਨ ਲੱਗ ਪਈਏ। ਇਹਦਾ ਮਤਲਬ ਕਿ ਜਿਹੜੀ ਚੀਜ਼ ਜ਼ਰੂਰ ਸੀ ਉਹ ਛੱਡਤੀ, ਆਪਾਂ ਕੁਝ ਹੋਰ ਲੈਣ ਲੱਗ ਪਏ। ਇਸ ਕਰਕੇ ਕਹਿੰਦੇ ਆ ਕਿ ਤੁਸੀਂ ਕਨਫਿਊਜ਼ ਨਾ ਹੋ ਜਾਓ, ਤੁਹਾਨੂੰ ਸਮਝਾ ਦਿੱਤਾ ਗਿਆ। ਵਾਰਨਿੰਗ ਕਹਿ ਲਓ। ਕਹਿੰਦੇ ਤਬ ਇਹ ਮਾਨਸ ਦੇਹੀ ਪਾਈ, ਇਹ ਜੋ ਘਾਲਣਾ ਕੀਤੀ, ਕਮਾਈ ਕੀਤੀ ਹੈ, ਇਹ ਤੇ ਤੈਨੂੰ ਬੰਦਗੀ ਕਰਨ ਵਾਸਤੇ ਮਿਲਿਆ ਸਰੀਰ, ਹੈ ਨਾ। ਹਾਂ, ਇਸ ਵਾਸਤੇ ਮਿਲਿਆ। ਤਬ ਇਹਦਾ ਮਤਲਬ ਇਸ ਵਾਸਤੇ ਮਿਲਿਆ, ਬੰਦਗੀ ਕਰਨ ਵਾਸਤੇ। ਹਾਂਜੀ ਹਾਂ, ਪਰ ਤੂੰ ਇੱਥੇ ਧਨ ਦੌਲਤ ਇਕੱਠੀ ਕਰੀ ਜਾਣਦੇ ਆ ਮਾਮਾ, ਇਹ ਕਿਤੇ ਖੜਦੀ ਹੋਈ ਨਹੀਂ। ਹਾਂ, ਪਰ ਕਨਫਿਊਜ਼ ਨਾ ਕਰੀ ਜਾ ਆਪਣੇ ਆਪ ਨੂੰ, ਕਿਉਂਕਿ ਅੱਗੇ ਬਾਣੀ ਚ ਕਹਿਣਾ ਹੈ ਕਿ ਤੇਰੇ ਨਾਲ ਕੀ ਹੋਣਾ। ਕਹਿੰਦੇ ਇਹ ਦੇਹੂ ਕੋ ਸਿਮਰੋ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਦੇਵਤੇ ਤਰਸਦੇ ਆ, ਤੈਨੂੰ ਮਿਲੀ ਹੋਈ ਆ, ਕਰ ਲਾ ਭਜਨ।
ਕਹਿੰਦੇ ਆ ਕਿ 84 ਲੱਖ ਦੀ ਜੂਨੀ ਤੋਂ ਸਭ ਤੋਂ ਪਰਮ ਸ੍ਰੇਸ਼ਟ ਤੈਨੂੰ ਮੁਕਤੀ ਦਾ ਦਵਾਰ ਮਿਲਿਆ ਹੈ। ਹਾਂ, ਇੱਥੇ ਬ੍ਰਹਮ ਹੋ ਸਕਦਾ, ਪਰਮਾਤਮਾ ਹੋ ਸਕਦਾ। ਹਾਂ, ਪਰ ਤੂੰ ਪਰਮਾਤਮਾ ਨੂੰ ਛੱਡ ਕੇ ਪਤਾ ਨਹੀਂ ਕੀ ਬਣੀ ਜਾ ਰਹੇ ਆ, ਤੇ ਇੱਕ ਚੰਗੀ ਗੱਲ ਥੋੜੀ ਹੈ। ਫਿਰ ਕਹਿੰਦੇ ਆ ਕਿ ਇਹ ਜਿਹੜੀ ਦੇਵੀ ਦੇਵਤੇ ਨੇ ਉਹ ਵੀ ਭੋਗੀ ਜੂਨੀ 'ਚ ਬੈਠੇ ਆ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇੱਕ ਸਮਾਂ ਆਊਗਾ ਉਹ ਭੋਗ ਕੇ ਉਹਨਾਂ ਨੇ ਸਾਰੀ ਸ਼ਕਤੀ ਨਸ਼ਟ ਕਰ ਲੈਣੀ ਆ, ਫਿਰ ਉਹਨਾਂ ਨੂੰ ਜੂਨੀ ਚ ਆਉਣਾ ਪੈਣਾ। ਔਰ ਮੁਕਤੀ ਦਾ ਰਾਸਤਾ ਜਿਹੜਾ ਹੈਗਾ ਮਨੁੱਖਾ ਸਰੀਰ 'ਚ, ਉਹ ਕੇਵਲ ਮਨੁੱਖਾ ਸਰੀਰ ਹੈ, ਕਿਉਂਕਿ ਭਗਤੀ ਕਰਨ ਦੇ ਲਈ ਤੁਹਾਨੂੰ ਗਿਆਨ ਚਾਹੀਦਾ ਹੈ। ਔਰ ਇਹ ਪ੍ਰਮਾਤਮਾ ਨੇ ਬਣਾਈ ਹੈ, ਕੋਈ ਜ਼ਬਰਦਸਤੀ ਵਾਲਾ ਸੌਦਾ ਨਹੀਂ ਹੈ। ਕੋਈ ਨਾ ਆਵੇ ਕੋਈ ਆ ਜੇ, ਕੁਦਰਤ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕੁਦਰਤ ਵੈਸੇ ਲੰਮੀਆਂ ਤਾਣੀ ਬੈਠੀ ਹੈ, ਪਤਾ ਹੀ ਨਹੀਂ ਕਿੱਡੇ ਕਿੱਡੇ ਵੱਡੇ ਚੋਗੇ ਕਿੰਨੇ ਲੱਖਾਂ ਸਾਲਾਂ ਦੇ ਹੈਗੇ ਆ। ਇਹ ਸੂਰਜ ਦੀ ਉਮਰ ਵੇਖੋ, ਤੁਹਾਨੂੰ ਪਤਾ ਹੈ ਸੂਰਜ ਕਿੰਨਾ ਪੁਰਾਣਾ ਹੈ ਤੇ ਪਤਾ ਨਹੀਂ ਕਿੰਨਾ ਹੋਰ ਸਾਲ ਚੱਲਣਾ। ਉਹਨੂੰ ਟੈਨਸ਼ਨ ਥੋੜੀ ਹੈਗੀ। ਨਾ ਬਿਲਕੁਲ ਨਹੀਂ। ਹਾਂ, ਉਹ ਸੂਰਜ ਇੱਕ ਸੂਰਜ ਗਿਆ ਤੇ ਉਹਨੇ 10 ਬਣਾ ਦੇਣੇ, ਉਹਨੂੰ ਕੋਈ ਪ੍ਰੋਬਲਮ ਥੋੜੀ ਨਾ। ਸਾਇੰਟਿਸਟ ਕਹਿੰਦੇ ਆ ਕਿ ਜਿਹੜਾ ਬ੍ਰਹਿਮੰਡ ਹੈਗਾ ਹੈ, ਇਹ ਧਰਤੀ ਦਾ ਸਭ ਤੋਂ ਛੋਟਾ ਤਾਰਾ ਹੈ, ਸੂਰਜ ਸਭ ਤੋਂ ਛੋਟਾ। ਤੇ ਸਾਡੀ ਧਰਤੀ ਕਹਿੰਦੇ ਏਡੀ ਛੋਟੀ ਹੈ ਨਾ, ਇਹ ਬ੍ਰਹਿਮੰਡ ਦੇ ਵਿੱਚ ਰੇਤਾ ਦੇ ਕਣ ਤੋਂ ਵੀ ਛੋਟੀ ਹੈ। ਬਿਲਕੁਲ। ਉਹ ਰੇਤਾ ਦਾ ਕਣ ਕਿੱਡਾ ਗਿਆ ਤੇ ਫਿਰ ਆਪਾਂ ਕੀ ਆ? ਆਪਾਂ ਮਨ ਚ ਵਰਕਾ ਪਾਲਦੀ, ਅਸੀਂ ਪਤਾ ਨੀ ਕੀ ਕਿਤੇ ਕਰ ਦਿੱਤਾ। ਇਹ ਸਭ ਸਾਡੇ ਮਨ ਦਾ ਇੱਕ ਭਰਮ ਹੈ। ਠੀਕ ਹੈ ਜੀ। ਕਹਿੰਦੇ ਤਬ ਇਹ ਮਾਨਸ ਦੇਹੀ ਪਾਈ, ਇਹ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੇ ਕਹਿੰਦੇ ਕਿ ਜੇ ਇਹਨੂੰ ਰਾਜੇ ਦੇਵਤੇ ਮੰਗ ਰਹੇ ਨੇ ਤੇ ਤੈਨੂੰ ਮਿਲ ਗਈ ਆ, ਇਸ ਦੇਹ ਵੀ ਤੈਨੂੰ ਮਿਲੀ ਆ ਤੇ ਇਹਦੀ ਕਦਰ ਕਰ। ਹਾਂ, ਹੁਣ ਕਦਰ ਮਿਲੇਗਾ ਕਿੱਥੇ ਕਰਦਾ? ਜੋ ਮਿਲਦਾ ਪਿਓ ਦਾ ਪੁੱਤ ਮੈਂ ਚੁੱਕ ਕੇ ਕਰ ਲਈ ਉਹਨਾਂ, ਤੇ ਫਿਰ ਉਹ ਤੇ ਕਦਰ ਤੇ ਨਾ ਹੋਈ। ਬਿਲਕੁਲ। ਉੱਥੇ ਬੇਕਦਰਿਆਂ ਵਾਲਾ ਕੰਮ ਹੋਇਆ। ਤੁਹਾਨੂੰ ਕੋਈ ਦੇ ਕੋਈ ਚੰਦਨ ਦੇ ਤੁਸੀਂ ਕੋਲੇ ਬਣਾਉਣਾ, ਉਹਦੇ ਵੇਚਣ ਦੇ ਜੋ, ਜਦ ਕਿ ਉਸ ਲੱਕੜ ਦੀ ਕੀਮਤ ਬੜੀ ਹੈ। ਤੇ ਆਪਾਂ ਉਦੋਂ ਬੜੇ ਹੱਸਣੇ ਹਾਂ ਕਿ ਕਿੱਡਾ ਸ਼ਦਾਈ ਆ, ਉਹਨੂੰ ਅਕਲ ਨਹੀਂ ਹੈਗੀ ਕਿ ਲੱਕੜ ਦੇ ਕੋਲੇ ਬਣਾਉਣਾ ਵੇਚੀ ਜਾਣਦੇ ਆ, ਤੇ ਅਸੀਂ ਕਿੱਡੀ ਕੁ ਲੱਕੜ ਦੀ ਕੀਮਤ ਜਾਣਦੇ ਆ। ਆਪਾਂ ਵੀ ਕੋਲੇ ਬਣਾਉਂਦੇ ਆ। ਬਿਲਕੁਲ, ਆਪਾਂ ਵੀ ਚੰਦਨ ਦੇ ਕੋਲੇ ਆਪਾਂ ਬਣਾ ਰਹੇ ਆ, ਆਪਣੇ ਤੇ ਹੀ ਢੁਕਦੀ ਆ। ਬੇਸ਼ੱਕ ਤੁਸੀਂ ਕੋਈ ਮਾੜਾ ਕੰਮ ਨਹੀਂ ਕਰਦੇ, ਪਰ ਤੁਸੀਂ ਆਪਣੀ ਜ਼ੁਬਾਨ ਦਾ ਇਸਤੇਮਾਲ ਕਿੱਦਾਂ ਕਰਦੇ ਜੋ ਬਾਣੀ ਉਹਨੂੰ ਵੀ ਗਲਤ ਸਮਝਦੀ ਆ, ਲਾਈਕ ਥੋੜੀ ਕਰਦੀ ਆ ਬਾਣੀ ਉਹ ਚੀਜ਼ ਨੂੰ। ਬਾਣੀ ਕਹਿੰਦੀ ਹੈ ਫਿੱਕਾ ਬੋਲਣਾ ਬੋਲੀਏ ਤਨ ਮਨ ਫਿੱਕਾ ਹੋਏ। ਫਿੱਕਾ ਬੋਲਣ ਬੋਲੀਏ ਤਨ ਮਨ ਫਿੱਕਾ ਹੋਏ। ਆਹ ਤੇ ਕਈ ਬੰਦੇ ਫਿੱਕਾ ਬੋਲੀ ਜਾਂਦੇ ਆ। ਕਹਿੰਦੇ ਤੂੰ ਬੋਲਣ ਤੋਂ ਪਹਿਲਾਂ ਤੈਨੂੰ ਪਤਾ ਕਿ ਤੂੰ ਫਿੱਕਾ ਬੋਲ ਰਹੇ ਆ, ਔਰ ਇੱਕ ਸਮਾਂ ਆਊਗਾ ਤੇਰਾ ਤਨ ਤੇ ਮਨ ਜਿਹੜਾ ਫਿੱਕਾ ਹੋ ਜਾਣਾ ਵਾ। ਅਗਲੇ ਦਾ ਹੋਣਾ ਕਿ ਨਹੀਂ ਹੋਣਾ ਉਹ ਨਹੀਂ ਕੋਈ ਫਰਕ ਪੈਂਦਾ, ਪਰ ਤੂੰ ਜੇ ਫਿੱਕਾ ਬੋਲ ਰਹੇ ਆ ਤੇ ਤੇਰੇ ਲਈ ਚੰਗਾ ਨਹੀਂ। ਅੱਗੇ ਦੱਸਦੇ ਆ ਉਹ ਕਿ ਭਜੋ ਗੋਬਿੰਦ ਭੂਲ ਮਤ ਜਾਓ। ਕਹਿੰਦੇ ਕਬੀਰ ਜੀ ਕਹਿੰਦੇ ਮੈਂ ਤੈਨੂੰ ਦੱਸ ਦਿਨਾ ਵੀ ਕਾਹਦੇ ਵਾਸਤੇ ਮਿਲਿਆ, ਉਹ ਕੰਮ ਕਰ ਲਾ ਭਜਨ। ਭਜੋ ਗੋਬਿੰਦ, ਬਈ ਪਰਮਾਤਮਾ ਦਾ ਭਜਨ ਕਰਨ ਵਾਸਤੇ ਮਿਲੀ ਆ ਦੇਹੀ, ਇਹਨੂੰ ਇਸ ਕੰਮ ਨੂੰ ਨਾ ਭੁੱਲੀ। ਮਾਨਸ ਜਨਮ ਕਾ ਇਹੀ ਲਾਹੋ, ਲਾਹੋ ਮਤਲਬ ਲਾਭ, ਮਨੁੱਖਾ ਜੂਨ ਦਾ ਆਹੀ ਲਾਭ ਆ ਭਾਈ, ਭਜਨ ਬੰਦਗੀ ਕਰਨਾ। ਔਰ ਪ੍ਰਕਿਰਤੀ ਦੀ ਕੈਦ ਦੇ ਵਿੱਚ ਮਾਲਕ ਨੇ ਜਿਹੜਾ ਪਾਇਆ ਇਸ ਗੇਮ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿਹੜਾ ਹੈਗਾ, ਇਸ ਨੂੰ ਜਿੱਤ ਕੇ ਸੁਰਖਰੂ ਹੋ ਕੇ ਮਾਲਕ ਦੇ ਦਰ ਦੇ ਉੱਤੇ ਪਹੁੰਚਣਾ। ਹਾਂਜੀ ਵੀਰ ਜੀ। ਠੀਕ ਹੈ ਜੀ। ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੋ ਲਾਓ। ਕਹਿੰਦੇ ਕਿ ਤੂੰ ਪਰਮਾਤਮਾ ਦਾ ਭਜਨ ਛੱਡ ਕੇ, ਉਹਦੀ ਬੰਦਗੀ ਛੱਡ ਕੇ ਇਹਦੇ ਹੋਰ ਚੱਕਰ ਚ ਨਾ ਪੈ ਜੀ। ਪਰ ਆਪਾਂ ਤੇ ਉਹਨੂੰ ਛੱਡਿਆ ਤੇ ਬਾਕੀ ਆਪਾਂ ਸਭ ਕੁਝ ਕਰਦੇ ਪਏ। ਬਿਲਕੁਲ। ਇਹ ਵੀ ਬੜਾ ਵੱਡਾ ਮਸਲਾ ਹੈ। ਔਰ ਕਈ ਕਹਿੰਦੇ ਨੇ, ਮੈਂ ਇੱਕ ਗੱਲ ਨੂੰ ਕਈ ਵਾਰੀ ਮੈਂ ਤੁਹਾਨੂੰ ਅਕਸਰ ਕਹਿਣਾ, ਦੇਖੋ ਭਾਵੇਂ ਕਈ ਵਾਰੀ ਕੋਈ ਗਲਤ ਜਗ੍ਹਾ ਤੇ ਵੀ ਤੁਸੀਂ ਧੱਕੇ ਖਾਦੇ ਹੋਣ ਨਾ, ਜਾਂ ਮੈਂ ਵੀ ਖਾਦੇ ਹੋਣ, ਉਹ ਤੁਹਾਨੂੰ ਸਹੀ ਰਸਤਾ ਵੀ ਦਿਖਾ ਦਿੰਦੀ ਹੈ, ਜੈਸਾ ਵੀ ਸੱਚ ਹੈਗਾ ਜੀ। ਬਿਲਕੁਲ ਸਹੀ ਆ। ਬੰਦੇ ਨੂੰ ਜਿਹੜਾ ਹੈਗਾ ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੁੰਦੀ ਆ, ਠੋਕਰ ਖਾ ਕੇ। ਠੋਕਰ ਜਿਹੜੀ ਜਦ ਵੱਜਦੀ ਆ ਬੰਦੇ ਨੂੰ, ਉਦੋਂ ਪਤਾ ਲੱਗਦਾ ਉਹਨੂੰ ਵੀ ਰਸਤੇ 'ਤੇ ਪੱਥਰ ਵੀ ਹੈਗੇ ਆ। ਜਦ ਖੂਨ ਨਿਕਲਦਾ ਮੱਥਾ ਫੁੱਟ ਜਾਂਦਾ ਉਦੋਂ। ਹਾਂ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਸਮਝਾਉਣਾ। ਕਈ ਵਾਰੀ ਨਾ ਆਪਣੇ ਘਰੇ ਕੋਈ ਗਿਆਨੀ ਹੋਵੇ, ਸਿਆਣਾ ਹੋਵੇ, ਸਾਨੂੰ ਉਹਦੀ ਕਦਰ ਨਹੀਂ ਹੁੰਦੀ। ਤੇ ਜਦੋਂ ਅਸੀਂ ਬਾਹਰੋਂ ਧੱਕੇ ਧੁੱਕੇ ਖਾ ਕੇ ਆਉਂਦੇ ਨੇ ਰੱਜ ਕੇ,
ਐਨ ਘੁੰਮ ਘੰਮ ਕੇ ਫਿਰ ਕਹਿੰਦੇ ਮੁੜ ਘੁੜ ਕੇ ਖੋਤੀ ਬੋੜ ਥੱਲੇ, ਫਿਰ ਸਾਡਾ ਦਿਮਾਗ ਹੁੰਦਾ ਦਰੁਸਤ, ਫਿਰ ਸਾਨੂੰ ਅਕਲ ਆਉਂਦੀ ਗਿਆਨ ਤੇ ਘਰੇ ਪਿਆ। ਬਿਲਕੁਲ। ਕਈ ਵਾਰੀ ਚੀਜ਼ ਏਡੀ ਸੌਖੀ ਹੁੰਦੀ ਹੈ, ਸਾਨੂੰ ਕਦਰ ਨਹੀਂ ਹੁੰਦੀ। ਉਹ ਕੁਦਰਤ ਕਹਿੰਦੀ ਚੱਲ ਗੇੜਾ ਮਾਰ ਕੇ ਆ, ਘੁੰਮ ਕੇ ਆ। 5-7 ਪਿੰਡਾਂ ਦਾ ਗੇੜਾ ਮਾਰ ਕੇ ਫਿਰ ਜਿਹੜੇ ਰੁੱਖ ਥੱਲੇ ਪਹਿਲਾਂ ਬੈਠੇ ਹੁੰਦੇ ਆ ਨਾ, ਫਿਰ ਉਹਦੀ ਛਾਂ ਬੜੀ ਵਧੀਆ ਲੱਗਦੀ ਹੈ। ਧੱਕੇ ਵਾਵਾ ਖਾ ਲਏ ਨਿਜਾ ਸਾਹਿਬ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਹਾਂ, ਹੁਣ ਕਈ ਵਾਰੀ ਵੇਖੇ ਨਾ ਤੁਸੀਂ, ਓਦਾਂ ਨਾਟਕ ਕਰੋਗੇ, ਆਹ ਨੀ ਰੋਟੀ ਸਹੀ, ਆਹ ਨੀ ਰੋਟੀ ਸਹੀ, 3-4 ਦਿਨ ਰੋਟੀ ਨਾ ਖਾਓ, ਫਿਰ ਉਹ ਰੋਟੀ ਖਾ ਕੇ ਵੇਖੋ, ਤੁਸੀਂ ਕਹਿਣਾ ਇਹਦੇ ਨਾਲ ਦੀ ਰੋਟੀ ਦੁਨੀਆ ਤੇ ਨਹੀਂ ਹੈਗੀ। ਕਿਉਂਕਿ ਉਹਦੀ ਕੀਮਤ ਪਤਾ ਲੱਗ ਗਈ ਆ। ਉਹ ਕਈ ਵਾਰੀ ਕੁਦਰਤ ਸਾਨੂੰ ਕਹਿੰਦੀ ਹੈ ਕਿ ਏਦਾਂ ਕਰਕੇ ਤੇਰਾ ਮਨ ਬੜਾ ਸ਼ੈਤਾਨ ਆ ਤੇ ਤੈਨੂੰ ਐਵੇਂ ਘੁਮਾਈ ਫਿਰਦਾ, ਚੱਲ ਗੇੜਾ ਲਾ ਗਿਆ 2-4 ਕਿਲੋਮੀਟਰ ਦਾ, ਤੇਰੇ ਦਿਮਾਗ ਦੀ ਜਿਹੜੀ ਖੁਜਲੀ ਦੂਰ ਹੋ ਜਾਊਗੀ, ਤੈਨੂੰ ਆਪੇ ਗਿਆਨ ਹੋ ਜਾਣਾ ਕੀ ਸਹੀ ਤੇ ਕੀ ਗਲਤ ਆ। ਪਰ ਹੁਣ ਤੈਨੂੰ ਸਮਝਾਈ ਆ ਨਹੀਂ ਜਾ ਸਕਦਾ, ਕਿਉਂਕਿ ਤੇਰੇ ਅੰਦਰ ਜਿਹੜੀ ਉਹ ਸਮਝਣ ਦੀ ਸਮਰੱਥਾ ਨਹੀਂ ਹੈਗੀ। ਬਿਲਕੁਲ। ਫਿਰ ਉਹ ਕਹਿੰਦੇ ਕਿ ਮਾਨਸ ਜਨਮ ਕਾ ਇਹੋ ਲਾਓ, ਕਿ ਲਾ ਤੇ ਤੈਨੂੰ ਇਹੋ ਹੀ ਆ ਕਿ ਤੂੰ ਰੱਬ ਦਾ ਨਾਮ ਲੈਣਾ, ਭਜਨ ਬੰਦਗੀ ਕਰਨੀ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਆਹ ਤੋਂ ਬੋਲੋ ਨਿਸ਼ਾ ਸਾਹਿਬ। ਜਬ ਲਗ ਜਰਾ ਰੋਗ ਨਹੀਂ ਆਇਆ, ਕਹਿੰਦੇ ਜਦ ਤੱਕ ਤੇਰਾ ਜਰਾ ਜਿਹੜਾ ਹੈਗਾ ਜਰ ਨਹੀਂ ਲੱਗੀ, ਤੈਨੂੰ ਜੰਗ ਲੱਗ ਕੇ ਤੇਰਾ ਜਿਹੜਾ ਹੈਗਾ ਇਹ ਜਿਹੜਾ ਲੋਹਾ ਤੇਰਾ ਕੰਡਮ ਨਹੀਂ ਹੋਇਆ, ਬੁਢੇਪੇ ਦਾ ਰੋਗ ਨਹੀਂ ਆਇਆ। ਜਬ ਲਗ ਕਾਲ ਇੱਕ ਰਸੀ ਨਹੀਂ ਕਾਇਆ, ਜਦ ਤੱਕ ਤੇਰਾ ਜਿਹੜਾ ਹੈਗਾ ਬਲ ਫਿਊਜ਼ ਨਹੀਂ ਹੋਇਆ, ਕਾਲ ਨੇ ਜਿਹੜਾ ਹੈਗਾ ਤੇਰਾ, ਕਾਲ ਨੇ ਇਹ ਸਰੀਰ ਤੇਰਾ ਖੋਇਆ ਨਹੀਂ ਜਦ ਤੱਕ ਚਾਂਸ ਆ ਤੇਰੇ ਕੋਲ। ਜਬ ਲਗ ਵਿਕਲ ਭਈ ਨਹੀਂ ਬਾਣੀ, ਜਦ ਤੱਕ ਤੇਰੀ ਕਮਜ਼ੋਰ ਬੋਲੀ ਤੇਰੀ ਕਮਜ਼ੋਰ ਨਹੀਂ ਹੋ ਗਈ, ਜਦ ਤੱਕ ਤੇਰੇ ਅੰਗ ਜਿਹੜੇ ਹੈਗੇ ਕਮਜ਼ੋਰ ਨਹੀਂ ਹੋ ਗਏ। ਭਜਲੇ ਰੇ ਮਨ ਸਾਰੰਗ ਪਾਣੀ, ਇਹ ਮੇਰੇ ਮਨਾ ਕਰ ਲਾ ਭਜਨ, ਕਰ ਲਾ ਯਾਦ ਉਸ ਮਾਲਕ ਪਰਮਾਤਮਾ ਨੂੰ, ਸਾਰੰਗ ਪਾਣੀ ਨੂੰ। ਹਾਂਜੀ ਗੁਰਕੀ ਸਾਹਿਬ। ਹਾਂ, ਉਹ ਕਹਿੰਦੇ ਜਦੋਂ ਤੱਕ ਤੇਰੇ ਸਰੀਰ 'ਚ ਕੋਈ ਦੁੱਖ ਨਹੀਂ ਹੁੰਦਾ, ਤੂੰ ਰੱਬ ਦਾ ਨਾਮ ਲੈ ਲੈ, ਠੀਕ ਹੈ। ਇਹ ਮੁੜ ਕੇ ਜਦੋਂ ਤੈਨੂੰ ਮੌਤ ਨੇ ਘੇਰ ਲੈਣਾ ਤਾਂ ਫਿਰ ਤੇ ਕੰਮ ਹੀ ਔਖਾ ਹੋ ਜਾਣਾ, ਫਿਰ ਬਹੁਤ ਗੇਮ ਔਖੀ, ਫਿਰ ਬਹੁਤ ਔਖੀ। ਇਹ ਕੰਮ 1 ਮਿੰਟ 'ਚ ਤੇ ਹੋਣਾ ਨਹੀਂ ਨਾ। ਹੁਣ ਵੇਖੋ, ਜਿਹੜਾ ਬੰਦਾ ਬਿਮਾਰ ਨਹੀਂ ਨਾ ਹੁੰਦਾ, ਉਹਨੂੰ ਰੱਬ ਭੁੱਲਿਆ ਹੁੰਦਾ, ਤੇ ਜਦੋਂ ਬਿਮਾਰੀ ਮਾੜਾ ਜਿਹਾ ਉਹਨੂੰ ਚਮਕ ਦਿਖਾਉਂਦੀ ਹੈ ਨਾ, ਫਿਰ ਵੇਖੋ ਕਿੱਦਾਂ ਨੱਕ ਰਗੜਦਾ, ਕਿੱਦਾਂ ਮਾਲਾ ਚੁੱਕੀ ਫਿਰਦਾ, ਕਿੱਦਾਂ ਪਾਠ ਪੜ੍ਹਦਾ, ਮੇਰੀ ਜਾਨ ਛੁੱਟ। ਔਰ ਮੈਂ ਐਸੇ ਬੰਦੇ ਵੇਖੇ ਆ, ਵਾਅਦਾ ਕਰਦੇ ਆ ਅਸੀਂ ਰੱਬ ਦਾ ਨਾਂ ਲਵਾਂਗੇ, ਜਦੋਂ ਠੀਕ ਹੋ ਜਾਂਦੇ ਫਿਰ ਭੁੱਲ ਜਾਂਦੇ। ਬਿਲਕੁਲ। ਇਨਸਾਨ ਏਡਾ ਖਤਰਨਾਕ ਆ, ਉਦੋਂ ਤੇ ਇੰਝ ਲੱਗਦਾ ਕਿ ਹਾਏ ਰੱਬਾ ਮੈਨੂੰ ਇੱਕ ਮੌਕਾ ਦੇ ਦੇ, ਮੈਂ ਬਸ ਤੇਰਾ ਨਾਂ ਹੀ ਜਪਾਂਗਾ, ਤੇ ਮੁੜ ਕੇ ਭੁੱਲ ਜਾਂਦਾ ਬੰਦਾ। ਫਿਰ ਕਿ ਮੈਨੂੰ ਇਹ ਜਿਹੜੇ ਮੇਰਾ ਕਿੰਨੀ ਕੰਡੀਸ਼ਨ ਮਾੜੀ ਸੀ, ਤੇ ਮੈਨੂੰ ਜੇ ਰੱਬ ਨੇ ਉਸ ਮੌਕੇ ਨੂੰ ਦੁਬਾਰਾ ਦਿੱਤਾ ਹੈ ਤੇ ਮੈਂ ਹੁਣ ਕਦਰ ਕਰ ਲਾ। ਨਹੀਂ, ਬੰਦਾ ਏਦਾਂ ਹੀ ਕਰਦਾ, ਬੇਕਦਰ ਹੈਗਾ, ਨਾ ਸ਼ੁਕਰੀਆ ਹੈਗਾ। ਤੇ ਕਹਿੰਦੇ ਆ ਕਿ ਜਬ ਲਗ ਕਾਲ ਗ੍ਰਸਤ ਨਹੀਂ ਕਾਇਆ, ਜਬ ਲਗ ਬਿਖਲ ਪਈ ਨਹੀਂ ਬਾਣੀ, ਭਜਲੇ ਰੇਮਨ ਸਾਰੰਗ ਪਾਣੀ। ਆ ਕਹਿੰਦੇ ਕਿ ਜਦੋਂ ਤੂੰ ਸਰੀਰ ਤੇਰਾ ਬੁੱਢਾ ਹੋ ਜਾਊਗਾ ਜਾਂ ਤੈਨੂੰ ਕੋਈ ਬਿਮਾਰੀ ਚੰਬੜ ਜਾਊਗੀ, ਤੇ ਫਿਰ ਤੇਰੇ ਲਈ ਭਗਤੀ ਕਰਨੀ ਬੜੀ ਔਖੀ ਹੋ ਜਾਣੀ ਹੈ। ਤੇਰਾ ਧਿਆਨ ਹੀ ਉੱਥੇ ਗੰਦਮੰਦ 'ਚ ਬੈਠਾ ਰਹਿਣਾ। ਹਾਂ, ਬਸ ਬਿਲਕੁਲ ਸਹੀ ਗੱਲ ਹੈ। ਤੇ ਹੁਣ ਤੇ ਤੇਰੇ ਕੋਲ ਬੜਾ ਵਧੀਆ ਆਪਸ਼ਨ ਹੈਗਾ, ਕਿਉਂ ਨਾ ਤੂੰ ਆਪਣਾ ਸਮਾਂ ਕੱਢ, ਥੋੜਾ ਜਿਹਾ ਭਗਤੀ ਕਰ ਲੈ। ਬਿਲਕੁਲ। ਹਾਂ, ਅਬ ਨਾ ਭਜਸ ਕਬ ਭਾਈ, ਦੱਸਦੇ ਜੇ ਹੁਣ ਨਹੀਂ ਭਜੇਗਾ ਮਨੁੱਖਾ ਸਰੀਰ ਦੇ ਵਿੱਚ, ਤੇ ਤੂੰ ਕਦੋਂ ਭਜਨ ਕਰੇਗਾ, ਦੱਸਦੇ। ਜਦ ਭਾਈ ਮੌਤ ਆ ਜਾਏਗੀ ਫਿਰ। ਅਬ ਨਾ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ, ਕਹਿੰਦੇ ਅੰਤ ਆ ਗਿਆ ਤੇ ਫਿਰ ਨਹੀਂ ਭਜਨ ਹੋਣਾ ਤੇਰੇ ਕੋਲ, ਸਮਾਂ ਖਤਮ ਹੋ ਗਿਆ, ਪੇਪਰ ਲੈ ਲਿਆ ਅਗਲੇ ਨੇ, ਖੋਹ ਲਿਆ, ਫਿਰ ਤਾਂ ਮਾਰਕਿੰਗ ਹੋਣੀ ਹੈ ਪਿਆਰਿਆ, ਫਿਰ ਤਾਂ ਜੂਨਾਂ ਦੇਖਣੀ ਹੈ ਕਿਹੜੀ ਜੂਨ 'ਚ ਜਾਣਾ ਹੈ ਤੂੰ। ਅਬ ਨਾ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ, ਜੋ ਕੁਛ ਕਰੇ ਸੋਈ ਅਵਸਾਰ, ਜੋ ਕੁਛ ਜਿੰਨਾ ਵੀ ਭਜਨ ਤੇਰੇ ਕੋਲ ਹੁੰਦਾ ਹੈ ਪਿਆਰਿਆ, ਸਹਿਜ ਦੇ ਵਿੱਚ ਕਰ ਲਾ, ਉਹੀ ਸਾਰਿਆ, ਉਹੀ ਤੇਰੇ ਵਾਸਤੇ ਬਸ ਉਹੀ ਕਮਾਈ ਹੈ। ਫਿਰ ਪਛਤਾਓ ਨਾ ਪਾਵੋ ਪਾਰ, ਬਾਅਦ ਵਿੱਚ ਤੇਰੇ ਸੰਸਾਰ ਸਮੁੰਦਰ ਜਿੱਥੇ ਮਾਲਕ ਨੇ ਗੇਮ ਪਾਈ ਆ, ਇਹਦੇ ਤੋਂ ਪਾਰ ਨਹੀਂ ਜਾਇਆ ਜਾਣਾ ਭਾਈ, ਇਹ ਬ੍ਰਹਮ ਤੋਂ ਪਾਰ ਬ੍ਰਹਮ ਕੋਲ ਨਹੀਂ ਜਾਇਆ ਜਾਣਾ। ਹਾਂਜੀ ਵੀਰ ਜੀ। ਕਹਿੰਦੇ ਜੀ ਤੂੰ ਹੁਣ ਹੀ ਰੱਬ ਦਾ ਨਾਂ ਲੈਣਾ ਤੇ ਕਿਦੋਂ ਲੈਣਾ, ਬੰਦਗੀ ਕਿਦੋਂ ਕਰਨੀ, ਆਵੇ ਅੰਤ ਨਾ ਭਜਿਆ ਜਾਏ। ਫਿਰ ਸਮਾਂ ਲੰਘ ਜਾਣਾ, ਫਿਰ ਤੇ ਕੰਮ ਬੜਾ ਔਖਾ ਹੈ, ਉਹ ਤੇਰੇ ਕੋਲ ਭੱਜਿਆ ਵੀ ਨਹੀਂ ਜਾਣਾ। ਕਿਉਂ ਨਹੀਂ ਭੱਜਿਆ ਜਾਣਾ? ਸਾਧ ਸੰਗਤ ਜੀ ਦੇਖੋ, ਇੱਕ ਚੀਜ਼ ਨੂੰ ਆਪਾਂ ਬਾਜ਼ਾਰੋਂ ਲਿਆਂਦੇ 10 ਕਿਲੋ ਅੰਬ, ਤੇ 9 ਕਿਲੋ ਅੰਬ ਵਧੀਆ ਆਪਾਂ ਖਾ ਲਏ ਆ। ਜਿਹੜੇ ਸੜੇ ਗਲੇ ਹੈਗੇ ਹੁਣ ਚਾਹੀਏ ਗੁਰਦੁਆਰੇ ਮੰਦਿਰ ਚੜਾਈਏ, ਕਿ ਸੱਚੀ ਪ੍ਰਮਾਤਮਾ ਕਬੂਲ ਕਰੂਗਾ ਸੜੇ ਗਲੇ ਅੰਬ? ਹੁਣ ਜਦੋਂ ਆਪਣਾ ਸਰੀਰ ਵਧੀਆ ਹੁੰਦਾ ਵਾ ਤੇ ਆਪਾਂ ਭੋਗਾਂ ਨੂੰ ਸਾਰਿਆਂ ਨੂੰ ਭੋਗਦੇ ਆ,
ਬਾਅਦ ਦੇ ਵਿੱਚ ਸਰੀਰ ਨੂੰ ਕਈ ਨੁਕਸ ਪੈ ਜਾਂਦੇ ਨੇ, ਕਈ ਇਹਦੀਆਂ ਕਮਜ਼ੋਰੀਆਂ ਨੇ, ਉਮਰ ਦੇ ਨਾਲ ਕਈ ਕੁਝ ਚਿੰਬੜਦਾ ਹੈ ਤੇ ਉਹ ਖਰਾਬ ਸੇਬ ਹੁਣ ਗੁਰਦੁਆਰੇ ਲੈ ਕੇ ਜਾਣ ਵਾਲਾ ਹਿਸਾਬ ਜੇ ਨਜ਼ਰ ਸਾਹਿਬ। ਉਹ ਤਾਂ ਦੇਖੋ ਗੁਰਕੀ ਸਾਹਿਬ, ਜਦ ਆਪਾਂ ਜਿਹੜੇ ਹੈਗੇ ਕਿਸੇ ਨੂੰ ਹੁਣ ਕਹੋ ਵੀ ਬਾਬਾ ਹੁਣ ਬਾਬਾ ਹਾਏ ਹਾਏ ਕਰ ਰਿਹਾ, ਤਕਲੀਫ ਹੈਗੀ, ਰੋਗ ਹੈਗਾ, ਇੰਨੀ ਤਕਲੀਫ ਦਰਦ ਦੇ ਵਿੱਚ ਹੈਗਾ, ਹਾਏ ਹਾਏ ਕਰ ਰਿਹਾ, ਉਹਨੂੰ ਕਹੋ ਵੀ ਵਾਹਿਗੁਰੂ ਵਾਹਿਗੁਰੂ ਬੋਲ, ਕਹਿੰਦਾ ਪਾਸੇ ਲੈ ਜਾ ਆਪਣੇ ਵਾਹਿਗੁਰੂ ਨੂੰ, ਮੈਂ ਪਰੇ ਹੋ ਜਾ। ਹਾਂ, ਉਹਨੂੰ ਕਿੱਥੇ ਚੰਗਾ ਲੱਗਦਾ। ਸਹੀ ਗੱਲ ਹੈ ਜੀ, ਹਾਂ, ਇਹ ਬਿਲਕੁਲ ਸੱਚ ਹੈ ਜੀ, ਪ੍ਰਕਿਰਤੀ ਦਾ ਨਿਯਮ ਹੈ। ਤੋ ਸੇਵਕ ਜੋ ਲਾਇਆ ਸੇਵ ਤਿਨ ਹੀ ਪਾਏ ਨਿਰੰਜਨ ਦੇਵ। ਸੋ ਸੇਵਕ ਜੋ ਲਾਇਆ ਸੇਵ ਤਿਨ ਹੀ ਪਾਏ ਨਿਰੰਜਨ ਦੇਵ। ਕਹਿੰਦੇ ਲਾਇਆ ਆ, ਲੱਗਦਾ ਹੈ ਸੇਵਕ ਸੇਵਾ ਕਰਨ ਵਾਸਤੇ, ਉਹ ਆ ਸੇਵਕ ਜਿਹੜਾ ਇਸ ਸੇਵਾ ਤੇ ਲਾਇਆ ਆ, ਜਿਹਨੇ ਮਨੁੱਖੀ ਜੀਵਨ ਮਿਲੀ ਆ ਤੇ ਆਹ ਕੰਮ ਕਰ ਰਿਹਾ, ਭਗਤੀ ਕਰ ਰਿਹਾ, ਉਸੇ ਨੂੰ ਫਿਰ ਮਾਲਕ ਨੇ ਮਿਲ ਜਾਣਾ ਹੈ। ਤਿਨ ਹੀ ਪਾਏ ਨਿਰੰਜਨ ਦੇਵ, ਉਹਨੂੰ ਪ੍ਰੋਬੇਬਿਲਿਟੀ ਹੋ ਗਈ, ਉਹਨੂੰ ਮਾਲਕ ਪਰਮਾਤਮਾ ਨੇ, ਨਿਰੰਜਨ ਜਿਹੜਾ ਮਾਇਆ ਰਹਿਤ ਪਰਮਾਤਮਾ ਹੈ, ਉਹਨੇ ਮਿਲ ਜਾਣਾ ਹੈ। ਕਿਵੇਂ? ਗੁਰ ਮਿਲ ਤਾਂ ਕਿ ਖੁੱਲੇ ਕਪਾਟ, ਗੁਰੂ ਨੂੰ ਮਿਲ ਕੇ ਜਿਹੜੇ ਹੈਗੇ ਉਹਦੇ ਜਿਹੜੇ ਹੈਗੇ ਕਪਾਟ ਖੁੱਲ ਜਾਂਦੇ ਆ, ਪਾਏ ਗਿਆਨ ਹੋ ਜਾਂਦਾ ਹੈ ਉਹਨੂੰ, ਜਿਹੜਾ ਹੈਗਾ ਉਹ ਆਪਣੇ ਵਿਚਾਰਾਂ ਨੂੰ ਡ੍ਰੌਪ ਕਰਦਾ ਹੈ, ਉਹ ਭਗਤੀ ਕਰਦਾ ਹੈ, ਬੈਠਦਾ ਹੈ ਇਸ ਤਰੀਕੇ ਦੇ ਨਾਲ, ਉਹ ਸਮਦ੍ਰਿਸ਼ਟੀ ਹੋ ਜਾਂਦਾ ਹੈ। ਗੁਰ ਮਿਲ ਤਾਂ ਕਿ ਖੁੱਲੇ ਕਪਾਟ, ਬੋਹਰ ਨਾ ਆਵੇ ਜੋਨੀ ਬਾਟ। ਫਿਰ ਜਿਹੜਾ ਹੈਗਾ ਉਹ ਇਹ ਜਿਹੜਾ ਹੈਗਾ ਪ੍ਰਕਿਰਤੀ ਦੀ ਕੈਦ 'ਚੋਂ ਆਜ਼ਾਦ ਹੋ ਜਾਂਦਾ ਹੈ। ਫਿਰ ਉਹ ਜੂਨਾਂ ਦੇ ਵਿੱਚ ਇਹ ਸੰਸਾਰ ਦੇ ਜਨਮ ਮਰਨ ਦੇ ਚੱਕਰ 'ਚ ਨਹੀਂ ਪੈਂਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸੰਗਤ ਜੀ ਉੱਪਰ ਦੇਖੋ, ਕਹਿੰਦੇ ਜੋ ਕੁਛ ਕਰ ਸੋ ਅਬ ਸਾਰ, ਜੋ ਕੁਛ ਜੋ ਕਰੇ ਕਰਨਾ ਚਾਹੁੰਦਾ ਹਾਂ ਹੁਣੇ ਕਰ ਲਾ, ਬਸ ਹੁਣੇ ਕਰ ਲਾ, ਮੁੜ ਕੇ ਨਹੀਂ। ਉਹ ਐਵੇਂ ਡੋਂਟ ਮੇਕ ਯੂਰਸੈਲਫ ਫੂਲ, ਕਹਿੰਦੇ ਆਪਣੇ ਆਪ ਨੂੰ ਧੋਖਾ ਨਾ ਦੇ। ਜੋ ਵੀ ਤੁਹਾਡਾ ਮਾਈਕ ਜਿਹੜਾ ਨਾ ਉਹ ਦੇ ਗਿਆ ਜਵਾਬ ਗੁਰਕੀ ਸਾਹਿਬ, ਪੈਸੇ ਲਾਉਣ, ਮਾਈਕ ਜਵਾਬ ਦੇ ਗਿਆ ਸੀ ਤੁਹਾਡਾ। ਠੀਕ ਹੈ ਸਰ, ਠੀਕ ਹੈ ਗੁਰਕੀ ਸਾਹਿਬ, ਇਹਨੂੰ ਦੂਸਰਾ ਕੋਈ ਹੋਰ ਇਹਦਾ ਤਰੀਕਾ ਕਰੋ, ਇਹ ਬਾਰ-ਬਾਰ ਕੜਕ ਕੜਕ ਵਿੱਚ ਆ ਜਾਂਦੀ ਹੈ ਬਾਰ-ਬਾਰ। ਅੱਛਾ ਹਜੇ ਵੀ ਕਰਦਾ ਕਰ ਕਰਕੇ? ਠੀਕ ਨਹੀਂ ਹੁਣ ਨਹੀਂ ਕਰ ਰਿਹਾ, ਮਤਲਬ ਕਰਦਾ ਹੈ ਜਦ ਸ਼ਿਫਟ ਹੁੰਦਾ ਹੈ ਉਦੋਂ ਕਰਦਾ ਹੈ, ਹਰ ਰੋਜ਼ ਦੇ ਪ੍ਰੋਗਰਾਮ 'ਚ ਹੋ ਜਾਂਦਾ ਹੈ। ਮੈਂ ਕਰਦਾ ਨਹੀਂ, ਉਹ ਥੋੜਾ ਜਿਹਾ ਲੂਜ਼ ਹੋ ਜਾਂਦਾ ਨਾ ਕਨੈਕਸ਼ਨ, ਕਰਦਾ ਮੈਂ ਅਰੇਂਜਮੈਂਟ ਦਾ। ਹਾਂਜੀ ਹਾਂਜੀ ਠੀਕ ਹੈ ਜੀ। ਹੁਣ ਦੇਖੋ ਬਾਣੀ 'ਚ ਸਮਝਾਇਆ ਕਿ ਹਮ ਆਦਮੀ ਹਾਂ ਇੱਕਦਮੀ, ਮਤਲਬ ਕਿ ਜੋ ਕਰਨਾ ਹੁਣੇ ਕਰ ਲਓ। ਜੇ ਤੁਸੀਂ ਸੋਚੋਗੇ ਕੱਲ 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 ਤੇ ਟੁਮਾਰੋ ਨੈਵਰ ਕਮ। ਤੇ ਕਈ ਬੰਦੇ ਕਹਿੰਦੇ ਨੇ ਅਸੀਂ ਕਰਾਂਗੇ ਥੋੜਾ ਜਿਹਾ ਪੈਸਾ ਕਮਾ ਲਈਏ, ਬੱਚੇ ਨੂੰ ਸਾਂਭ ਲਈਏ, ਵਧੀਆ ਨੌਕਰੀ ਮਿਲ ਜੇ, ਵੱਡਾ ਘਰ ਮਿਲ ਜੇ। ਘਰ ਨਹੀਂ ਹੈਗਾ, ਕਿਰਾਇਆ ਨਹੀਂ ਹੈਗਾ। ਬਈ ਇਹ ਸੰਸਾਰ ਹੈਗਾ, ਇਹ ਸੰਸਾਰ ਤੇ ਇਹ ਕੁਝ ਤੇ ਚੱਲਣਾ ਹੀ ਚੱਲਣਾ। ਪਰ ਜਿਹੜੀ ਅਧਿਆਤਮਿਕ ਯਾਤਰਾ ਹੈ ਉਹ ਤੁਹਾਨੂੰ ਨਾਲੋਂ ਨਾਲ ਹੀ ਪੂਰੀ ਕਰਨੀ ਪਊਗੀ, ਕਿਉਂਕਿ ਮੁੜ ਕੇ ਖਰਗੋਸ਼ ਵਾਲਾ ਕੰਮ ਤੇ ਬਿਲਕੁਲ ਨਹੀਂ ਹੋਣਾ। ਔਰ ਗੋਰਖੀ ਸਾਹਿਬ ਵੱਡੇ ਘਰ ਵਾਲਿਆਂ ਨੂੰ ਪੁੱਛ ਕੇ ਦੇਖ ਲਓ ਵੀ ਵੱਡੇ ਘਰ ਵਾਲੇ ਜਿਹੜੇ ਹੈਗੇ ਉਹ ਧਿਆਨ ਸਿਮਰਨ ਕਰਦੇ ਆ, ਉਹ ਤਾਂ ਬਿਲਕੁਲ ਹੀ ਨਹੀਂ ਕਰਦੇ ਭਾਈ। ਉਹ ਫਿਰ ਕਹਿੰਦੇ ਬਾਣੀ ਫਿਰ ਕਹਿ ਦਿੰਦੀ ਹੈ ਮਾਇਆ ਧਾਰੀ ਆ ਤੰਨਾ ਬੋਲਾ, ਤੂੰ ਇਹਨਾਂ ਮਨ ਚ ਵਰਕਾ ਪਾਣੀ ਕਿ ਮੈਂ ਪਤਾ ਨਹੀਂ ਮਾਇਆ ਦਾ ਆਜੂ ਸੁੱਖ ਤੇ ਮੈਨੂੰ ਰੱਬ ਬੜਾ। ਉਹਨੇ ਕਹਿੰਦੇ ਕਿ ਜਿਹਨੂੰ ਮਾਇਆ ਦੇਤੀ ਲੋੜ ਤੋਂ ਜ਼ਿਆਦਾ, ਸਮਝ ਲਓ ਕਿ ਰੱਬ ਨੇ ਇਹਨੂੰ ਕਾਫੀ ਦੂਰ ਭੇਜਿਆ ਹੋਇਆ, ਉਹ ਕਾਫੀ ਦੂਰ ਬੈਠਾ, ਕੋਈ ਉਹਨਾਂ ਜੜ ਚ ਫਸਿਆ ਜੀ। ਠੀਕ ਆ, ਆਪਣੀਆਂ ਜ਼ਰੂਰਤਾਂ ਪੂਰੀਆਂ ਕਰੋ, ਕਿਤੇ ਮਨਾ ਨਹੀਂ ਕੀਤਾ। ਪ੍ਰਕਿਰਤੀ ਚ ਰਹਿੰਦੇ ਆ, ਪੈਸਾ ਜਿੰਨਾ ਲੋੜ ਹੈਗਾ ਆਪਾਂ ਲਿਆਉਣਾ, ਪਰ ਜੇ ਅਸੀਂ ਉਹ ਜੀਵਨ ਦਾ ਮਕਸਦ ਹੀ ਉਹਨੂੰ ਬਣਾ ਲਈਏ ਤੇ ਫਿਰ ਮੁਸ਼ਕਿਲ ਹੋ ਜਾਏਗੀ, ਕਾਫੀ ਵੱਡੀ ਮੁਸ਼ਕਿਲ ਹੋ ਜਾਏਗੀ। ਕਹਿੰਦੇ ਆਵੇ ਅੰਤ ਨਾ ਭੱਜਿਆ ਜਾਏ। ਕਹਿੰਦੇ ਕਿਤੇ ਇਹ ਨਾ ਸੋਚੀ ਕਿ ਕੱਲ ਨੂੰ ਅੰਤ ਆਜੂ ਤੇ ਤੇਰੇ ਕੋਲ ਜਪਿਆ ਜਾਊਗਾ। ਤੂੰ ਨਹੀਂ ਨਾਮ ਨਹੀਂ ਜਪ ਸਕਦਾ, ਤੇਰਾ ਧਿਆਨ ਹੀ ਟਿਕਣਾ ਮੁੜ ਕੇ। ਬਿਲਕੁਲ। ਕਹਿੰਦੇ ਸੋ ਕੁਛ ਕਰਮ ਸੋਈ ਅਬਸਾਰ, ਜੋ ਤੂੰ ਕਰਨਾ ਚਾਹੁੰਦਾ ਜੋ ਕੁਛ ਕਰੋ ਤੂੰ। ਹੁਣ ਹਮ ਆਦਮੀ ਹਾਂ ਇੱਕਦਮੀ, ਤੂੰ ਹੁਣੇ ਕੁਛ ਕਰ ਸਕਦਾ। ਮੌਜੂਦਾ ਲਵਾਂ ਦੇ ਵਿੱਚ ਕੁਛ ਹੋ ਸਕਦਾ ਹੈ, ਸਮੇਂ ਦੇ ਨਾ ਤੇ ਅੱਗੇ ਕੁਛ ਹੋਣਾ ਨਾ ਪਿੱਛੇ ਕੁਛ ਹੋਣਾ। ਇਹ ਦੋਨੋਂ ਸਮੇਂ ਤੁਹਾਡੇ ਹੱਥ 'ਚ ਨਹੀਂ ਹੈਗੇ, ਤੁਹਾਡੇ ਕੋਲ ਇੱਕੋ ਸਮਾਂ ਹੈਗਾ, ਉਹ ਹੈਗਾ ਵਰਤਮਾਨ ਕਾਲ। ਇੱਥੇ ਕੁਛ ਤੁਸੀਂ ਕਰ ਸਕਦੇ ਜੋ। ਜੇ ਤੁਸੀਂ ਸੋਚੋ ਕੱਲ ਨੂੰ ਮੈਂ ਕਰੂੰਗਾ, ਇਹ ਸਮਝ ਲਓ ਕਿ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ। ਕਹਿੰਦੇ ਫਿਰ ਪਛਤਾਓ ਨਾ ਪਾਵੋ ਪਾਰ, ਫਿਰ ਪਛਤਾਏਗਾ ਭਾਈ, ਫਿਰ ਪਾਰ ਨਹੀਂ ਪਾਇਆ ਜਾ ਸਕਣਾ, ਫਿਰ ਤੂੰ ਇੱਧਰ ਹੀ ਰਹਿ ਜਾਣਾ ਮਾਇਆ ਦੇ ਵਿੱਚ। ਬਿਲਕੁਲ।
ਸੋ ਸੇਵਕ ਜੋ ਲਾਇਆ ਸੇਵ ਸੇਵ ਤਿਨੀ ਪਾਏ ਨਿਰੰਜਨ ਦੇਵ, ਉਸੇ ਨੇ ਪਰਮਾਤਮਾ ਨੂੰ ਪਾਇਆ ਹੈ ਭਾਈ, ਜਿਹੜਾ ਸੇਵਾ ਆਹ ਸੇਵਾ ਜਿਹੜਾ ਲਾਇਆ ਤੇ ਧਿਆਨ ਬੰਦਗੀ। ਹਾਂਜੀ ਠੀਕ ਹੈ। ਸੋ ਸੇਵਕ ਜੋ ਲਾਇਆ ਸੇਵ, ਇਹਦਾ ਸੇਵਕ ਤੇ ਉਹੀ ਹੈ ਜਿਹਨੇ ਆਪਣੇ ਮਨ ਨੂੰ ਭਗਤੀ ਚ ਲਾਇਆ। ਬਿਲਕੁਲ। ਤੇ ਤਿੰਨ ਹੀ ਪਾਇਆ ਨਿਰੰਜਨ। ਫਿਰ ਉਹਨਾਂ ਨੇ ਪਾਲਿਆ, ਕਿਹਨੂੰ ਪਾਲਿਆ? ਪਰਮਾਤਮਾ। ਨਿਰੰਜਨ ਦਾ ਮਤਲਬ ਪਰਮਾਤਮਾ ਨੂੰ ਪਾਲਿਆ, ਕਾਲਖ ਤੋਂ ਰਹਿਤ ਪ੍ਰਭੂ ਨੂੰ ਜਾਣ ਲਿਆ। ਕਹਿੰਦੇ ਗੁਰ ਮਿਲਿਆ ਤਾਂ ਕਿ ਖੁੱਲੇ ਕਪਾਟ। ਉਹ ਕਹਿੰਦੇ ਉਸ ਬੰਦੇ ਦੇ ਜਿਹੜੇ ਕਪਾਟ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਉਹ ਖੁੱਲ ਜਾਂਦੇ ਆ, ਕਿਉਂਕਿ ਉਹ ਬੰਦ ਆ ਨਾ। ਜੇ ਆਪਾਂ ਉਹਨਾਂ ਚ ਵੱਜ ਕੇ ਤੇ ਉਹਨੂੰ ਹੀ ਆਪਣਾ ਜੀਵਨ ਸਮਝ ਕੇ ਬੈਠੇ ਹਾਂ, ਜਦੋਂ ਆਪਾਂ ਇਹਨਾਂ ਤੋਂ ਅੱਗੇ ਲੰਘ ਜਾਂਦੇ ਹਾਂ, ਇਹਨਾਂ ਦੇ ਦਰਵਾਜ਼ੇ ਖੁੱਲ ਜਾਂਦੇ ਆ ਤੇ ਸਾਨੂੰ ਆਤਮਾ ਦੇ ਦਰਸ਼ਨ ਹੋ ਜਾਂਦੇ ਆ। ਫਿਰ ਉਹ ਜੂਨਾਂ ਚ ਨਹੀਂ ਆਉਂਦਾ। ਸਧਾਰਨ ਬੰਦਾ ਸਧਾਰਨ ਤੇ ਬੰਦਾ ਇਹਨਾਂ ਦਰਵਾਜ਼ਿਆਂ ਨਾਲ ਵੱਜਦਾ ਰਹਿੰਦਾ ਵਾ, ਇਹ ਦਰਵਾਜ਼ੇ ਰੋਕ ਲੈਂਦੇ ਆ, ਬੰਦਾ ਉੱਥੇ ਬੈਠਾ ਰਹਿੰਦਾ, ਬੰਦੇ ਨੂੰ ਪਤਾ ਹੀ ਨਹੀਂ ਹੈ ਕਿ ਜੀਵਨ ਖਾ ਰਿਹਾ ਮੇਰਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਜਦੋਂ ਤੁਹਾਨੂੰ ਸੰਗਤ ਮਿਲ ਗਈ ਹੈ, ਦਰਵਾਜ਼ੇ ਖੁੱਲ ਜਾਣੇ ਆ, ਤੁਸੀਂ ਇਹਨਾਂ ਤੋਂ ਅੱਗੇ ਲੰਘ ਜਾਣਾ। ਕਿਤੇ ਉਹ ਬ੍ਰਹਮ ਜੋਤ ਮਿਲ ਜਾਓ, ਉੱਥੇ ਬ੍ਰਹਮ ਜੋਤ ਹੈਗੀ, ਉਹ ਤੁਹਾਨੂੰ ਮਿਲ ਜਾਂਦੀ। ਫਿਰ ਤੇ ਜਦੋਂ ਉਹ ਮਿਲ ਗਈ ਤੇ ਫਿਰ ਅਗਲੇ ਬੰਨੇ ਕੀ ਕਹਿੰਦੇ? ਜਦੋਂ ਮਿਲ ਗਈ ਤੇ ਫਿਰ ਕਹਿੰਦੇ ਆ ਬੋਹਰ ਨਾ ਆਵੇ ਜੋਨੀ ਬਾਟ, ਦੁਬਾਰਾ ਨਹੀਂ ਆਏਗਾ ਜੂਨਾਂ ਦੇ ਵਿੱਚ। ਜਿਹਦੇ ਬੂਹਿਆਂ ਖੋਲ ਕੇ ਤੂੰ ਅਗਲੇ ਬੰਨੇ ਲੰਘ ਗਿਆ, 5 ਦਰਵਾਜ਼ੇ ਹੈਗੇ ਨੇ ਤੇ ਬਸ ਫਿਰ ਖਤਮ ਕਹਾਣੀ। ਫਿਰ ਇੰਨੀ ਕਿਤੇ ਗਏ। ਬਾਕੀ ਤੇਰੀ ਮਰਜ਼ੀ ਹੈ, ਜਦੋਂ ਔਖੀ ਬਣਾਉਣਾ ਤੇ ਹਜੂਰ ਸਾਹਿਬ ਚੱਲ ਜਾ, ਫਿਰ ਅਨੰਦਪੁਰ ਸਾਹਿਬ ਤੁਰਿਆ, ਫਿਰ ਹੋਰ ਜਾਣਾ ਤੇ ਬਦਰੀਨਾਥ ਤੇ ਚੱਲ ਜਾ, ਜਿੱਥੇ ਮਰਜ਼ੀ ਤੁਰਿਆ ਜਾ। ਬਿਲਕੁਲ। ਉਹ ਤੇ ਤੇਰੇ ਮਨ ਦੀ ਖੇਡ ਹੀ। ਉੱਥੇ ਬਾਣੀ ਕਹਿੰਦੀ ਅੰਦਰ ਮੁੱਕੇ। ਉੱਥੇ ਵੀ ਜਾ ਕੇ ਗੋਰਖੀ ਸਾਹਿਬ ਭਜਨ ਬੰਦਗੀ ਕਰੇਗਾ ਤੇ ਉੱਥੇ ਵੀ ਪਾਰ ਉਤਾਰਾ ਹੋ ਜਾਊਗਾ। ਅੰਦਰ ਤਾਂ ਇਸੇ ਸਰੀਰ ਦੇ ਅੰਦਰ ਹੀ ਵੜਨਾ ਪੈਣਾ, ਉੱਥੇ ਜਾ ਕੇ ਵੀ। ਪੰਗਾ ਤੇ ਆ ਨਿੱਜਾ ਸਾਹਿਬ, ਜਾਣ ਚ ਕੋਈ ਪ੍ਰੋਬਲਮ ਨਹੀਂ ਆ। ਪ੍ਰੋਬਲਮ ਤੇ ਹੈ ਕਿ ਜਦੋਂ ਤੂੰ ਸਮਝ ਲੈਂਦਾ ਕਿ ਰੱਬ ਉੱਤੇ ਬੈਠਾ, ਫੇਰ ਗੜਬੜਿਆ। ਤੂੰ ਆ ਜੀਵਨ ਤੇਰਾ ਕਿੱਥੋਂ ਸੁਧਰੂਗਾ? ਫਿਰ ਗੜਬੜਿਆ। ਬਸ ਬਈ ਅਸੀਂ ਤਾਂ ਜੇ ਦਰਸ਼ਨ ਕਰਕੇ ਆ ਗਏ, ਬਸ ਜੀ, ਬਸ ਹੋ ਗਏ ਸਾਡੇ ਪਾਪ ਖਤਮ, ਲੱਥ ਗਏ ਸਾਰੇ ਪਾਪ। ਫਿਰ ਪ੍ਰੋਬਲਮ ਆ ਗਈ ਭਾਈ। ਫਿਰ ਤੂੰ ਗੋਇੰਦਵਾਲ ਸਾਹਿਬ ਜਾ ਕੇ ਤੇ ਪਾਠ ਪੜ੍ਹ ਲਾ ਪੌੜੀਆਂ ਤੇ, ਜੇ ਗੱਲ ਖਤਮ ਹੋ ਗਈ। 84 ਤੇ ਤੂੰ ਉਦੋਂ ਹੀ ਕਰਤੀ ਖਤਮ। ਬਿਲਕੁਲ ਸਹੀ, ਬਿਲਕੁਲ ਸਹੀ। ਗੜਬੜ ਤਾਂ ਮਹਾ ਗੜਬੜੇ ਬੰਦਾ ਇਸ ਚੱਕਰਾਂ ਚ ਫਿਰਦਾ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਕਰੀਏ ਸਮਾਪਤ। ਨਹੀਂ, ਆਖਰੀ ਲਓ ਜੀ, ਆਖਰੀ ਬੰਦ ਤਾਂ ਛੱਡਤਾ ਤੁਸੀਂ। ਆਖਰੀ ਬੰਦ ਤਾਂ ਤੁਸੀਂ ਲੈਂਦੇ ਨਹੀਂ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਕਹਿੰਦੇ ਆਹੀ ਅਵਸਰ ਆ, ਇਹੀ ਬਾਰੀ ਆ ਤੇਰੀ। ਬਸ ਮਨੁੱਖਾ ਸਰੀਰ ਮਿਲਿਆ, ਇਹੀ ਅਵਸਰ ਆ। ਇਹਦੇ ਵਿੱਚ ਜਿੰਨੀ ਉਮਰ ਆ ਉਹ ਅਵਸਰ ਆ, ਤੇ ਇਹ ਬਾਰੀ ਹੈਗੀ ਆ। ਆਪਣੇ ਘਟ ਦੇ ਵਿੱਚ, ਹਿਰਦੇ ਦੇ ਵਿੱਚ ਵਿਚਾਰ ਕੇ ਦੇਖ ਲੈ ਇਸ ਗੱਲ ਨੂੰ। ਕਹਿਤ ਕਬੀਰ ਜੀਤ ਕਹਿ ਹਾਰ, ਭਾਵੇਂ ਜਿੱਤ ਲਾ ਤੇ ਭਾਵੇਂ ਹਾਰ ਜਾ, ਬਹੁ ਬਿਦ ਕਹਿਓ ਪੁਕਾਰ ਪੁਕਾਰ। ਕਬੀਰ ਜੀ ਕਹਿੰਦੇ ਮੈਂ ਤਾਂ ਬਥੇਰੇ ਤਰੀਕੇ ਦੇ ਨਾਲ, ਦੇਖੋ ਭਾਈ, ਮੈਂ ਮਾਲਕ ਪਰਮਾਤਮਾ ਦੀ ਵੱਲ ਨੂੰ ਯਾਤਰਾ ਕੀਤੀ ਆ, ਤੇ ਮੈਂ ਆਪਣੇ ਨਾਲ ਨਹੀਂ ਲੈ ਕੇ ਜਾ ਰਿਹਾ ਇਹ ਭੇਤ ਨੂੰ। ਮੈਂ ਤਾਂ ਪੁਕਾਰ ਕੇ ਜਿਹੜਾ ਹੈਗਾ ਸਾਰਿਆਂ ਨੂੰ ਦੱਸ ਰਿਹਾ ਆ। ਅੱਗੇ ਮਰਜ਼ੀ ਹੈ, ਜਿਹੜਾ ਲੈਂਦਾ ਹੈ, ਜਿਹੜਾ ਲੈ ਲੈ ਠੀਕ ਆ, ਨਹੀਂ ਲੈ ਲੈ ਤਾਂ ਵੀ ਠੀਕ ਆ। ਹਾਂਜੀ ਵੀਰ ਜੀ। ਆਹ ਕਹਿੰਦੇ ਕਿ ਇਹੋ ਤੇਰੀ ਅਵਸਰ ਆ, ਇਹ ਤੈਨੂੰ ਮੌਕਾ ਵਾ, ਤੇ ਵਾਰੀ ਵੀ ਤੇਰੀ ਆਖਰੀ ਆ। ਕਹਿੰਦੇ ਘਟ ਭੀਤਰ ਤੂੰ ਦੇਖ ਵਿਚਾਰ। ਇਹ ਆਪਣੇ ਅੰਦਰ ਵੇਖ, ਤੂੰ ਆਪਣੇ ਵਿਚਾਰਾਂ ਨੂੰ ਦੇਖ। ਆਪਣੀ ਗਾਰਬੇਜ ਦੇਖ ਲਾ, ਦੂਜੇ ਦੇ ਵੱਲ ਨੂੰ ਨਾ ਦੇਖ, ਦੂਜੇ ਤੇ ਘਟ ਦੇ ਵਿੱਚ ਨਾ ਵੜ, ਆਪਣੇ ਅੰਦਰ ਵੜ ਤੇ ਆਪਣਾ ਸਫਾਈਲ ਨੂੰ ਲੱਗ ਜਾ ਭਾਈ। ਹਾਂਜੀ ਵੀਰ ਜੀ। ਇਹ ਝਾੜੂ ਫੜ ਕੇ ਤੇ ਅੰਦਰ ਫੇਰਨਾ ਮਾਰਨਾ ਸ਼ੁਰੂ ਕਰ ਦੇ, ਤੇ ਹੋ ਸਕਦਾ ਕਿ ਕੱਲ ਨੂੰ ਤੈਨੂੰ ਅਗਲੇ ਬੰਨੇ ਕੁਛ ਮਿਲ ਜੇ। ਕਹਿੰਦੇ ਘਟ ਪੀਰ ਤੇ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੇ ਹਾਰ। ਭਾਵੇਂ ਤੂੰ ਜਿੱਤ ਜਾ ਤੇ ਭਾਵੇਂ ਤੂੰ ਹਾਰ। ਜੀਤ ਕਹਿ ਹਾਰ। ਕਹਿ ਦਾ ਮਤਲਬ ਹੈ ਬਈ ਜਾਂ ਤਾਂ ਜਿੱਤ ਲਾ ਜਾਂ ਹਾਰ ਜਾ, ਇੱਕ ਤਾਂ ਕਰੇਗਾ ਹੀ ਤੂੰ, ਬਸ ਦੋਨਾਂ ਤੇ। ਇੱਕ ਤੇ ਪੱਕਾ ਹੀ ਆ। ਤੇ ਬਾਬੇ ਤੇ ਕਰਿਓ ਪੁਕਾਰ। ਮੈਂ ਕਹਿੰਦੇ ਤੈਨੂੰ ਸਾਰਾ ਬੜੇ ਵਿਧ ਦਾ ਮਤਲਬ ਹੁੰਦਾ, ਕਈ ਤਰੀਕਿਆਂ ਨਾਲ ਮੈਂ ਤੇਰੇ ਦਿਮਾਗ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਬਾਕੀ ਤੇਰੀ ਮਰਜ਼ੀ ਹੈ। ਇਹਦੇ ਚ ਕੋਈ ਮਤਲਬ ਕੋਈ ਜ਼ਬਰਦਸਤੀ ਵਾਲਾ ਸੌਦਾ ਨਹੀਂ ਹੈਗਾ। ਮੈਂ ਤੇ ਤੈਨੂੰ ਦੱਸ ਹੀ ਸਕਦਾ, ਸਮਝਾ ਸਕਦਾ, ਬਾਕੀ ਕਰਨਾ ਨਹੀਂ ਕਰਨਾ ਉਹ ਤੇਰੀ ਮਰਜ਼ੀ ਹੈ। ਮੇਰੇ ਲਈ ਤੂੰ ਜਿੱਥੇ ਮਰਜ਼ੀ ਤੁਰਿਆ ਫਿਰ। ਠੀਕ ਹੈ ਜੀ ਸਾਹਿਬ। ਬਿਲਕੁਲ ਸਾਧ ਸੰਗਤ ਜੀ, ਸਾਰਾ ਜਿਹੜਾ ਦੇਖ ਲਓ ਕਬੀਰ ਜੀ ਆਪਾਂ ਨੂੰ ਕਹਿ ਰਹੇ ਆ ਭਾਈ। ਇਹ ਤਾਂ ਅੱਗੇ ਬਾਲ ਤਾਂ ਆਪਣੇ ਕੋਰਟ 'ਚ ਹੀ ਆ ਗਈ ਆ ਵਾਪਸ। ਅੱਗੇ ਆਪਣੀ ਮਰਜ਼ੀ ਆ ਬਈ ਕੀ ਆਪਸ਼ਨ ਲੈਣਾ, ਆਪਾਂ ਨੇ ਕੀ ਕਰਨਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਵਿਚਾਰ ਕਰਿਆ ਕਰੋ, ਸੋਚਿਆ ਕਰੋ, ਆਪਣੇ ਜੀਵਨ ਦੀ ਪ੍ਰਾਪਤੀ ਦੇਖੋ।
ਆਪਣੇ ਜੀਵਨ ਦੀ ਡਾਇਰੈਕਸ਼ਨ ਵੇਖੋ, ਕੀ ਹੈ ਤੁਹਾਡੇ ਜੀਵਨ ਦਾ ਮਕਸਦ। ਰਾਤ ਨੂੰ ਸੌਣ ਤੋਂ ਪਹਿਲਾਂ ਸੋਚੋ ਕਿ ਚਰਨਜੀਤ ਉਹੀ ਸੌਂ ਰਿਹਾ ਜਾਂ ਚਰਨਜੀਤ ਥੋੜਾ ਬਹੁਤਾ ਬਦਲਿਆ। ਤੇ ਜੇ ਚਰਨਜੀਤ ਉਹੀ ਸੌਂਦੇ ਆ 15-20 ਸਾਲ ਤੋਂ ਚਰਨਜੀਤ ਉਹੀ ਤੁਰਿਆ ਫਿਰਦੇ ਆ, ਤੇ ਫਿਰ ਚਰਨਜੀਤ ਕੋਈ ਇਨਸਾਨ ਨਹੀਂ ਹੈ, ਫਿਰ ਤੇ ਉਹ ਕੁਛ ਹੋਰ ਹੀ ਹੈ। ਬਿਲਕੁਲ ਪਾਰ ਵਾਲੀ ਕੋਈ ਗੱਲ ਨਹੀਂ ਹੈ। ਤੇ ਜੇ ਰਾਤ ਦੇ ਸੌਣ ਤੋਂ ਪਹਿਲਾਂ ਮੈਨੂੰ ਪਤਾ ਲੱਗਾ ਕਿ ਅੱਜ 1-2 ਕੰਮ ਚੰਗੇ ਕੀਤੇ ਆ, ਤੇ ਫਿਰ ਪ੍ਰੋਗਰੈਸ ਹੈ। ਪ੍ਰੋਗਰੈਸ ਤੇ ਪ੍ਰੋਗਰੈਸ ਹੀ, ਭਾਵੇਂ ਇੱਕ ਜਵਾਨੀ ਵੀ ਕਿਉਂ ਨਾ ਹੋ ਜੇ, ਹੋ ਜੇ ਕਮਾਈ ਤੇ ਕਮਾਈ ਹੈ ਨੇਜਾ ਸਾਹਿਬ। ਹਾਂ ਬਿਲਕੁਲ ਸਹੀ ਹੈ। ਘਾਟਾ ਤੇ ਪੰਜੇ ਦਾ ਵੀ ਕਹਿੰਦੇ ਮਾੜਾ ਹੁੰਦਾ। ਤੇ ਸੋ ਇਸ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਸੰਗਤ ਜੀ। ਬਹੁਤ ਵਧੀਆ ਜੀ ਗੋਰਖੀ ਸਾਹਿਬ, ਬਹੁਤ। ਦੇਖੋ ਕਬੀਰ ਜੀ ਦਾ ਆਖਰੀ ਸ਼ਬਦ ਤਾਂ ਅੱਖਾਂ ਖੋਲਣ ਵਾਲਾ ਸੀ। ਹਾਂਜੀ ਵੀਰ ਜੀ। ਸਹੀ ਹੈ ਜੀ, ਸਹੀ। ਓਕੇ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਨੇ। ਕਪਰ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ ਨੇ, ਤੁਹਾਡੇ ਬੱਚੇ ਸਮਝ ਕੇ ਮਾਫ਼ ਕਰੋ। ਕਿ ਤੋਂ ਸ਼ੁੱਧ ਦੇਸ਼ ਵਿੱਚ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਮੇਰੇ ਪਿਤਾ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ ਤੇ ਨਰੋਗ ਦੀ ਬਖਸ਼ਣੀ ਮੇਰੇ ਮਾਲਿਕ। ਮੇਰੇ ਪਿਤਾ 2 ਅਰਦਾਸਾਂ ਆਈਆਂ, ਇੱਕ ਤੇ ਮਾਤਾ ਦੀ ਅਰਦਾਸ ਹੈ। ਉਹ ਕਹਿੰਦੀ ਹੈ ਕਿ ਮੇਰਾ ਸੁਭਾਅ ਆ ਕਿ ਮੈਂ ਆਪਣੇ ਘਰ ਦੀ ਹਰ ਗੱਲ 'ਚ ਗਲਤੀ ਕੱਢਦੀ, ਤੇ ਖਾਸ ਕਰਕੇ ਪੁਰਾਣੀਆਂ ਗੱਲਾਂ ਦਾ ਬਹੁਤ ਉਚਾਰਨ ਕਰਦੀ ਹਾਂ ਸਾਰਾ ਦਿਨ, ਤੇ ਮੈਂ ਚਾਹੁੰਦੀ ਇਸ ਔਗਣ ਤੋਂ ਮੈਨੂੰ ਮੁਕਤੀ ਮਿਲ ਜੇ। ਇੱਕ ਮੇਰੇ ਪਿਤਾ ਇੱਕ ਅਰਦਾਸ ਹੋ ਰਿਹਾ, ਇੱਕ ਸਾਧਕ ਨੇ ਉਹ ਅਰਦਾਸ ਕਰਾਉਂਦੇ ਨੇ ਕਿ 3 ਰੋਗ ਕਰਨ ਨੂੰ ਮਿਲੇ। ਮੇਰ ਕਰੋ, ਮੇਰ ਕਰੋ, ਮਿੱਥੀ ਨਾ ਜਾਏ ਜਨ ਕੀ ਅਰਦਾਸ। ਮੇਰੇ ਪਿਤਾ ਸੰਗਤ ਦੇ ਵਿੱਚ ਅਰਦਾਸ ਕੀਤੀ ਹੈ, ਆਪ ਜਾਂਦੀ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਵਿੱਚ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।